ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸਭੋ ਸੂਤਕ ਭਰਮ ਹੈ, ਦੂਜੈ ਲੱਗੈ ਜਾਇ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਇ। ਖਾਣਾ ਪੀਣਾ ਪਵਿੱਤਰ ਹੈ, ਦੇਤੌਨ ਰਿਜ਼ਕ ਸੰਭਾਇ। ਨਾਨਕ ਜਿਨੀ ਗੁਰਮੁਖ ਬੁਝਿਆ, ਤਿਨਾ ਸੂਤਕ ਨਾਹਿ। ਪੌੜੀ। ਸਤਿਗੁਰ ਵੱਡਾ ਕਰ ਸਾਹਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਹਿ ਤੁਠੈ ਨੌ ਨਿਧ ਪਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਹਿ ਤੁਠੈ ਨੌ ਨਿਧ ਪਾਈਆਂ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਸ਼ਾ ਕੀ ਵਾਰ ਦੀ 18ਵੀਂ ਪੌੜੀ ਨਾਲ ਜੋ ਹਜ਼ੂਰ ਨੇ ਸ਼ਲੋਕ ਦਰਜ ਕੀਤੇ ਨੇ, ਇਹਨਾਂ ਵਿੱਚੋਂ 2 ਸ਼ਲੋਕਾਂ ਦੀ ਵਿਚਾਰ ਆਪਾਂ ਰਾਤਰੀ ਦੇ ਦੀਵਾਨ ਵਿੱਚ ਕਰ ਚੁੱਕੇ ਹਾਂ। ਆਓ ਜੋ ਇੱਕ ਸ਼ਲੋਕ ਔਰ ਪੌੜੀ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਗੁਰੂ ਕਿਰਪਾ ਨਾਲ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਾਂ ਵਿਚਾਰ ਸਕੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸ਼ਬਦ ਦੀ ਕਲਾ ਵਰਤਾਨ ਆਪ ਵਿੱਚ ਵਰਤ ਕੇ ਹਜ਼ੂਰ ਸਤਿਗੁਰੂ ਪ੍ਰੇਮ ਭਾਵਨਾ ਨਾਲ ਵਿਚਾਰ ਕਰਾ ਲੈਣ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਸੰਗਤ ਬਖਸ਼ੋ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਭਰਮ ਤੋਂ ਸਾਨੂੰ ਨਜ਼ਾਤ ਮੁਕਤੀ ਦਿਵਾਉਂਦੇ ਨੇ
ਜਿਸ ਭਰਮ ਵਿੱਚ ਇਹ ਸਦੀਆਂ ਤੋਂ ਮੁੱਦਤਾਂ ਤੋਂ ਦੱਸਿਆ ਗਿਆ ਕਿ ਜਦੋਂ ਕਿਸੇ ਦੇ ਘਰ ਵਿੱਚ ਸੰਤਾਨ ਜਨਮ ਲਵੇ ਤੇ ਉਸ ਦੇ ਘਰ ਵਿੱਚ ਅਸ਼ੁੱਧੀ, ਅਪਵਿੱਤਰਤਾ, ਤੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਹੈ ਸੂਤਕ। ਉਸ ਘਰ ਅੰਦਰ ਸਨਾਤਨ ਮਤ ਕਹਿ ਰਿਹਾ ਹੈ ਕਿ ਅਸ਼ੁੱਧੀ, ਸੂਤਕ ਤੇ ਅਪਵਿੱਤਰਤਾ ਵਰਤ ਜਾਂਦੀ ਹੈ। ਉਸ ਦੇ ਘਰ ਵਿੱਚੋਂ ਪ੍ਰਸ਼ਾਦ ਪਾਣੀ ਛਕਣਾ, ਰੋਟੀ ਪਾਣੀ ਖਾਣਾ, ਉਹ ਅਪਵਿੱਤਰਤਾ ਹੈ। ਤੇ ਇਹ ਵੀ ਮੰਨਿਆ ਗਿਆ ਜੋ ਸੂਤਕ ਵਾਲੇ ਘਰ ਵਿੱਚ ਆਉਂਦਾ ਹੈ ਉਸ ਬੰਦੇ ਉੱਪਰ ਵੀ ਅਸ਼ੁੱਧੀ, ਅਪਵਿੱਤਰਤਾ ਜਾਂ ਸੂਤਕ ਅਸਰ ਕਰ ਜਾਂਦਾ ਹੈ। ਕੱਲ ਰਾਤ ਆਪ ਜੀ ਦੇ ਸਨਮੁਖ ਬੇਨਤੀ ਕੀਤੀ ਸੀ ਕਿ ਅਸਲ ਵਿੱਚ ਵਰਨ ਵੰਡ ਮੁਤਾਬਕ ਬ੍ਰਾਹਮਣ ਦੇ ਘਰ ਦੇ ਅੰਦਰ ਸੰਤਾਨ ਦੀ ਪੈਦਾਇਸ਼ ਹੁੰਦੀ ਹੈ ਤੇ 11 ਦਿਨ ਸੂਤਕ ਰਹਿੰਦਾ ਹੈ, ਅਸ਼ੁੱਧੀ, ਅਪਵਿੱਤਰਤਾ ਰਹਿੰਦੀ ਹੈ। ਖੱਤਰੀ ਦੇ ਘਰ ਅੰਦਰ 13 ਦਿਨ ਸੂਤਕ ਮਿਥਿਆ ਗਿਆ। ਵੈਸ਼ ਦੇ ਘਰ ਅੰਦਰ 17 ਦਿਨ ਸੂਤਕ ਦੇ ਅਪਵਿੱਤਰਤਾ ਦੇ ਮੰਨੇ ਗਏ ਤੇ ਸ਼ੂਦਰ ਦੇ ਘਰ ਅੰਦਰ 30 ਦਿਨ ਜਿਹੜੇ ਨੇ ਉਹ ਸੂਤਕ ਦੇ ਅਪਵਿੱਤਰਤਾ ਦੇ ਮੰਨੇ ਗਏ। ਨਾਲ ਇਸ ਦੇ ਹੈ ਪਾਤਕ। ਜਿਵੇਂ ਜਨਮ ਵੇਲੇ ਅਸ਼ੁੱਧੀ ਨੂੰ ਸੂਤਕ ਕਿਹਾ ਗਿਆ ਤੇ ਮਰਨ ਵੇਲੇ ਉਸ ਅਸ਼ੁੱਧੀ, ਅਪਵਿੱਤਰਤਾ ਨੂੰ ਪਾਤਕ ਸ਼ਬਦ ਕਿਹਾ ਗਿਆ। ਪਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸ਼ਲੋਕ ਵਿੱਚ ਤਾਂ ਦਲੀਲ ਦੇ ਕੇ ਇਸ ਗੱਲ ਦਾ ਕਾਇਲ ਕਰ ਦਿੱਤਾ ਕਿ ਜੇ ਪੈਦਾਇਸ਼ ਹੀ ਸੂਤਕ ਹੈ, ਅਪਵਿੱਤਰਤਾ ਹੈ, ਅਸ਼ੁੱਧੀ ਹੈ, ਮਰਨ ਵਾਲੇ ਪਰਿਵਾਰ ਵਿੱਚ ਪਾਤਕ ਅਸ਼ੁੱਧੀ ਹੈ, ਤੇ ਸਤਿਗੁਰੂ ਨੇ ਕਿਹਾ ਆਪਣੇ ਚੌਕੇ ਵਿੱਚ, ਆਪਣੇ ਘਰ ਵਿੱਚ ਝਾਤੀ ਮਾਰ ਕੇ ਦੇਖੋ, ਸਾਡੇ ਘਰ ਵਿੱਚ ਤਾਂ ਹਰ ਵੇਲੇ ਹੀ ਸੂਤਕ ਵਰਦਾ ਪਿਆ ਹੈ। ਮੈਂ ਸਿਰਫ ਥੋੜਾ ਜਿਹਾ ਜੋ ਪਿੱਛੇ ਅਸੀਂ ਰਾਤ ਵਿਚਾਰ ਚੁੱਕੇ ਹਾਂ। ਸਾਹਿਬ ਨੇ ਕਿਹਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਕਰ ਮੰਨ ਲਿਆ ਜਾਏ ਕਿ ਪੈਦਾਇਸ਼ ਹੀ ਸੂਤਕ ਹੈ ਤੇ ਫਿਰ ਇਕੱਲੇ ਇਨਸਾਨ ਦੀ ਸੰਤਾਨ ਦੀ ਪੈਦਾਇਸ਼ ਕਿਉਂ? ਜਨਮ ਤਾਂ ਹੋਰ ਜੀਵਾਂ ਦਾ ਵੀ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਰਸੋਈ ਵਿੱਚ ਆਪਾਂ ਗੋਹਾ ਲੱਕੜ ਫੂਕ ਰਹੇ ਹਾਂ ਉਸ ਗੋਹੇ ਦੇ ਅੰਦਰ ਵੀ ਕੀੜੇ ਨੇ, ਲੱਕੜ ਦੇ ਅੰਦਰ ਵੀ ਕੀੜਾ ਹੈ। ਉਸ ਕੀੜੇ ਦੀ ਪੈਦਾਇਸ਼ ਗੋਹੇ ਵਿੱਚ ਹੋਈ, ਉਸ ਲੱਕੜ ਦੇ ਕੀੜੇ ਦੀ ਪੈਦਾਇਸ਼ ਲੱਕੜ ਵਿੱਚ ਹੋਈ। ਤੇਰੇ ਤਾਂ ਘਰ ਦੀ ਰਸੋਈ ਵਿੱਚ ਬਲਣ ਵਾਲਾ ਈਂਧਨ, ਬਾਲਣ, ਉਹਦੇ ਵਿੱਚ ਕੀੜਿਆਂ ਦਾ ਜੰਮਣਾ ਤੇ ਮਰਨਾ, ਤੇਰੇ ਚੁੱਲ੍ਹੇ ਦੇ ਵਿੱਚ ਹੀ ਸੂਤਕ ਤੇ ਪਾਤਕ ਆ ਗਿਆ ਹੈ, ਅਸ਼ੁੱਧੀ ਹੈ। ਜੇਕਰ ਸੂਤਕ ਮੰਗਦੀ ਹੈ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ, ਜਿੰਨੇ ਅਨਾਜ ਦੇ ਦਾਣੇ ਨੇ, ਕੇਵਲ ਕਣਕ, ਗੇਹੂੰ ਜਾਂ ਚਾਵਲ ਨਹੀਂ। ਬਾਬਾ ਜੀ ਨੇ ਸ਼ਬਦ ਵਰਤਿਆ ਜਿੰਨੇ ਵੀ ਅੰਨ ਦੇ ਦਾਣੇ ਨੇ, ਜਿਹੜੀ ਖੁਰਾਕ ਆਪਾਂ ਅੰਨ ਰਾਹੀਂ ਲੈਂਦੇ ਹਾਂ। ਸਤਿਗੁਰੂ ਕਹਿੰਦੇ ਨੇ ਕਿਸੇ ਵੀ ਤਰ੍ਹਾਂ ਦਾ ਅੰਨ ਹੈ ਉਸ ਦੇ ਅੰਦਰ ਪਰਮਾਤਮਾ ਨੇ ਜੀਵ ਤੱਤ ਪੈਦਾ ਜ਼ਰੂਰ ਕੀਤਾ ਹੈ, ਕਿਉਂਕਿ ਉਹਦੇ ਆਨੰਦ ਦੀ ਤਾਕਤ ਹੈ। ਸਾਹਿਬ ਕਹਿੰਦੇ ਨੇ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਕੋਈ ਦਾਣਾ ਐਸਾ ਨਹੀਂ ਜਿਸ ਵਿੱਚ ਜਿੰਦ ਨਹੀਂ, ਜਿਸ ਵਿੱਚ ਜੀਓ ਨਹੀਂ। ਤੇ ਨਾਲ ਸ਼ਬਦ ਵਰਤਿਆ ਪਹਿਲਾਂ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਤਾਂ ਪਾਣੀ ਹੀ ਇੱਕ ਜੀਵ ਹੈ, ਉਹਦੇ ਵਿੱਚ ਸੂਤਕ ਆ ਗਿਆ। ਜਦੋਂ ਆਪਾਂ ਪਾਣੀ ਪੀਂਦੇ ਹਾਂ ਤੇ ਕਿੰਨੇ ਜੀਵ ਜਿਹੜੇ ਨੇ ਉਹ ਜੰਮੇ ਹੋਏ ਸਾਡੇ ਸਰੀਰ ਦੇ ਵਿੱਚ ਚਲੇ ਜਾਂਦੇ ਨੇ। ਪਾਣੀ ਵੀ ਸੂਤਕ ਹੋ ਗਿਆ। ਫਿਰ ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਸਤਿਗੁਰੂ ਨੇ ਇੱਥੇ ਬਹੁਤ ਸੋਹਣੀ ਉਦਾਹਰਨ ਦਿੱਤੀ। ਸੂਤਕ ਕਿਉਂ ਕਰ ਰੱਖੀ ਹੈ? ਸੂਤਕ ਪਵੈ ਰਸੋਏ। ਸਾਡੀ ਰਸੋਈ ਵਿੱਚ ਵੀ ਸੂਤਕ ਵਰਤਦਾ ਹੈ ਤੇ ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਅਸ਼ੁੱਧੀ ਤੋਂ, ਅਪਵਿੱਤਰਤਾ ਤੋਂ ਕਿਵੇਂ ਬਚਾ ਸਕਣਾ ਹੈ। ਇਸ ਬਾਹਰਮੁਖੀ ਸੂਤਕ ਦੇ ਸੰਬੰਧ ਵਿੱਚ ਹਜ਼ੂਰ ਨੇ ਦਲੀਲ ਦੇ ਕੇ
ਜਿਹੜੀ ਸੂਤਕ ਦੀ ਪਰਿਭਾਸ਼ਾ ਇਨਸਾਨ ਦੇ ਅੰਦਰ ਦੀ ਕੀਤੀ, ਮੇਰਾ ਖਿਆਲ ਇਹ ਕਿਤੇ ਵੀ ਸੂਤਕ ਤੁਹਾਨੂੰ ਕਿਸੇ ਧਰਮ ਗ੍ਰੰਥ 'ਚੋਂ ਨਹੀਂ ਮਿਲੇਗਾ। ਸਤਿਗੁਰੂ ਨੇ ਕਿਹਾ ਅਪਵਿੱਤਰਤਾ ਕੀ ਹੈ, ਸੂਤਕ ਕੀ ਹੈ। ਪੈਦਾਇਸ਼ ਹੋ ਜਾਣੀ ਸੰਤਾਨ ਦੀ ਸੂਤਕ ਨਹੀਂ, ਪਰਿਵਾਰ ਵਿੱਚ ਕਿਸੇ ਦੀ ਡੈਥ ਹੋ ਜਾਣੀ, ਮੌਤ ਹੋ ਜਾਣੀ ਪਾਤਕ ਅਸ਼ੁੱਧੀ ਨਹੀਂ। ਸਭ ਤੋਂ ਪਹਿਲਾਂ ਤਾਂ ਤੇਰੇ ਸਰੀਰ ਦੇ ਇੰਦਰੀਆਂ ਨੂੰ ਸੂਤਕ ਲੱਗਾ, ਆ ਇਹਨਾਂ ਦੀ ਸ਼ੁੱਧੀ ਕਰ। ਬੱਚੇ ਦੀ ਪੈਦਾਇਸ਼ ਨਾਲ ਤਾਂ ਇਸ਼ਨਾਨ ਪਾਨ ਕਰਕੇ ਗੋਮੂਤਰ ਨਾਲ ਗੰਗਾ ਜਲ ਨਾਲ ਮੰਤਰ ਪੜ੍ਹ ਕੇ ਤੂੰ ਸ਼ੁੱਧੀ ਕਰਨਾ ਪਿਆ। ਆਪਣੇ ਸਰੀਰ ਦੇ ਇੰਦਰੀਆਂ ਵੱਲ ਝਾਤੀ ਮਾਰ, ਤੇਰੇ ਤਾਂ ਸਰੀਰ ਦੇ ਇੰਦਰੀਆਂ ਨੂੰ ਸਾਰਿਆਂ ਨੂੰ ਸੂਤਕ ਲੱਗਾ ਹੋਇਆ ਹੈ। ਉਹਦੇ ਵਿੱਚ ਅਸੀਂ ਰਾਤ ਵਿਚਾਰਿਆ ਸੀ ਕਿ ਮਨ ਕਾ ਸੂਤਕ ਲੋਭ ਹੈ, ਤੇਰੇ ਅੰਦਰ ਤੇਰੀ ਲਾਲਚ ਦੀ ਬਿਰਤੀ ਹੈ, ਇਹ ਤੇਰੇ ਮਨ ਨੂੰ ਸੂਤਕ ਲੱਗਾ ਹੋਇਆ। ਇਹ ਸੂਤਕ ਕਦੀ ਉਤਾਰਨ ਦਾ ਯਤਨ ਕੀਤੇ? ਜਿਸ ਦਿਨ ਤੀ ਤੂੰ ਸੁਰਤ ਸੰਭਾਲੀ, ਹੋਸ਼ ਆਈ, ਮਰਦੇ ਦਮ ਤੱਕ ਤੇਰਾ ਲਾਲਚ ਖਹਿੜਾ ਨਹੀਂ ਛੱਡਦਾ ਪਿਆ। ਅੰਦਰ ਦੀ ਜਿਹੜੀ ਲਾਲਚ ਵਾਲੀ ਤਮਾ ਵਾਲੀ ਬਿਰਤੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਮਨ ਦੀ ਅਪਵਿੱਤਰਤਾ ਅਸ਼ੁੱਧੀ ਹੈ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਜ਼ਬਾਨ ਤੋਂ ਕਿੰਨਾ ਕੁ ਝੂਠ ਬੋਲਣਾ ਸਵੇਰ ਤੱਕ, ਝੂਠ ਬੋਲ ਬੋਲ ਕੇ ਤੇਰੀ ਜ਼ਬਾਨ ਖੰਭ ਗਈ ਹੈ। ਤੇਰੀ ਜ਼ਬਾਨ ਨੂੰ ਅਪਵਿੱਤਰਤਾ ਝੂਠ ਦੀ ਹੈ। ਬੜੇ ਸਿੱਧੇ ਜਿਹੇ ਅਰਥ ਕਰਾਂ, ਮਨ ਦੀ ਅਸ਼ੁੱਧੀ ਅਪਵਿੱਤਰਤਾ ਲਾਲਚ ਹੈ, ਜ਼ਬਾਨ ਦੀ ਜੇਵਾ ਦੀ ਅਪਵਿੱਤਰਤਾ ਝੂਠ ਬੋਲਣਾ ਹੈ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਅੱਖੀਂ ਸੂਤਕ ਵੇਖਣਾ ਪਰ ਤ੍ਰਿਆ ਪਰ ਤਨ ਰੂਪ। ਅੱਖਾਂ ਨੂੰ ਸੂਤਕ ਪੈ ਗਿਆ ਪਰਾਏ ਸਰੀਰ ਨੂੰ ਦੇਖਣਾ। ਵਾਸ਼ਨਾ ਦੇ ਫੁਰਨੇ ਪੈਦਾ ਕਰਕੇ ਪਰਾਏ ਧਨ ਤੇ ਪਰਾਏ ਰੂਪ ਨੂੰ ਦੇਖਣਾ। ਤੇ ਸਤਿਗੁਰੂ ਜੀ ਸ਼ਬਦ ਵਰਦੇ ਨੇ, ਕੰਨੀ ਸੂਤਕ ਕੰਨ ਪਾਏ ਲਾ ਇਤਬਾਰੀ ਖਾਹੇ, ਕਿ ਜਦੋਂ ਤੂੰ ਚੁਗਲੀਆਂ ਕਰ ਕਰਕੇ ਆਪਣੇ ਕੰਨਾਂ ਨੂੰ ਖੁਰਾਕ ਦੇਣਾ, ਤੇਰੇ ਕੰਨਾਂ ਨੂੰ ਚੁਗਲੀ ਸੁਣਦਾ ਸੂਤਕ ਪੈ ਚੁੱਕਾ ਹੈ, ਅਪਵਿੱਤਰਤਾ ਹੈ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ। ਬੱਧੇ ਦਾ ਅਰਥ ਹੈ ਉਹਦੇ ਵਿੱਚ ਜੁੜੇ ਹੋਏ। ਕਹਿੰਦੇ ਨੇ ਜੇ ਤੇਰੇ ਮਨ ਵਿੱਚ ਲਾਲਚ ਦਾ ਸੂਤਕ ਹੈ, ਅਪਵਿੱਤਰਤਾ ਹੈ, ਜ਼ਬਾਨ ਵਿੱਚ ਝੂਠ ਦੀ ਅਪਵਿੱਤਰਤਾ ਹੈ, ਅੱਖਾਂ ਵਿੱਚ ਪਰ ਤਨ ਰੂਪ ਦੇਖਣ ਦੀ ਅਪਵਿੱਤਰਤਾ ਹੈ, ਤੇਰੇ ਕੰਨਾਂ ਵਿੱਚ ਚੁਗਲੀ ਦੀ ਖਾਣ ਦੀ ਅਪਵਿੱਤਰਤਾ ਹੈ, ਤੂੰ ਜਿਤਨਾ ਮਰਜੀ ਬਾਹਰੋਂ ਸ਼ੁੱਧ ਹੋ ਜਾ, ਹੰਸਾਂ ਵਰਗਾ ਚਿੱਟਾ ਹੋ ਜਾ, ਪਰ ਇਸ ਸੂਤਕ ਦਾ ਬੱਝਾ ਹੋਇਆ ਤੂੰ ਜਮਾਂ ਦੇ ਘਰ ਨੂੰ ਚਲਾ ਜਾਏਗਾ। ਸਤਿਗੁਰੂ ਨੇ ਫਿਰ ਬੇਨਤੀ ਸੁਣਿਓ। ਪਹਿਲਾਂ ਦਲੀਲ ਦਿੱਤੀ ਕਿ ਹਰ ਥਾਂ ਤੇ ਪੈਦਾਇਸ਼ ਹੋ ਰਹੀ ਹੈ, ਹਰ ਥਾਂ ਤੇ ਜੀਵ ਮਰਦੇ ਪਏ ਨੇ, ਪਾਣੀ ਵਿੱਚ ਜੰਮ ਰਹੇ ਨੇ, ਪਾਣੀ ਵਿੱਚ ਮਰ ਰਹੇ ਨੇ। ਸਾਡੇ ਸਵਾਸ ਵੀ ਮੈਂ ਰਾਤ ਅਰਜ਼ ਕੀਤੀ ਸੀ, ਇਹ ਵੀ ਤਾਂ ਜਨਮ ਤਾਂ ਮਰਨ ਹੈ। ਸਵਾਸ ਦਾ ਅੰਦਰ ਜਾਣਾ ਜਨਮ ਹੈ, ਸਵਾਸ ਦਾ ਬਾਹਰ ਨਿਕਲਣਾ ਮੌਤ ਹੈ। ਹਰ ਚੀਜ਼ ਵੀ ਸੂਤਕ ਵਰਤ ਰਿਹਾ। ਪਰ ਅੱਗੇ ਸਤਿਗੁਰੂ ਨੇ ਕਿਹਾ ਅਸਲ ਸੂਤਕ ਤੈਨੂੰ ਚੰਬੜਿਆ ਕੀ ਹੈ, ਉਹ ਫਿਰ ਸਾਡੇ ਅੰਦਰ ਦੇ ਇੰਦਰੀਆਂ ਦੀ ਵਾਸ਼ਨਾ ਦੀ ਮਲੀਨਤਾ ਨੂੰ ਦੱਸਿਆ। ਹੁਣ ਆਓ ਇਸ ਤੋਂ ਅੱਗੇ ਤੀਜਾ ਸ਼ਲੋਕ ਆਪਾਂ ਜੋ ਸਰਵਣ ਕੀਤਾ ਹੈ, ਇਹਦੇ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਸੂਤਕ ਕੁਛ ਵੀ ਨਹੀਂ ਹੁੰਦਾ। ਇਹ ਬਚਨ ਹੈ ਜੀ ਕਿ ਸਭੋ ਸੂਤਕ ਭਰਮ ਹੈ, ਦੂਜੈ ਲੱਗੈ ਜਾਏ। ਸਭੋ ਦਾ ਅਰਥ ਹੈ ਸਾਰਾ, ਉਹ ਭਾਵੇਂ ਪਾਣੀ ਦਾ ਹੋਵੇ ਭਾਵੇਂ ਅੰਨ ਦਾ ਹੋਵੇ। ਸਤਿਗੁਰੂ ਕਹਿੰਦੇ ਨੇ ਹਰ ਤਰ੍ਹਾਂ ਦੀ ਅਪਵਿੱਤਰਤਾ ਜਿਹੜੀ ਤੂੰ ਮੰਨੀ ਬੈਠਾ ਹੈ, ਇਹ ਭਰਮ ਹੈ, ਇਹ ਅਸ਼ੁੱਧੀ ਨਹੀਂ ਹੈਗੀ। ਅਸਲ 'ਚ ਭਰਮ ਲਫ਼ਜ਼ ਜਿਹੜਾ ਹੈ ਇਹਦੇ ਅਰਥ ਕੀ ਨੇ, ਥੋੜ੍ਹੀ ਜਿਹੀ ਬੇਨਤੀ ਕਰ ਦਿਆਂਗਾ। ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਇਹ ਸ਼ਬਦ ਵਰਤਿਆ ਗਿਆ, ਜਿਵੇਂ ਅਸੀਂ ਪੜ੍ਹਦੇ ਹਾਂ ਭਾਦਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਖੇਤ। ਅਸਲ 'ਚ ਭਰਮ ਲਫ਼ਜ਼ ਦੇ ਆਖਰੀ ਅਰਥ ਇਹ ਨੇ ਕਿ ਜਿਹੜੀ ਚੀਜ਼ ਸਾਨੂੰ ਨਜ਼ਰ ਆ ਰਹੀ ਹੈ, ਫਿਰ ਬੇਨਤੀ ਸੁਣੋ, ਭਰਮ ਦੇ ਅਰਥ ਨੇ ਕਿ ਜਿਹੜੀ ਚੀਜ਼ ਸਾਨੂੰ ਅੱਖਾਂ ਨਾਲ ਦੂਰੋਂ ਨਜ਼ਰ ਆ ਰਹੀ ਹੈ, ਜਦੋਂ ਨਜ਼ਦੀਕ ਜਾਈਏ ਜੋ ਕੁਝ ਅਸੀਂ ਦੂਰੋਂ ਸੋਚਿਆ ਨੇੜੇ ਜਾ ਕੇ ਉਹ ਹਕੀਕਤ ਵਿੱਚ ਕੁਝ ਵੀ ਨਾ ਹੋਵੇ। ਇਹਨੂੰ ਥੋੜ੍ਹੀ ਜਿਹੀ ਅਸੀਂ ਬਾਣੀ 'ਚੋਂ ਉਦਾਹਰਨ ਲਾਂਗੇ, ਬੜੀ ਸੌਖੀ ਸਮਝ ਪੈ ਜਾਏਗੀ। ਮੰਨ ਲਓ ਜਿਸ ਦਿਨ ਬਹੁਤ ਜ਼ਿਆਦਾ ਗਰਮੀ ਜ਼ਮੀਨ 'ਤੇ ਪੈਂਦੀ ਹੈ, ਜੂਨ ਦਾ ਮਹੀਨਾ, ਬੜੀ ਜ਼ਿਆਦਾ ਗਰਮੀ ਪੈਂਦੀ, ਅਤੇ ਸਾਨੂੰ ਕਈ ਵਜੇ ਮਾਰੂਥਲ ਨੂੰ ਦੇਖੀਏ ਜਿੱਥੇ ਰੇਤ ਦੇ ਟਿੱਬੇ ਨੇ, ਇੰਜ ਪ੍ਰਤੀਤ ਹੁੰਦਾ ਹੈ
ਕਿ ਜਿਵੇਂ ਰੇਤ ਦੇ ਟਿੱਬਿਆਂ ਤੋਂ ਪਾਣੀ ਦੀਆਂ ਤਰੰਗਾਂ ਸਾਡੇ ਵੱਲ ਆ ਰਹੀਆਂ, ਪਾਣੀ ਸਾਡੇ ਵੱਲ ਆ ਰਿਹਾ, ਜਾਂ ਆਪਾਂ ਸੜਕ ਤੇ ਚੱਲਨੇ ਜੂਨ ਦੇ ਮਹੀਨੇ 'ਚ ਗੱਡੀ ਚਲਾਉਂਦੇ ਆ ਜਾਂ ਤੁਰਦਿਆਂ ਹੋਇਆਂ ਆਪ ਦੇਖੋਗੇ ਕਿ ਅੱਧਾ ਕਿਲੋਮੀਟਰ ਦੂਰ ਇੰਜ ਪ੍ਰਤੀਤ ਹੁੰਦਾ ਜਿਵੇਂ ਸੜਕ ਦੇ ਉੱਤੇ ਪਾਣੀ ਖਲੋਤਾ ਹੋਇਆ ਹੈ, ਸੜਕ ਦੇ ਉੱਪਰ ਪਾਣੀ ਹੈ, ਸਾਡੀਆਂ ਅੱਖਾਂ ਨੂੰ ਪਾਣੀ ਦਿਸ ਰਿਹਾ ਹੈ, ਪਰ ਜਿਉਂ-ਜਿਉਂ ਆਪਾਂ ਨਜ਼ਦੀਕ ਜਾਂਦੇ ਆ ਪਾਣੀ ਹੈ ਹੀ ਕੋਈ ਨਹੀਂ। ਉਹ ਪਾਣੀ ਅੱਖਾਂ ਨੂੰ ਨਜ਼ਰ ਆ ਰਿਹਾ ਹੈ, ਪਰ ਪਾਣੀ ਦਰਅਸਲ ਹੈ ਨਹੀਂ। ਇਹਨੂੰ ਆਪਾਂ ਕਹਾਂਗੇ ਭ੍ਰਾਂਤੀ ਹੈ, ਇਹ ਭਰਮ ਹੈ। ਸਾਡੀਆਂ ਅੱਖਾਂ ਨੂੰ ਪਾਣੀ ਨਜ਼ਰ ਆਉਂਦਾ ਹੈ, ਮਨ ਫੈਸਲਾ ਕਰ ਲੈਂਦਾ ਹੈ ਕਿ ਸਾਹਮਣੇ ਪਾਣੀ ਚੱਲਿਆ ਆ ਰਿਹਾ ਹੈ, ਪਰ ਜਿਉਂ-ਜਿਉਂ ਆਪਾਂ ਨਜ਼ਦੀਕ ਜਾਣੇ ਆ ਪਾਣੀ ਨਾਮ ਦੀ ਬੂੰਦ ਵੀ ਕੋਈ ਨਹੀਂ ਹੁੰਦੀ। ਇਹ ਭਰਮ ਔਰ ਭ੍ਰਾਂਤੀ ਹੈ। ਮੈਂ ਅਰਜ਼ ਕਰਾਂਗਾ ਕਿ ਇਸੇ ਤਰ੍ਹਾਂ ਸੂਤਕ ਵੀ ਇੱਕ ਭਰਮ ਹੈ। ਸਤਿਗੁਰੂ ਕਹਿੰਦੇ ਨੇ ਪੈਦਾਇਸ਼ ਦਾ ਸੂਤਕ ਤੇ ਮਰਨ ਦਾ ਪਤ ਕੁਛ ਵੀ ਨਹੀਂ, ਇਹ ਸਿਰਫ ਬੰਦਰਾ ਭਰਮ ਪਾਲੀ ਬੈਠਾ ਹੈ। ਜਿਵੇਂ ਅਸੀਂ ਦੇਖਦੇ ਹਾਂ, ਇੱਕ ਉਦਾਹਰਨ ਬੜੀ ਦਿੱਤੀ ਜਾਂਦੀ ਹੈ ਕਿ ਰਾਤ ਨੂੰ ਹਨੇਰੇ ਵਿੱਚ ਰੱਸੀ ਦਾ ਟੁਕੜਾ ਪਿਆ ਹੋਵੇ, ਉਹ ਇੰਜ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਸੱਪ ਪਿਆ ਹੋਇਆ ਹੈ। ਸਾਡੇ ਅੰਦਰ ਡਰ ਜਾਂਦਾ ਹੈ, ਅਸੀਂ ਕੰਬ ਜਾਂਦੇ ਹਾਂ ਵੀ ਆ ਸਾਹਮਣੇ ਸੱਪ ਪਿਆ ਹੋਇਆ। ਬਾਬਾ ਜੀ ਨੇ ਬਾਣੀ 'ਚ ਸ਼ਬਦ ਵੀ ਇੱਕ ਵਰਤਿਆ ਹੈ ਕਿ ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਮਾਧਵੇ ਖੇ ਮਾਇਆ ਦੇ ਪਤੀ ਪਾਰ ਬ੍ਰਹਮ ਪਰਮੇਸ਼ਵਰ ਜੀ, ਕੀ ਕਹੀਏ ਭਰਮ ਇਸ ਨੂੰ ਕਿਹਾ ਜਾਂਦਾ ਹੈ, ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਕੁਝ ਆਪਾਂ ਮੰਨੀ ਬੈਠੇ ਖਾਂ ਵੈਸਾ ਅਸਲੀਅਤ ਵਿੱਚ ਹੋਵੇ ਨਾ। ਬੜਾ ਸੌਖਾ ਇਹਦੇ ਅਰਥ ਸਮਝ ਪੈਣਗੇ। ਸਭੋ ਸੂਤਕ ਭਰਮ ਹੈ, ਦੂਜਾ ਲੱਗਾ ਜਾਏ। ਬੇਨਤੀ ਕਰਾਂਗਾ ਕਿ ਦੇਖੋ, ਰਾਤ ਨੂੰ ਹਨੇਰੇ ਵਿੱਚ ਰੱਸੀ ਸੱਪ ਪ੍ਰਤੀਤ ਹੁੰਦੀ, ਪਰ ਇਹ ਹਨੇਰੇ ਕਰਕੇ ਭ੍ਰਾਂਤੀ ਹੈ, ਉਹ ਸੱਪ ਹੈ ਨਹੀਂ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਨ ਮਰਮ ਜਰਾਇਆ। ਭਗਤ ਰਵਿਦਾਸ ਸਾਹਿਬ ਜੀ। ਇੱਥੇ ਰਾਜਦਰ ਤੇ ਰਜੂ ਰੱਸੀ, ਭੁਜੰਗ ਦਾ ਅਰਥ ਤੇ ਸੱਪ। ਕਹਿੰਦੇ ਨੇ ਭਰਮ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਰੱਸੀ ਹਨੇਰੇ ਵਿੱਚ ਸੱਪ ਪ੍ਰਤੀਤ ਹੁੰਦੀ ਹੈ। ਲੋਕੀ ਇਸ ਪ੍ਰਸੰਗ ਤੋਂ ਜਾਣੂ ਨੇ। ਕਹਿੰਦੇ ਨੇ ਜਦੋਂ ਚਾਨਣ ਹੁੰਦਾ ਹੈ ਤੇ ਬੰਦਾ ਕਹਿੰਦਾ ਐਵੇਂ ਸਾਰੀ ਰਾਤ ਡਰਦਾ ਰਿਹਾ, ਇਹ ਤਾਂ ਰੱਸੀ ਦਾ ਟੁਕੜਾ ਸੀ। ਇਹਦਾ ਭਾਵ ਕੀ ਹੈ? ਅਸੀਂ ਕਈ ਪੁਸ਼ਤਾਂ ਤੋਂ ਡਰਦੇ ਆ ਰਹੇ ਹਾਂ ਪਰਿਵਾਰ 'ਚ। ਦੇਖੋ, ਇਹ ਸੂਤਕ ਹੋ ਗਿਆ, ਇਹ ਪਾਤਕ ਹੋ ਗਿਆ। ਸੱਚ ਇਹ ਵੇ ਕਿ ਅਗਿਆਨਤਾ ਦੇ ਹਨੇਰੇ ਵਿੱਚ ਸੂਤਕ ਤੇ ਪਾਤਕ ਅਸ਼ੁੱਧੀ ਅਪਵਿੱਤਰਤਾ ਹੈ। ਜਦੋਂ ਗਿਆਨ ਦਾ ਦੀਪਕ ਜਲਦਾ ਹੈ, ਚਾਨਣ ਹੋਵੇ ਤੇ ਪਤਾ ਲੱਗ ਜਾਂਦਾ ਹੈ ਵੀ ਲੋਕੋ ਇਹ ਸੱਪ ਨਹੀਂ, ਇਹ ਰੱਸੀ ਹੈ। ਤੇ ਜਦੋਂ ਗੁਰੂ ਦੇ ਸ਼ਬਦ ਦਾ ਚਾਨਣ ਗਿਆਨ ਪ੍ਰਕਾਸ਼ ਹੋਵੇ, ਉਦੋਂ ਸਮਝ ਪੈ ਜਾਂਦੀ ਏ ਪਤਾ ਨਹੀਂ ਕਿੰਨੇ ਜਨਮਾਂ ਤੋਂ ਕਿੰਨੇ ਪਰਿਵਾਰ, ਕਿੰਨੀਆਂ ਪੁਸ਼ਤਾਂ, ਕਈ ਪੀੜ੍ਹੀਆਂ ਸੂਤਕ ਪਾਤਕ ਕਹਿ ਕੇ ਅਪਵਿੱਤਰਤਾ ਕਹਿੰਦੀਆਂ ਰਹੀਆਂ। ਜਦੋਂ ਗੁਰੂ ਨੇ ਸ਼ਬਦ ਦੀ ਰੋਸ਼ਨੀ ਦਿੱਤੀ ਤੇ ਸੂਤਕ ਤੇ ਪਾਤਕ ਵਾਲਾ ਭਰਮ ਆਪਣੇ ਆਪ ਹੀ ਅੰਦਰੋਂ ਨਿਕਲ ਗਿਆ। ਅੱਗੇ ਆਓ ਥੋੜਾ ਜਿਹਾ ਦੇਖੀਏ। ਸਤਿਗੁਰੂ ਕਹਿੰਦੇ ਨੇ ਜਿਹਨੂੰ ਤੂੰ ਅਸ਼ੁੱਧੀ ਕਹਿ ਰਿਹਾ, ਇਹ ਤਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਭਾਣੇ 'ਚ ਵਾਪਰਦਾ, ਇਹ ਵਾਹਿਗੁਰੂ ਦੇ ਹੁਕਮ 'ਚ ਵਾਪਰਦਾ ਪਿਆ। ਜਿਸ ਅੰਨ ਪਾਣੀ ਨੂੰ ਤੂੰ ਅਪਵਿੱਤਰ ਕਹਿ ਰਿਹਾ, ਇਸ ਪਰਿਵਾਰ ਦੀ ਰੋਟੀ ਪਾਣੀ ਨਹੀਂ ਖਾਣਾ, ਇਹ ਸੂਤਕ ਵਾਲਾ ਘਰ ਹੈ। ਮਹਾਰਾਜ ਕਹਿੰਦੇ ਨੇ ਰੱਬ ਦੀ ਦਿੱਤੀ ਦਾਤ ਹੈ। ਸਭੋ ਸੂਤਕ ਭਰਮ ਹੈ, ਦੂਜੈ ਲੱਗਾ ਜਾਏ। ਤੇ ਮਹਾਰਾਜ ਕਹਿੰਦੇ ਜੰਮਣ ਮਰਨਾ ਹੁਕਮ ਹੈ। ਮੈਂ ਇਸ ਤੁਕ ਤੇ ਅੱਜ ਅਰਜ਼ ਕਰਨੀ ਚਾਹੁੰਦਾ। ਜੰਮਣ ਇਹਦਾ ਅਰਥ ਹੈ ਜਨਮ, ਪਰ ਚੇਤੇ ਰੱਖਿਓ ਪਾਠ ਇੱਥੇ ਜੰਮਣ ਹੀ ਕਰਨਾ ਨਾਣੇ ਨਾਲ ਹੈ, ਤੇ ਨਾਲ ਸ਼ਬਦ ਹੈ ਮਰਨਾ। ਇਹ ਵੀ ਮਰਨਾ ਨਹੀਂ, ਨਾਣੇ ਨਾਲੇ ਮਰਨਾ। ਜਨਮ ਤੇ ਮਰਨ ਅਰਥ ਇਹ ਨੇ, ਜਨਮ ਅਤੇ ਮੌਤ। ਬਾਬਾ ਜੀ ਕਹਿੰਦੇ ਨੇ ਹੁਕਮ ਹੈ, ਇਹ ਤਾਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦਾ ਆਪਣਾ ਹੁਕਮ ਹੈ। ਭਾਣੇ ਆਵੇ ਜਾਏ, ਪਰਮਾਤਮਾ ਦੇ ਭਾਣੇ ਵਿੱਚ ਜੀਵ ਜਨਮ ਲੈਂਦਾ ਹੈ ਤੇ ਪਰਮਾਤਮਾ ਦੇ ਭਾਣੇ ਵਿੱਚ ਜੀਵ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜੇ ਰੱਬ ਦਾ ਭਾਣਾ ਹੁਕਮ ਨਾ ਹੋਵੇ ਤੇ ਇਨਸਾਨ ਦਾ ਜਨਮ ਕਿਉਂ ਹੋਵੇ? ਕਿਉਂਕਿ ਇੱਥੇ ਜੰਮਣ ਮਰਨਾ ਤਾਂ ਸ਼ਬਦ ਵਰਤਿਆ, ਪਰ ਕਰਨ ਚੱਲ ਰਿਹਾ ਸੂਤਕ ਔਰ ਪਾਤਕ ਵਾਲਾ। ਜੰਮਣ ਮਰਨਾ ਹੁਕਮ ਹੈ, ਜਨਮ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ ਤੇ ਪਿਆਰਿਓ ਮਰਨਾ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ। ਅਸੀਂ ਜਦੋਂ ਪਾਠ ਕਰਨੇ
ਇੱਥੇ ਸਤਿਗੁਰੂ ਨੇ ਦੋ ਸ਼ਬਦ ਵਰਤੇ ਨੇ ਜੀ। ਇੱਕ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਕਿ ਭਾਣੈ, ਇੱਕ ਸ਼ਬਦ ਵਰਤਿਆ ਹੁਕਮ, ਕਿ ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਅਕਸਰ ਜਿਹੜਾ ਹੁਕਮ ਤੇ ਭਾਣਾ ਲਫ਼ਜ਼ ਹੈ ਨਾ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਇਸ ਸ਼ਬਦ ਨੂੰ ਅਸੀਂ ਦੁਖਾਂਤ ਨਾਲ ਤੇ ਮੌਤ ਨਾਲ ਜੋੜਿਆ ਹੋਇਆ। ਫਿਰ ਬੇਨਤੀ ਸੁਣਿਓ, ਇੱਥੇ ਜਨਮ ਨਾਲ ਇਹ ਸ਼ਬਦ ਨਹੀਂ ਵਰਤਿਆ ਕਿ ਜਨਮ ਤਾਂ ਉਹਦੀ ਖੁਸ਼ੀ ਹੈ ਤੇ ਮਰਨਾ ਉਹਦਾ ਭਾਣਾ ਹੈ। ਇੱਥੇ ਜਨਮ ਨੂੰ ਇਹ ਨਹੀਂ ਕਿਹਾ ਕਿ ਜਨਮ ਪਰਮਾਤਮਾ ਦੀ ਪ੍ਰਸੰਨਤਾ ਹੈ ਤੇ ਮੌਤ ਪਰਮਾਤਮਾ ਦਾ ਜਿਹੜਾ ਇਹ ਭਾਣਾ ਤੇ ਹੁਕਮ ਹੈ। ਇੱਥੇ ਦੋਨੋਂ ਲਫ਼ਜ਼ ਨੇ ਕਿ ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਜੰਮਣਾ ਪੈਦਾਇਸ਼ ਹੋਣੀ ਤੇ ਮਰ ਜਾਣਾ ਬਿਨਸ ਜਾਣਾ, ਇਹ ਪਰਮਾਤਮਾ ਦਾ ਹੁਕਮ ਹੈ ਪਿਆਰਿਓ। ਉਹਦੇ ਭਾਣੇ ਵਿੱਚ ਆਵੈ ਦਾ ਅਰਥ ਹੈ ਬੰਦਾ ਜਨਮ ਲੈਂਦਾ ਹੈ, ਤੇ ਜਾਏ ਦਾ ਅਰਥ ਹੈ ਉਹਦੇ ਭਾਣੇ ਦੇ ਵਿੱਚ ਇਨਸਾਨ ਦੀ ਮੌਤ ਹੁੰਦੀ, ਇੱਥੋਂ ਕੂਚ ਕਰ ਜਾਂਦਾ ਹੈ। ਜੰਮਣਾ ਤੇ ਮਰਨਾ ਹੁਕਮ ਤੇ ਭਾਣਾ। ਅਸੀਂ ਸਤਿਗੁਰੂ ਦੇ ਅੰਮ੍ਰਿਤ ਬਚਨ ਆਨੰਦ ਸਾਹਿਬ ਦਾ ਪਾਠ ਕਰਨੇ ਆ। ਉਹਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਜਨਮ ਲਈ ਭਾਣਾ ਲਫ਼ਜ਼ ਵਰਤਿਆ ਹੈ। ਹਜ਼ੂਰ ਦਾ ਇਹ ਅੰਮ੍ਰਿਤ ਬਚਨ ਹੈ ਕਿ ਜਾਂ ਤਿਸ ਭਾਣਾ ਤਾਂ ਜੰਮਿਆ। ਉਹਦੇ ਭਾਣੇ ਤੋਂ ਬਿਨਾਂ ਜੀਵ ਦੀ ਪੈਦਾਇਸ਼ ਹੀ ਨਹੀਂ, ਉਹਦੇ ਹੁਕਮ ਤੋਂ ਬਿਨਾਂ ਜਨਮ ਹੈ ਹੀ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਜਨਮ ਨੂੰ ਅਪਵਿੱਤਰਤਾ ਕਹਿ ਰਿਹਾ ਹੈ, ਤੂੰ ਜਨਮ ਨੂੰ ਮਾੜਾਪਨ ਕਹਿ ਰਿਹਾ ਹੈ, ਪਰ ਸੱਚ ਇਹ ਵੇ ਕਿ ਜਿਤਨੀ ਪੈਦਾਇਸ਼ ਹੈ ਇਹ ਸਾਰਾ ਜਨਮ ਪਰਿਪੂਰਨ ਪਰਮਾਤਮਾ ਦੇ ਭਾਣੇ ਵਿੱਚ ਹੁਕਮ ਵਿੱਚ ਹੈ। ਜੰਮਣ ਮਰਨਾ, ਮਰਨਾ ਦਾ ਅਰਥ ਹੈ ਮੌਤ, ਮੌਤ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ। ਆਓ ਥੋੜ੍ਹੇ ਜਿਹੇ ਬਾਣੀ 'ਚੋਂ ਅਸੀਂ ਬਚਨ ਪੜ੍ਹਨੇ ਖਾਂ। ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਜੋ ਅਸੀਂ ਪੜ੍ਹਿਆ ਕਿ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਉਹਦਾ ਭਾਣਾ ਵਰਤਿਆ ਤੇ ਇਨਸਾਨ ਦਾ ਜਨਮ ਹੋਇਆ। ਤੇ ਜੇ ਉਹਦੇ ਭਾਣੇ ਵਿੱਚ ਜਨਮ ਹੋਇਆ, ਤੂੰ ਇਹਨੂੰ ਅਪਵਿੱਤਰ ਸੂਤਕ ਕਿਉਂ ਕਹਿ ਰਿਹਾ ਹੈ? ਉਹਦੇ ਭਾਣੇ ਵਿੱਚ ਇਨਸਾਨ ਜੰਮਦਾ। ਅਸੀਂ ਬਾਣੀ 'ਚ ਇੱਕ ਪਾਠ ਹੋਰ ਕਰਨੇ ਆ, ਕੱਲੇ ਆਵੇਂ ਨਾਨਕਾ। ਮਹਾਰਾਜ ਕਹਿੰਦੇ ਨੇ ਇਹ ਅਪਵਿੱਤਰ ਹੈ। ਪਰਮਾਤਮਾ ਨੇ ਜੀਵ ਨੂੰ ਘੱਲਿਆ, ਇਸ ਆਤਮਾ ਨੂੰ ਸਰੀਰ ਦਿੱਤਾ, ਉਸ ਦੇ ਘੱਲੇ ਖਾਏ ਜੀਆਂ ਨੂੰ ਸਰੀਰ ਮਿਲਿਆ। ਤੇ ਜਿਸ ਦਿਨ ਪਰਿਪੂਰਨ ਪਰਮਾਤਮਾ ਦਾ ਸੱਦਾ ਆਉਣਾ, ਉਸ ਦਿਨ ਚੱਲੇ ਜਾਣਾ। ਜੇ ਆਪ ਘੱਲਦਾ ਤੇ ਆਪ ਸੱਦਦਾ, ਤੂੰ ਸੂਤਕ ਤੇ ਪਾਤਕ ਅਪਵਿੱਤਰਤਾ ਕਿਤੋਂ ਪੈਦਾ ਕਰ ਲੈ? ਇਹਦਾ ਭਾਵ ਕਿਉਂਕਿ ਪ੍ਰਕਰਨ ਇਹਦਾ ਸੂਤਕ ਤੇ ਪਾਤਕ ਦਾ ਚੱਲੇਗਾ। ਸਾਹਿਬ ਕਹਿੰਦੇ ਨੇ ਘੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਹੇ। ਸੱਦੇ ਆਉਂਦੇ ਨੇ ਤੇ ਬੰਦਾ ਚੱਲ ਪੈਂਦਾ। ਅਸੀਂ ਰੋਜ਼ ਬਾਣੀ 'ਚ ਪੜ੍ਹਨੇ ਆ ਕਿ ਜੋਰ ਨਾ ਜੀਵਨ ਮਰਨ ਜੋਰ। ਆਪਣੀ ਮਰਜ਼ੀ ਨਾਲ ਅਸੀਂ ਆਏ ਆ, ਆਪਣੀ ਮਰਜ਼ੀ ਨਾਲ ਅਸਾਂ ਜਾਣਾ ਨਹੀਂ। ਸਾਡਾ ਜਨਮ ਵੀ ਉਹਦੇ ਹੁਕਮ ਵਿੱਚ, ਸਾਡੀ ਮੌਤ ਵੀ ਉਹਦੇ ਹੁਕਮ ਵਿੱਚ। ਸਤਿਗੁਰੂ ਕਹਿੰਦੇ ਨੇ, ਉਹ ਸੂਤਕ ਪਾਤਕ ਦਾ ਭਰਮ ਫੈਲਾਉਣ ਵਾਲੇ ਇਨਸਾਨ, ਤੂੰ ਇਸ ਗੱਲ ਨੂੰ ਕਿਉਂ ਨਹੀਂ ਸਮਝਦਾ? ਪੈਦਾਇਸ਼ ਤੇ ਮੌਤ ਪਰਿਪੂਰਨ ਪਰਮਾਤਮਾ ਦੇ ਆਪਣੇ ਹੁਕਮ ਵਿੱਚ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਪਣੇ ਸਾਡੇ ਵੱਸ 'ਚ ਕੁਝ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ ਇਹ ਸਰੀਰ ਲਿਆ। ਇਹ ਤਾਂ ਪਰਮਾਤਮਾ ਦੀ ਆਪਣੀ ਕਿਰਪਾ, ਉਹਦੀ ਬਖਸ਼ਿਸ਼ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਆਨੰਦ ਸਾਹਿਬ ਵਿੱਚ ਇਹ ਪੌੜੀ ਕਹੀ, ਇਹ ਸਰੀਰਾ ਮੇਰਿਆ ਖਰ ਤੁਮ ਮੈਂ ਜੋਤ ਰੱਖੀ। ਇਹ ਨਹੀਂ ਕਿਹਾ ਤੂੰ ਆਪਣੇ ਆਪ ਜੋਤ ਲਈ, ਪਰਮਾਤਮਾ ਨੇ ਤੇਰੇ ਵੀ ਦੋਜ ਟਿਕਾਈ। ਇਹ ਸਰੀਰਾ ਮੇਰਿਆ ਖਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ। ਤੂੰ ਤਾਂ ਸੰਸਾਰ ਵਿੱਚ ਆਇਆ, ਉਹਨੇ ਆਪਣੀ ਜੋਤ ਟਿਕਾਈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ 'ਚ ਨਾ ਸਾਨੂੰ ਬਹੁਤ ਸਾਰਾ ਸੰਵਾਦ ਮਿਲਦਾ ਬਾਣੀ 'ਚ। ਸੰਵਾਦ ਦਾ ਅਰਥ ਹੈ ਕਿ ਐਸੇ ਸ਼ਬਦ ਮਿਲਦੇ ਨੇ ਜਿਨ੍ਹਾਂ ਵਿੱਚ ਆਪ ਹੀ ਸਤਿਗੁਰੂ ਪ੍ਰਸ਼ਨ ਕਰਦੇ ਨੇ ਤੇ ਆਪ ਹੀ ਉੱਤਰ ਦਿੰਦੇ ਨੇ। ਉਹ ਸੰਵਾਦ ਰਚਾਉਣ ਦੇ ਲਈ ਮਹਾਰਾਜ ਕਈ ਵਾਰੀ ਕਿਸੇ ਪੰਛੀ ਨਾਲ ਗੱਲ ਕਰਦੇ ਨੇ। ਇਸ ਗੱਲ ਨੂੰ ਸੁਣਿਓ ਜਿਹੜੇ ਬਾਣੀ ਪੜ੍ਹਨ ਵਾਲੇ। ਕਈ ਵਾਰੀ ਮਹਾਰਾਜ ਸਰੋਵਰਾਂ ਨਾਲ ਗੱਲਾਂ ਕਰਦੇ ਨੇ। ਕਈ ਵਾਰੀ ਸਤਿਗੁਰੂ ਸੱਚ ਇਹ ਵੇ ਕਿ ਬਾਹਰ ਪਏ ਕੋਈ ਜੜ ਚੇਤਨ ਪਦਾਰਥਾਂ ਨਾਲ ਗੱਲਾਂ ਕਰਦੇ ਨੇ, ਪਰ ਰਚਾਉਂਦੇ ਉਹ ਸੰਵਾਦ ਨੇ। ਜਿਵੇਂ ਅਸੀਂ ਬਾਣੀ 'ਚ ਇੱਕ ਸ਼ਬਦ ਪੜ੍ਹਨੇ ਆ ਕਿ ਸਾਰਿਆਂ ਨੂੰ ਇਹ ਸ਼ਬਦ ਚੇਤੇ ਵੇ, ਬਾਬਾ ਫਰੀਦ ਸਾਹਿਬ ਦਾ ਸ਼ਬਦ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਅਸੀਂ ਕੋਇਲ
ਕੂਕਦੀ ਹੋਵੇ ਪੁੱਛ ਸਕਨੇ ਆ ਤੂੰ ਕਿਉਂ ਕਾਲੀ ਹੈ, ਕੂਕ ਕਿਉਂ ਰਹੀ। ਪਰ ਗੁਰੂ ਗ੍ਰੰਥ ਸਾਹਿਬ 'ਚ ਬਾਬੇ ਫਰੀਦ ਨੇ ਇੱਕ ਮਿੱਠੀ ਆਵਾਜ਼ ਵਿੱਚ ਬੋਲਦੀ ਕੂਕਦੀ ਕੋਇਲ ਨੂੰ ਕਿਹਾ ਕਿ ਤੇਰੇ ਗਲੇ ਵਿੱਚ ਸੋਜ ਹੈ, ਦਰਦ ਹੈ, ਤੇਰੇ ਨਗਮੇ ਦੇ ਵਿੱਚ ਬਿਰਹਾ ਹੈ, ਪਰ ਮੈਨੂੰ ਇੱਕ ਗੱਲ ਦੱਸ ਕਿ ਇੰਨੇ ਬਿਰਹਾ ਵਿੱਚ ਗਾਉਣ ਵਾਲੀਏ, ਇੰਨੇ ਸੋਜ ਵਿੱਚ ਗਾਉਣ ਵਾਲੀਏ, ਤੇਰੇ ਖੰਭਾਂ ਦਾ ਰੰਗ ਕਾਲਾ ਕਿਉਂ ਪੈ ਗਿਆ। ਹੁਣ ਉਹ ਗੱਲ ਕੋਇਲ ਨਾਲ ਕਰ ਰਹੇ ਨੇ, ਪਰ ਉੱਤਰ ਉਹ ਸ਼ਾਇਰ ਆਪ ਦੇ ਰਿਹਾ ਹੈ। ਉਹ ਰੱਬੀ ਸ਼ਾਇਰ ਕਹਿ ਰਿਹਾ ਹੈ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਉਹ ਕਹਿੰਦੀ ਆਪਣੇ ਪ੍ਰੀਤਮ ਕੇ ਖੋਂ ਬਿਰਹੈਂ ਜਾਲੀ। ਮੇਰੇ ਕਹਿਣ ਤੋਂ ਮੁਰਾਦ ਇੱਕ ਰੰਗ ਨੂੰ ਦੇਖ ਕੇ ਤੇ ਆਵਾਜ਼ ਨੂੰ ਦੇਖ ਕੇ ਗੱਲ ਬਾਬਾ ਫਰੀਦ ਸਾਹਿਬ ਬਿਰਹਾ ਦੀ ਕਰਨੀ ਚਾਹੁੰਦੇ ਨੇ ਕਿ ਬਿਰਹਾ ਕੀ ਹੈ, ਪਰ ਕੋਇਲ ਨਾਲ ਸੰਵਾਦ ਰਚਾ ਕੇ ਮਹਾਰਾਜ ਸੱਚੇ ਪਾਤਸ਼ਾਹ ਬਿਰਹਾ ਦੀ ਗੱਲ ਪੈ ਕਰਦੇ ਨੇ। ਮੈਂ ਬੇਨਤੀ ਕਰਾਂ, ਇਸੇ ਤਰ੍ਹਾਂ ਬਾਣੀ 'ਚ ਇੱਕ ਸ਼ਲੋਕ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ, 12 ਤੇ ਵਧੀਕ 'ਚ ਇਹ ਸ਼ਲੋਕ ਹੈ। ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨ, ਕਹਿ ਦੋਖੜੇ ਸੜਿਓ ਹੈ, ਕਾਲੀ ਹੋਈਆ ਦਿਓਰੀ ਨਾਨਕ ਮੈਂ ਧਨ ਭੰਗ। ਇਹ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਨੇ ਸਰੋਵਰ ਦਾ ਪਾਣੀ ਦਾ ਰੰਗ ਕਾਲਾ ਪੈ ਗਿਆ, ਉਸ ਦੇ ਪਾਣੀ ਵਿੱਚ ਕੀੜੇ ਪੈ ਗਏ, ਬਦਬੂ ਆਉਂਦੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਰੋਵਰ ਤੂੰ ਤਾਂ ਨਿਰਮਲ ਸੀ, ਤੇਰੇ ਵਿੱਚ ਕੀੜੇ, ਤੇਰੇ ਵਿੱਚ ਬਦਬੂ, ਤੇਰੇ ਪਾਣੀ ਦਾ ਰੰਗ ਕਾਲਾ ਸ਼ਾਹ ਕਿਉਂ ਪੈ ਗਿਆ। ਤੇ ਇੱਕ ਸੰਵਾਦ ਹੈ ਅੱਗੋਂ ਸਰੋਵਰ ਉੱਤਰ ਦਿੰਦਾ, ਜਾਣਾ ਪਾਣੀ ਨਾ ਲਾਂ ਜੈ ਸੇਤੀ ਮੇਰਾ ਸੰਗ। ਸਰੋਵਰ ਉੱਤਰ ਦੇ ਰਿਹਾ ਬਾਬਾ ਜੀ ਕਿ ਮੇਰੇ ਕਾਲੇਪਨ ਦਾ, ਮੇਰੇ ਕੀੜਿਆਂ ਦਾ, ਮੇਰੀ ਬਦਬੂ ਦਾ ਇੱਕੋ ਕਾਰਨ ਹੈ ਕਿ ਜਿਸ ਸੋਮੇ ਤੋਂ ਮੇਰੇ ਵਿੱਚ ਪਾਣੀ ਆਉਂਦਾ ਸੀ, ਸੱਚ ਇਹ ਕਿ ਮੇਰਾ ਸੋਮੇ ਨਾਲੋਂ ਸੰਬੰਧ ਟੁੱਟ ਗਿਆ ਹੈ। ਜਿਸ ਜਗ੍ਹਾ ਤੋਂ ਪਾਣੀ ਆ ਰਿਹਾ, ਜਦੋਂ ਜਿਸ ਨਾਲ ਆਪਾਂ ਜੁੜੇ ਹਾਂ ਉਹਦੇ ਤੋਂ ਟੁੱਟ ਗਏ ਤੇ ਫਿਰ ਆਪਣੇ ਆਪ ਹੀ ਅੰਦਰ ਬਿਮਾਰੀ ਨੇ ਜਨਮ ਲੈਣਾ। ਮੈਂ ਬੇਨਤੀ ਕਰਾਂਗਾ, ਇੱਕ ਸੰਵਾਦ ਹੈ, ਸਰੋਵਰ ਨੂੰ ਪੁੱਛਿਆ ਜਾ ਰਿਹਾ, ਪਰ ਕਰਨ ਤੋਂ ਦੂਰ ਨਹੀਂ ਜਾਵਾਂਗਾ। ਉਹਦੇ ਹੁਕਮ ਵਿੱਚ ਆਪਾਂ ਜਿੰਦ ਲੈ ਕੇ ਸਰੀਰ ਵਿੱਚ ਬੈਠੇ ਹਾਂ, ਨਾ ਆਪਣੀ ਮਰਜ਼ੀ ਨਾਲ ਆਏ ਹਾਂ ਤੇ ਨਾ ਆਪਣੀ ਮਰਜ਼ੀ ਨਾਲ ਜਾਣਾ ਹੈ। ਉਹਦੇ ਭਾਣੇ ਵਿੱਚ ਆਏ ਹਾਂ, ਉਹਦੇ ਹੁਕਮ 'ਚ ਆਏ ਹਾਂ, ਉਹਦੇ ਭਾਣੇ ਵਿੱਚ ਚਲੇ ਜਾਣਾ। ਸਾਡਾ ਜਨਮ ਵੀ ਭਾਣਾ ਹੈ, ਸਾਡੀ ਮੌਤ ਵੀ ਹੁਕਮ ਹੈ, ਭਾਣਾ ਹੈ। ਆਓ ਮੈਂ ਇੱਕ ਸੰਵਾਦ ਗੁਰੂ ਗ੍ਰੰਥ ਸਾਹਿਬ 'ਚ ਹੈ, ਮਾਰੂ ਰਾਗ 'ਚ ਇਹ ਸ਼ਬਦ ਹੈ ਜੀ, ਪਰ ਇਹਨੂੰ ਸਮਝਾਉਣ ਲਈ ਮਹਾਰਾਜ ਜੀ ਨੇ ਨਾ ਬਹੁਤ ਕਮਾਲ ਦੀ, ਇਉਂ ਕਹਿ ਲਓ ਸ਼ਬਦ ਵਿੱਚ ਜਿਹੜਾ ਸਤਿਗੁਰੂ ਨੇ ਰੰਗ ਭਰਿਆ, ਜਿਹੜਾ ਚਿੱਤਰਨ ਕੀਤਾ ਹੈ। ਜਿਵੇਂ ਇੱਕ ਪਤੀ ਤੇ ਪਤਨੀ ਆਪਸ ਵਿੱਚ ਗੱਲਬਾਤ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਸਤਿਗੁਰਾਂ ਨੇ ਆਤਮਾ ਦੀ ਤੇ ਬੌਡੀ ਦੀ, ਆਤਮਾ ਦੀ ਤੇ ਕਾਇਆ ਦੀ, ਇਹਨਾਂ ਦੋਨਾਂ ਦੀ ਆਪਸੀ ਗੱਲਬਾਤ ਕਰਾਈ। ਮੈਂ ਫਿਰ ਅਰਜ਼ ਕਰਾਂਗਾ, ਇਸ ਪ੍ਰਮਾਣ ਨੂੰ ਇਸ ਕਰਕੇ ਬੇਨਤੀ ਕਰ ਰਿਹਾ ਕਿ ਸਤਿਗੁਰੂ ਕਹਿੰਦੇ ਨੇ ਜਿਸ ਨੂੰ ਤੂੰ ਜਨਮ ਨੂੰ ਅਪਵਿੱਤਰਤਾ ਕਹਿ ਰਿਹਾ ਸੂਤਕ ਸ਼ਬਦ ਨਾਲ, ਤੇ ਜਿਸ ਮੌਤ ਨੂੰ ਤੂੰ ਪਾਤਕ ਕਹਿ ਰਿਹਾ ਅਸ਼ੁੱਧੀ ਕਹਿ ਕੇ, ਉਹ ਭਲਿਆ ਨਾ ਬੰਦਾ ਮਰਜ਼ੀ ਨਾਲ ਜੰਮਦਾ, ਨਾ ਮਰਜ਼ੀ ਨਾਲ ਮਰਦਾ, ਇਹ ਤਾਂ ਰੱਬ ਦੇ ਭਾਣੇ ਵੀ ਸਭ ਕੁਝ ਚੱਲ ਰਿਹਾ। ਤੈਨੂੰ ਉਹਦਾ ਭਾਣਾ ਅਪਵਿੱਤਰ ਲੱਗਦਾ, ਤੈਨੂੰ ਉਹਦੀ ਰਜ਼ਾ ਅਸ਼ੁੱਧ ਲੱਗਦੀ ਹੈ। ਉੱਥੇ ਸਤਿਗੁਰੂ ਦੇ ਬੜੇ ਪਿਆਰੇ ਬਚਨ ਨੇ, ਹਜ਼ੂਰ ਦਾ ਇਹ ਅੰਮ੍ਰਿਤ ਬੋਲ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਕਾਇਆ ਪਤਨੀ ਹੈ, ਆਤਮਾ ਪਤੀ। ਗੱਲ ਧਿਆਨ ਨਾਲ ਸੁਣਿਓ, ਕਿਉਂਕਿ ਇਸ ਪ੍ਰਮਾਣ ਨਾਲ ਪਤਾ ਲੱਗ ਜਾਏਗਾ ਕਿ ਹੁਕਮ ਵਿੱਚ ਹੀ ਆਉਂਦਾ ਹੈ ਜੀਵ ਤੇ ਭਾਣੇ ਵਿੱਚ ਹੀ ਚਲਾ ਜਾਂਦਾ ਹੈ। ਆਤਮਾ ਪਤੀ ਹੈ ਤੇ ਕਾਇਆ ਜਿਹੜੀ ਸਰੀਰ ਕਹਿ ਲਓ, ਦੇਹੀ ਕਹਿ ਲਓ, ਇਹ ਪਤਨੀ ਹੈ, ਇਹ ਇਸਤਰੀ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਘਰ ਵਿੱਚ ਪਤਨੀ ਆਪਣੇ ਪਤੀ ਨਾਲ ਗੱਲਬਾਤ ਕਰਦੀ ਹੈ, ਇਸੇ ਤਰ੍ਹਾਂ ਇਹ ਕਾਇਆ ਪਤਨੀ ਆਤਮਾ ਪਤੀ ਨਾਲ ਗੱਲ ਸ਼ੁਰੂ ਕਰਦੀ ਏ ਤੇ ਇਹ ਸ਼ਬਦ ਕਹਿ ਰਹੀ ਹੈ ਪਤੀ ਕਿ ਤੂੰ ਮੇਰੇ ਘਰ ਵਿੱਚੋਂ ਕਦੀ ਬਾਹਰ ਨਾ ਜਾਈਂ। ਆਮ ਤੌਰ ਤੇ ਪਤੀ ਪਰਦੇਸ਼ ਚਲਾ ਜਾਏ, ਘਰ ਵਿੱਚੋਂ ਕਾਰੋਬਾਰ ਲਈ ਆਦਮੀ ਬਾਹਰ ਜਾਂਦੇ ਨੇ, ਔਰਤ ਇਹ ਨਹੀਂ ਕਹਿੰਦੀ ਜੇ ਤੂੰ 8-7 ਘੰਟੇ ਬਾਹਰ ਨਿਕਲਿਆ ਤੇ ਮੇਰੀ ਡੈਥ ਹੋ ਜਾਏਗੀ। ਉੱਥੇ ਮਹਾਰਾਜ ਕਹਿੰਦੇ ਨੇ ਕਾਇਆ ਪਤਨੀ ਕਹਿ ਰਹੀ ਏ ਆਤਮਾ ਪਤੀ ਕਿ ਮੇਰੇ ਨਾਲ ਇੱਕ ਵਾਅਦਾ ਕਰੀ ਤੂੰ। ਆਤਮਾ ਪੁੱਛਦਾ ਕੀ?
ਤੇ ਕਾਇਆ ਕਹਿ ਰਹੀ ਹੈ ਜਿੰਨੀ ਦੇਰ ਤੱਕ ਤੂੰ ਮੇਰੇ ਅੰਦਰ ਟਿਕਿਆ, ਮੇਰੇ ਘਰ ਵਿੱਚ ਹੈ, ਆਤਮਾ ਓਨੀ ਦੇਰ ਤੱਕ ਮੈਨੂੰ ਪਰਿਵਾਰ ਦੇ ਜੀਆਂ ਨੇ ਪਿਆਰ ਕਰਨਾ, ਓਨੀ ਦੇਰ ਤੱਕ ਮੈਨੂੰ ਸਾਰੇ ਚੰਗਾ ਕਹਿੰਦੇ ਨੇ, ਓਨੀ ਦੇਰ ਤੱਕ ਸਾਰੇ ਮੈਨੂੰ ਮੁਹੱਬਤ ਕਰਦੇ ਨੇ। ਪਰ ਚੇਤੇ ਰੱਖੀ, ਜਿਸ ਦਿਨ ਤੂੰ ਮੈਨੂੰ ਛੱਡ ਕੇ ਚਲਾ ਗਿਆ, ਤੂੰ ਮੇਰੇ ਵਿੱਚੋਂ ਨਿਕਲ ਗਿਆ, ਤੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਨਾ, ਇਹਨਾਂ ਮੈਨੂੰ ਅੱਗ ਵਿੱਚ ਫੂਕ ਕੇ ਆਉਣਾ ਹੈ। ਜਿਹੜੇ ਮੈਨੂੰ ਪਿਆਰ ਕਰਦੇ ਨੇ, ਇਹਨਾਂ ਨੇ ਮੇਰੇ ਸਰੀਰ ਦੀ ਬਣੀ ਕੋਈ ਰਾਖ, ਉਹਨੂੰ ਬੋਰੀ ਵਿੱਚ ਲਪੇਟ ਕੇ, ਕੱਪੜੇ 'ਚ ਲਪੇਟ ਕੇ ਵਗਦੇ ਪਾਣੀ ਸੱਟ ਆਉਣਾ। ਪਰ ਮੈਂ ਤੈਨੂੰ ਕਹਾਂਗਾ, ਤੇਰੇ ਕਰਕੇ ਮੇਰੀ ਕੀਮਤ ਹੈ, ਮੇਰੇ ਆਤਮਾ ਮੈਨੂੰ ਕਦੀ ਛੱਡ ਕੇ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਤਮਾ ਨੇ ਅਗਲਾ ਸ਼ਬਦ ਕਿਹਾ, ਕਹਿਣ ਲੱਗੇ ਭੋਲੀ ਕਾਇਆ ਤੈਨੂੰ ਸਮਝ ਕੋਈ ਨਹੀਂ, ਕਿਉਂਕਿ ਤੂੰ ਬਾਹਰ ਮੁਖੀ ਜੁੜੀ ਹੈ। ਕਹਿੰਦੇ ਨੇ ਨਾ ਤਾਂ ਮੈਂ ਮਰਜ਼ੀ ਨਾਲ ਕਦੀ ਕਿਸੇ ਵਿੱਚ ਆਇਆ, ਤੇ ਨਾ ਆਪਣੀ ਮਰਜ਼ੀ ਨਾਲ ਅਸੀਂ ਕਦੀ ਗਏ ਆ। ਸੱਚ ਜੇ ਆਤਮਾ ਕਹਿੰਦਾ ਹੈ ਤੂੰ ਭੁਲੇਖੇ 'ਚ ਹੈ, ਮੈਂ ਕਿਸੇ ਦੇ ਹੁਕਮ ਵਿੱਚ ਬੱਝਾ ਹੋਇਆ ਤੇਰੇ ਵਿੱਚ ਆਇਆ ਵਾਂ। ਤੇ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ, ਜਿਸ ਦੇ ਹੁਕਮ ਦਾ ਮੈਂ ਤੇਰੇ ਵਿੱਚ ਬੱਧਾ ਖਾਂ, ਜਿਸ ਦਿਨ ਮੈਨੂੰ ਸੱਦਾ ਆ ਗਿਆ, ਮੈਂ ਤੈਨੂੰ ਦੱਸ ਕੇ ਵੀ ਨਹੀਂ ਜਾਣਾ, ਮੈਂ ਛੱਡ ਕੇ ਤੈਨੂੰ ਚਲੇ ਜਾਣਾ। ਕਾਇਆ ਨੇ ਕਿਹਾ ਇੰਨੀ ਬੇਵਫਾਈ, ਇਹ ਮੈਂ ਸਾਰੇ ਬਚਨ ਬਾਣੀ 'ਚੋਂ ਕਹਿ ਰਿਹਾ, ਕੋਈ ਕਹਾਣੀ ਨਹੀਂ, ਮੈਂ ਸ਼ਬਦ ਵੀ ਆਪ ਜੀ ਨੂੰ ਸੁਣਾਵਾਂਗਾ। ਕਾਇਆ ਨੇ ਕਿਹਾ ਇੰਨੀ ਬੇਵਫਾਈ ਕਿ ਮੇਰੇ ਨਾਲ ਤੂੰ 50 ਸਾਲ 60 ਸਾਲ ਰਿਹਾ ਹੋਵੇਂ ਤੇ ਮੈਨੂੰ ਦੱਸ ਕੇ ਵੀ ਨਹੀਂ ਜਾਏਗਾ। ਆਤਮਾ ਕਹਿੰਦਾ ਸੱਚ ਏ ਵੇ ਜੋ ਮੈਂ ਤੈਨੂੰ ਕਹਿ ਰਿਹਾ, ਕਿ ਮੈਂ ਤੈਨੂੰ ਸਿਰਫ ਜਿੰਨੀ ਦੇਰ ਤੱਕ ਹੁਕਮ ਵਰਦਾ ਹੈ ਮੈਂ ਤੇਰੇ ਨਾਲ ਖਾਂ। ਹਕੀਕਤ ਇਹ ਵੇ ਕਿ ਜਦੋਂ ਮੈਨੂੰ ਸੱਦਾ ਆ ਗਿਆ, ਮੈਂ ਤੈਨੂੰ ਦੱਸਣਾ ਹੀ ਨਹੀਂ ਕਿ ਮੈਂ ਅਗਲੇ ਸਵਾਸ ਜਾਣਾ ਪਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਧਨ ਕਹੈ ਤੂੰ ਵਸ ਮੈਂ ਨਾਲੇ ਮਾਰੂ ਰਾਗ। ਧਨ ਦਾ ਅਰਥ ਹੈ ਇਸਤਰੀ, ਇਸਤਰੀ ਦਾ ਅਰਥ ਹੈ ਕਾਇਆ, ਬੌਡੀ। ਕਾਇਆ ਕਹਿ ਰਹੀ ਏ ਪਤੀ ਆਤਮਾ ਤੂੰ ਮੇਰੇ ਨਾਲ ਰਹੋ। ਮੈਂ ਇਹ ਪ੍ਰਮਾਣ ਤਾਂ ਲਿਆ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੈ ਜਾਏ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ। ਪ੍ਰੈ ਦਾ ਅਰਥ ਹੈ ਪਤੀ, ਸੁਖਵਾਸੀ ਤੇਰੇ ਕਰਕੇ ਮੇਰੇ ਅੰਦਰ ਸੁਖ ਹੈ, ਬਾਲ ਸਖਾਈ ਮੇਰੇ ਮਿੱਤਰ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤ ਹੀ ਨਾ ਲੇਖ ਹੈ। ਆਤਮਾ ਤੇਰੇ ਤੋਂ ਬਿਨਾ ਕਾਇਆ ਕਹਿੰਦੀ ਮੇਰੀ ਕੋਈ ਕੀਮਤ ਨਹੀਂ। ਜੇ ਸੱਚ ਜੇ ਨਾ, ਇੱਕ ਦਿਨ ਮੈਂ ਬੇਨਤੀ ਕੀਤੀ ਸੀ ਕਿ ਹੁਣ ਸਾਡੀ ਮੇਰੀ ਤੁਹਾਡੀ ਬਾਡੀ 'ਚ ਆਤਮਾ ਵਿਚਰ ਰਿਹਾ ਨਾ, ਕਿਸੇ ਨੂੰ ਡਰ ਨਹੀਂ ਲੱਗਦਾ। ਰਿਸ਼ਤੇਦਾਰ ਕਹਿਣਗੇ ਆਓ, ਪਰਿਵਾਰ ਕਹੇਗਾ ਜੀ ਆਇਆਂ ਨੂੰ। ਗੁਰੂ ਗ੍ਰੰਥ ਸਾਹਿਬ 'ਚ ਬਚਨ ਹੈ, ਇਹ ਅਕਸਰ ਸ਼ਬਦ ਗੁਰੂ ਕੇ ਕੀਰਤਨੀਏ ਭੋਗ ਵੇਲੇ ਪੜ੍ਹਦੇ ਆ, ਸਾਰੇ ਜੀ ਆਇਆਂ ਕਹਿੰਦੇ ਨੇ, ਕਹਿੰਦੇ ਦਰਸ਼ਨ ਕਰਕੇ ਬਾਗੋ ਬਾਗ ਹੋ ਗਏ ਆ। ਪਰ ਯਾਦ ਰੱਖਿਓ, ਜਿਸ ਦਿਨ ਇਸ ਬਾਡੀ ਵਿੱਚੋਂ ਆਤਮਾ ਨਿਕਲ ਗਿਆ ਨਾ, ਤੁਸੀਂ ਸੁਪਨੇ ਵਿੱਚ ਪਰਿਵਾਰ ਨੂੰ ਲਗਾਤਾਰ ਦਰਸ਼ਨ ਦੇਣੇ ਸ਼ੁਰੂ ਕਰ ਦਿਓ, ਪਰਿਵਾਰ ਨੂੰ ਦਿਸਣ ਲੱਗ ਪਵੇ ਇਨਸਾਨ, ਤੇ ਪਰਿਵਾਰ ਚਿੰਤਾ ਵੀ ਚਲਾ ਜਾਂਦਾ। ਉਹ ਮਰੇ ਹੋਏ ਦੇ ਸੁਪਨੇ ਨੂੰ ਬਰਦਾਸ਼ਤ ਨਹੀਂ ਕਰਦਾ। ਇਹ ਸਤਿਗੁਰੂ ਦੇ ਬੋਲ ਨੇ, ਤਿੱਚਰ ਵਸੈ ਸੁਖੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਜਿੱਦਨ ਸਾਥੀ ਨਿਕਲ ਗਿਆ ਮਿੱਟੀ ਹੋ ਜਾਣੀ ਹੈ। ਜਿੱਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ। ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਅੰਦਰੋਂ ਨਿਕਲ ਗਿਆ ਕਿਸੇ ਨੇ ਪੁੱਛਣੀ ਨਹੀਂ ਜੀ ਪਿਆਰਿਓ। ਹਜ਼ੂਰ ਕਹਿੰਦੇ ਨੇ ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤ ਕੀ ਨਾ ਲੇਖੈ, ਬਚਨ ਦੇ ਛੋੜ ਨਾ ਜਾ ਸਾਖੇ। ਮੇਰੇ ਨਾਲ ਵਾਅਦਾ ਕਰ, ਆਤਮਾ ਤੂੰ ਕਦੀ ਛੱਡ ਕੇ ਨਹੀਂ ਜਾਏਗਾ। ਅੱਗੋਂ ਫਿਰ ਦੇਖੋ ਆਤਮਾ ਕੀ ਕਹਿੰਦਾ, ਇਹਦਾ ਉੱਤਰ ਜੰਮਣ ਮਰਨਾ ਹੁਕਮ ਹੈ। ਆਤਮਾ ਕਹਿੰਦਾ ਫਿਰ ਕਹਿ ਆਖੋ ਹੁਕਮੀ ਬੰਦਾ, ਮੈਂ ਹੁਕਮ ਵਿੱਚ ਚੱਲਣਾ ਪਿਆ, ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਹੁਕਮ ਵਿੱਚ ਆਇਆ, ਮੈਨੂੰ ਸਰੀਰ ਦੇ ਦਿੱਤਾ, ਹੁਕਮ 'ਚ ਮੈਂ ਆ ਗਿਆ। ਫਿਰ ਕਹਿ ਆਖੋ ਹੁਕਮੀ ਬੰਦਾ, ਉਹ ਭਾਰੋ ਠਾਕੁਰ, ਉਹ ਮਾਲਕ ਸਭ ਤੋਂ ਵੱਡਾ ਜਿਹਦਾ ਹੁਕਮ ਚੱਲ ਰਿਹਾ। ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ, ਜਿੱਚਰ ਰਾਖੈ ਤਿੱਚਰ ਤੁਮ ਸੰਗ ਰਹਿਣਾ। ਕਿਉਂਕਿ ਜੰਮਣ ਮਰਨਾ ਹੁਕਮ ਹੈ। ਜਿੱਚਰ ਰਾਖੈ ਤਿੱਚਰ ਤੁਮ ਸੰਗ ਰਹਿਣਾ। ਜਾਂ ਸੱਦੇ ਤਾਂ ਊੜ ਸਿਧਾਸਾਗੇ। ਜਿੱਦਨ ਉਹਦਾ ਸੱਦਾ ਆਇਆ ਪਿਆਰਿਓ,
आत्मा कहता मैं उदन चले जाना है। मेरी एक बेनती है, जमना भी उहदा हुक्म है ते मौत भी उहदा भाणा है। महाराज कहते ने फिर उहदे जन्म ते मौत दे सिस्टम नूं तू कौन है जिहड़ा अशुद्ध अपवित्र सूतक पातक कह के उहदी इस रचना नहीं तू बेअदबी कर रहा है। सबो सूतक भरम है। महाराज कहते ने ये सारा सूतक जिहड़े ने ये भरम है, कुछ भी नहीं, असलीयत कुछ भी नहीं, झूठ है। महाराज कहते ने दूजा लगा जाए। जिस सूतक नूं लोग कह रहे ने ये दूजे नाल लग जाता है, दूजे दे नेड़े गया सूतक वाले दे घर गया सूतक लग जाता है। महाराज कहते ने जम्मण मरना हुक्म है, भाणे आवे जाए। इसे करके सतगुरु ने कहा कि कीता करना सरब रजाई, किच कीचै जे कर सकीए। ये सब ओदी रजा विच प्यारिओ। असी अपनी मर्जी नाल कौन आ जन्म लैण वाले ते साडी मौत वाले नहीं। महाराज कहते कीता करना सरब रजाई, किच कीचै जे कर सकीए। अपना कीता किछु ना होवे, ज्यों हर भावे त्यों रखिए। मेरे घर जियो सब को तेरा वश। ये जमन मरना हुक्म है, तेरे वश है। मेरे घर जियो सब को तेरा वश। ते महाराज कहते ने असां जोर नाही, साडे कोल की ताकत, असां जोर नाही। जे किच कर हम साकें, ज्यों पावै तिवें बख्श। जिवें तेनू चंगा लगदा है मेरे मालिक तू इस तरह बख्श लई। असल च ये तेरा हुक्म, तेरा पाना, तेरी रजा है। बेनती है जी, जन्म भी ओदे भाणे च लईए ते मरना भी ओदे हुक्म विच, ओदे भाणे विच है। इसे करके सतगुरु ने सूतक पातक दी थां ये शब्द वरत्या सी, ज्यों ज्यों तेरा हुक्म तिवें त्यों होवना, जह जह रखें आप तैं जाए खड़ोवना। जम्मण मरना हुक्म है, भाणे आवे जाए। ओदे भाणे विच आए हाँ, ओदे भाणे विच आपां चले जाना है। हजूर सच्चे पातशाह कहंदे ने खाना पीना पवित्र है। देतोन इहदा पाठ तत्ते ते होड़ा लगा। देतोन इहदा अर्थ है उसने दिता, जो उसने बख्शिश किया। खाना पीना पवित्र है। देतोन रिजक, रिजक दा अर्थ है रोजी। संबाहे, सबाहे पाठ नहीं करना, सस्से उत्ते टिप्पी लगी है। संबाहे इहदा अर्थ है इकट्ठा करना, इकत्तर करना। कहते ने तू ये कह रहे सूतक वाले दे घर दी रोटी नहीं खानी, इस दे घर दा पानी नहीं पीना, इस दे हत्थों कुछ नहीं लेना। महाराज कहते ने वो ये तां परमात्मा ने तेरे जन्म वेले तेरा रिज़िक इकट्ठा करके रखे है। खाना पीना अपवित्र नहीं। चेते रखी, सूतक घर वाले घर भी जे रोटी खाना वो भी पवित्र है, वो शुद्ध है। जे उस घर दा तू पानी पी रहा वो भी पवित्र है। खाना पीना पवित्र है। देतोन जिसने तेनू ये रिज़िक दिता है। देतोन रिज़िक संभाहे, जिस परमात्मा ने तेरे लिए रोजी इकट्ठी करके तेनू रिज़िक दे दिता। परमात्मा दे दिते कोई खाने नू पीने नू चेते रख, इनू अपवित्र मत कह। इत्थे दो बचन आ गए जी, ते ये भी इस गल नू क्लीयर करते हैं सूतक ते पातक बारे। महाराज कहते हैं जेकर किसी दे घर बच्चा जन्म लैंदा है तो रोटी खाना कोई अपराध नहीं। ये ना कही भी घर सूतक किसी रोटी नहीं खानी। जे किसी बंदे दी मौत हो गई, कहिए जी पातक इस दे घर दी रोटी नहीं खानी, ब्राह्मण नहीं सी खांदा। प्यारिओ मैं तो सवेरे सोच रहा सा, साडे घर विच जदों बंदे दी मौत हो जाए ना, ब्राह्मण मत कह रहा भी पातक हो गया। साडे विच तां संस्कार करन तो बाद सब तो पहला काम ये करते हैं, कड़ाह प्रसाद दी देग बना के गुरुद्वारे आके अरदास करते, पातक नूं खत्म कर देंदे ने। उत्थे वो कहंदा खाना कुछ नहीं, उत्थे सारिआं नूं कहंदे ने गुरुद्वारे जाना भी आपां अरदास करनी आ, लाणियां दा पाठ होना है, सारे देग लैके जाओ। वो सारे भरम नूं तोड़ के रख दिता। ज्ञानी ज्ञान सिंह ने अपने पंथ प्रकाश च लिखे, वो कहंदा सिंह सिंघनी जो मर जय हैं। ਇਹਦਾ मतलब जे कोई इस्त्री ਜਾਂ पुरुष ਸਿੰਘ ਜਾਂ ਸਿੰਘਣੀ ਦੀ मौत ਹੋਵੇ, ਬਾਟਤ ਹਲਵਾ ਤੁਰਤ ਬਣਾਏ ਹੈ। पंथ प्रकाश कहता ये लोग पातक करते भी इस घर का खाना कोई नहीं। कहता इत्थे तां सिख करदी ये ने कि जदों किसी की मौत हो जाए सिख के परिवार विच सब तो पहला काम ये करते हैं, खलवा लफ्ज वरत्या इहदा अर्थ देग।
ਕੜਾ ਪ੍ਰਸ਼ਾਦ ਦੀ ਦੇਗ। ਸਭ ਤੋਂ ਪਹਿਲਾ ਕੰਮ ਇਹ ਹੁੰਦਾ ਹੈ ਕਿ ਉਧਰ ਅਰਥੀ ਦਾ ਬੋਡੀ ਦਾ ਸੰਸਕਾਰ ਹੋ ਰਿਹਾ ਹੁੰਦਾ ਹੈ, ਉਧਰ ਗੁਰਦੁਆਰੇ ਦੇਗ ਬਣ ਰਹੀ ਹੁੰਦੀ ਹੈ। ਇਹ ਤਾਂ ਪਾਤਕ ਵਾਲੀ ਅਸ਼ੁੱਧੀ ਨੂੰ ਮੰਨਦੇ ਹੀ ਨਹੀਂ। ਸਿੰਘ ਸਿੰਘਨੀ ਜੇ ਮਰ ਜੈ ਹੈ, ਜੋ ਮਰ ਜੈ ਹੈ, ਬਾਟ ਤਖਲਵਾ ਤੁਰਤ ਬਨੈ ਹੈ। ਕਹਿਣ ਲੱਗੇ ਕਰਮ ਕਾਂਡ ਇਹ ਨਹਿ ਕਰਾਵੇਂ, ਗੰਗਾ ਖੱਡੀਆਂ ਨਹੀਂ ਐ ਪਾਵੇਂ। ਕਹਿੰਦਾ ਇਹ ਤਾਂ ਗੰਗਾ ਵਿੱਚ ਖੱਡੀਆਂ ਵੀ ਲੈ ਕੇ ਨਹੀਂ ਜਾਂਦੇ। ਇਹ ਵੈਸੇ ਮੈਂ ਪਿੱਛੇ ਵਿਚਾਰ ਕਰ ਚੁੱਕਾ, ਜੇ ਮੁਹਾਕਾ ਕਰਮ ਹੋਏ ਵਿੱਚ। ਪਰ ਇੱਥੇ ਬੇਨਤੀ ਹੈ, ਜਦੋਂ ਕਿਸੇ ਪ੍ਰਾਣੀ ਦੇ ਘਰ ਵਿੱਚ ਬੱਚਾ ਜਨਮ ਲੈ, ਸਿੱਧੀ ਗੱਲ ਇਹ ਵੇ, ਜੇ ਉਹ ਕਹਿਣ ਵੀ ਤੁਸੀਂ ਰੋਟੀ ਖਾਓ, ਪਾਣੀ ਪੀਓ, ਕੁਝ ਛਕੋ, ਜਿਹੜਾ ਬੰਦਾ ਇਸ ਕਰਕੇ ਨਹੀਂ ਖਾਏਗਾ ਵੀ ਉਹ ਸੂਤਕ ਉਸ ਘਰ ਦਾ, ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੇ ਮੱਤ ਤੋਂ ਕੋਹਾਂ ਦੂਰ ਹੈ। ਜੇ ਪਰਿਵਾਰ 'ਚ ਮੌਤ ਹੋ ਗਈ, ਡੈਥ ਹੋ ਗਈ, ਹੁਣ ਕਈ ਵਾਰੀ ਕੀ ਹੁੰਦਾ ਹੈ ਜੀ, ਕਿ ਮੈਂ ਵੀ ਦੇਖਿਆ ਕਿ ਜਿੰਨੀ ਦੇਰ ਤੱਕ ਬੋਡੀ ਘਰ 'ਚ ਪਈ ਰਹੇ, ਕਈ ਬੰਦੇ ਚੁੱਲ੍ਹੇ 'ਚ ਅੱਗ ਨਹੀਂ ਬਾਲਦੇ। ਮੰਨ ਲਓ ਸਰੀਰ ਘਰ 'ਚ ਪਿਆ ਹੈ, ਇਹ ਗੱਲ ਵੱਖਰੀ ਵੀ ਪਰਿਵਾਰ ਜਿਹੜਾ ਹੈ ਉਹ ਸਦਮੇ ਵਿੱਚ ਹੈ। ਰੋਟੀ ਪਕਾਉਣ ਵਾਲਾ ਕੋਈ ਨਹੀਂ, ਕੋਈ ਹੋਰ ਪਕਾ ਸਕਦਾ। ਪਰ ਜੇ ਇਹ ਕਹੀਏ ਜੀ ਬੋਡੀ ਪਈ ਇਸ ਘਰ 'ਚ ਚੁੱਲ੍ਹਾ ਨਹੀਂ ਬਾਲਣਾ ਕਿਉਂਕਿ ਇਹ ਤਾਂ ਪਾਤਕ ਵਾਲਾ ਘਰ ਹੈ, ਨਹੀਂ ਪਿਆਰਿਓ, ਕਈ ਵਾਰੀ ਕੀ ਹੁੰਦਾ ਹੈ, ਬੋਡੀ 2-2 3-3 ਦਿਨ ਰੱਖਣੀ ਪੈ ਜਾਂਦੀ ਹੈ ਘਰ ਵਿੱਚ ਹੀ, ਤੇ ਉਹ ਰੋਟੀ ਖਾ ਲੈਣੀ, ਕੋਈ ਅਪਵਿੱਤਰਤਾ ਨਹੀਂ। ਸੁਣੋ, ਇੱਥੇ ਤਾਂ ਚਲੋ ਇੱਕ ਦਿਨ ਰਾਤ ਰਹਿੰਦੇ। ਹੁਣ ਬਾਹਰ ਜਦੋਂ ਅਮਰੀਕਾ ਕੈਨੇਡਾ ਜਾਈਦਾ, ਜਦੋਂ ਕਿਸੇ ਬੰਦੇ ਦੀ ਡੈਥ ਹੁੰਦੀ ਹੈ, ਉਹ ਸਰੀਰ ਘਰ 'ਚ ਰੱਖ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਹਕੂਮਤਾਂ ਦਾ, ਉਹਨਾਂ ਮੁਲਕਾਂ ਦਾ ਕਾਨੂੰਨ ਹੈ ਕਿ ਡੈਥ ਤੋਂ ਬਾਅਦ ਉਹ ਜਿਹੜਾ ਸਰੀਰ ਫਿਊਨਲ ਹੋਮ ਵਿੱਚ ਜਾ ਕੇ ਫਰੀਜ਼ਰ ਵਿੱਚ ਰੱਖ ਦਿੰਦੇ। ਕਈ ਵਾਰੀ ਫਿਊਨਲ ਦੀ ਸੰਸਕਾਰ ਕਰਨ ਦੀ ਤਰੀਕ 10-10 ਦਿਨ ਨਹੀਂ ਮਿਲਦੀ, ਤੇ ਕੀ 10 ਦਿਨ ਉਹ ਪਰਿਵਾਰ ਰੋਟੀ ਨਹੀਂ ਖਾਏਗਾ? ਉਹ ਅਸ਼ੁੱਧ ਅਪਵਿੱਤਰ ਹੈ। ਉਹ ਬੋਡੀ ਜਿਹੜੀ ਹੈ, ਉਹ ਸਰੀਰ ਪਿਆ ਹੋਇਆ ਹੈ ਫਰੀਜ਼ਰ ਵਿੱਚ, ਪਰ ਪਰਿਵਾਰ ਜਿਹੜਾ ਉਹ ਘਰ ਰੋਟੀ ਵੀ ਖਾਂਦਾ ਹੈ, ਉਹ ਪ੍ਰਸ਼ਾਦਾ ਪਾਣੀ ਛਕਦੇ ਨੇ। ਸਤਿਗੁਰੂ ਇਹ ਗੱਲ ਸਮਝਾਉਂਦੇ ਪਏ ਨੇ ਕਿ ਜੇ ਕਿਸੇ ਦੀ ਮੌਤ ਹੋ ਜਾਏ ਤੇ ਇਸ ਕਰਕੇ ਰੋਟੀ ਨਾ ਛੱਡੋ ਕਿ ਇਸ ਘਰ ਵਿੱਚ ਪਾਤਕ ਅਪਵਿੱਤਰਤਾ ਆ ਗਈ। ਡੈਥ ਵੇਲੇ ਵੀ ਪ੍ਰਸ਼ਾਦਾ ਪਾਣੀ ਛਕ ਸਕਨੇ ਆ, ਤੇ ਚੇਤੇ ਰੱਖਿਓ ਆ ਜਨਮ ਵੇਲੇ ਵੀ ਪ੍ਰਸ਼ਾਦਾ ਪਾਣੀ ਛਕ ਸਕਦੇ ਆ। ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਉਹ ਅਪਵਿੱਤਰਤਾ ਨਹੀਂ। ਹੁਣ ਕਈ ਸੱਜਣ ਇਹਦੇ ਅਰਥ ਆਪਣੇ ਢੰਗ ਨਾਲ ਕਰ ਲੈਂਦੇ, ਕਿਉਂਕਿ ਸਾਡੇ ਬੰਦੇ ਬਾਣੀ ਦੀਆਂ ਤੁਕਾਂ ਲੈ ਲੈ ਕੇ ਆਪਣੀ ਮਰਜ਼ੀ ਦੇ ਅਰਥ ਕਰਦੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਕਿਉਂਕਿ ਜਿਹੜਾ ਬਿਜ਼ਨਸ ਹੈ ਨਾ, ਬਿਜ਼ਨਸ ਕਰਨ ਵਾਲਾ ਬੰਦਾ, ਖਿਮਾ ਕਰਿਓ, ਉਹ ਸਿਰਫ ਆਪਣਾ ਬਿਜ਼ਨਸ ਦੇਖਦਾ, ਉਹਨੂੰ ਗੁਰਮਤ ਨਾਲ ਇੰਨਾ ਲਗਾਓ ਨਹੀਂ ਹੁੰਦਾ। ਇਹਦਾ ਬਿਜ਼ਨਸ ਦਾ ਅਰਥ ਇਹ ਨਹੀਂ ਕਿ ਤੁਸੀਂ ਦੁਕਾਨਾਂ ਕਰਦੇ ਹੋ। ਮੰਨ ਲਓ ਕੁਛ ਸਟਿੱਕਰ ਬਣਾ ਕੇ ਵੇਚਦਾ, ਉਹਨੇ ਆਪਣਾ ਬਿਜ਼ਨਸ ਦੇਖਣਾ, ਉਹਨੇ ਇਹ ਨਹੀਂ ਦੇਖਣਾ ਦੁਕਾਨ। ਹੁਣ ਸਾਡੇ ਬੰਦੇ ਕਾਰਾਂ ਦੇ ਉੱਪਰ ਤੁਸੀਂ ਦੇਖਦੇ ਹੋ, ਸਾਹਮਣੇ ਫਰੰਟ ਉੱਤੇ ਲਿਖਿਆ ਹੁੰਦਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋਧੂ ਕੈਸਾ ਪਾਵੇ। ਕਈ ਵਾਰੀ ਪਿੱਛੇ ਲਿਖਿਆ ਹੁੰਦਾ ਇਹ ਪੇ ਦਾਤ ਤੇਰੀ ਦਾਤਾਰ, ਇਸ ਤਰ੍ਹਾਂ ਹੀ ਲਿਖਿਆ ਨਾ ਜੀ। ਬੜੀਆਂ ਕਾਰਾਂ ਗੱਡੀਆਂ ਮਿਲਦੀਆਂ ਤੁਹਾਨੂੰ। ਪਹਿਲੀ ਬੇਨਤੀ ਮੈਂ ਇਹ ਕਰਾਂਗਾ ਕਿ ਮੰਨ ਲਿਆ ਜਾਏ ਕਿ ਜਿਹੜੇ ਅੱਖਰ ਅਸੀਂ ਸ਼ੀਸ਼ੇ ਉੱਤੇ ਵੀ ਲਿਖੇ ਨੇ, ਇਹਦਾ ਅਰਥ ਇਹ ਨਹੀਂ ਕਿ ਜਿਹੜੇ ਪੋਥੀ ਵਿੱਚ ਗੁਟਕੇ ਵਿੱਚ ਕਾਗਜ਼ ਤੇ ਅੱਖਰ ਲਿਖੇ ਉਹ ਹੀ ਇਕੱਲੇ ਗੁਰੂ ਨੇ। ਤੁਸੀਂ ਪਲਾਸਟਿਕ ਦੇ ਅੱਖਰ ਬਣਾ ਕੇ ਵੀ ਕਿਸੇ ਰੂਪ ਵਿੱਚ ਲਿਖ ਲਓਗੇ, ਚੇਤੇ ਰੱਖੋ ਉਹਨਾਂ ਅੱਖਰਾਂ ਵਿੱਚ ਗੁਰੂ ਦੀ ਬਾਣੀ ਹੈ। ਉਹ ਮੈਟਲ ਦੇ ਵੀ ਕਿਉਂ ਨਾ ਬਣੇ ਹੋਣ, ਉਹ ਅੱਖਰਾਂ 'ਚ ਗੁਰੂ ਹੈ। ਆਪਾਂ ਉਹਨੂੰ ਲਾ ਕੇ ਕਾਰ ਦੇ ਉੱਤੇ ਕਿੰਨੀ ਕੁ ਬੇਅਦਬੀ ਪੇ ਕਰਨੇ। ਅਸੀਂ ਆਪਣੇ ਆਪ ਦੱਸਣ ਦਾ ਯਤਨ ਕਰਨੇ ਆ ਬਾਜ਼ਾਰ 'ਚ, ਲੋਕੋ ਅਸੀਂ ਰੱਬ ਨੂੰ ਬੜਾ ਮੰਨਦੇ ਹਾਂ। ਮੈਂ ਇੱਕ ਬੇਨਤੀ ਕਰਾਂਗਾ, ਜਿਹਦੇ ਅੰਦਰ ਰੱਬ ਵਸਦਾ ਉਹਨੂੰ ਇਹ ਲਿਖਾਣ ਦੀ ਲੋੜ ਨਹੀਂ। ਉਹ ਤਾਂ ਹਰ ਵਕਤ ਇੱਕੋ ਹੀ ਅਰਦਾਸ ਕਰਦਾ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਉਹ ਦਾਤ ਨੂੰ ਪਰਮਾਤਮਾ ਦੀ ਨਿਸ਼ਾਨੀ ਜਾਣ ਕੇ ਅਦਬ ਕਰਦਾ। ਇਸੇ ਤਰ੍ਹਾਂ ਹੀ ਚਲੋ ਇਹ ਟੀਵੀ ਤੇ ਚੱਲ ਵੀ ਜਾਏਗਾ, ਜਦੋਂ ਕੀਰਤਨ ਦਰਬਾਰ ਹੁੰਦੇ ਨੇ। ਇਹ ਪ੍ਰਕਰਨ ਹੀ ਵੈਸੇ ਮੇਰਾ, ਗੱਲਾਂ ਛੋਟੀਆਂ ਨੇ ਪਰ ਸੁਚੇਤ ਰਹਿਣ ਵਾਲੀ ਗੱਲ ਹੈ। ਕੀਰਤਨ ਦਰਬਾਰ ਹੁੰਦੇ ਨੇ, ਸਟੇਜ ਸਜੀ, ਫੁੱਲ ਲੱਗੇ, ਸਭ ਕੁਝ ਲੱਗਾ। ਅਸੀਂ ਲੋਕ ਕਥਾ ਕੀਰਤਨ ਕਰਨ ਵਾਲੇ ਸਟੇਜ ਤੇ ਬੈਠੇ ਹਾਂ, ਅਸੀਂ ਉੱਚੇ ਬੈਠੇ ਹਾਂ, ਤੇ ਸਾਡੇ ਥੱਲੇ ਆ, ਮੈਂ ਰਕਾਬਗੰਜ ਵੀ ਉਸ ਪਿਛਲੀ ਵਾਰੀ ਕਿਹਾ ਸੀ, ਲਾਈਵ ਚੱਲਿਆ, ਮੈਂ ਕਿਹਾ ਸੀ ਇਹ ਨਾ ਕਰੋ, ਥੱਲੇ ਫੁੱਲਾਂ ਨਾਲ ਸਤਨਾਮ ਵਾਹਿਗੁਰੂ ਅੱਗੇ ਲਿਖਿਆ ਹੁੰਦਾ। ਅੱਗੇ ਧੰਨ ਗੁਰੂ ਨਾਨਕ ਸਾਹਿਬ ਲਿਖੇ,
ਮੈਨੂੰ ਤੁਸੀਂ ਦੱਸੋ, ਆਪਾਂ ਗੁਰੂ ਨਾਨਕ ਸਾਹਿਬ ਤੋਂ ਉੱਚੇ ਬੈਠ ਸਕਨੇ? ਨਹੀਂ, ਇਹਨੂੰ ਸਮਝੀਏ, ਇਹਨੂੰ ਤਰਕ 'ਚ ਨਾ ਲਿਜਾਓ, ਕਦੀ ਇਹਨੂੰ ਨਿੰਦਿਆ 'ਚ ਨਹੀਂ ਲਿਜਾਣਾ। ਇਹ ਗੁਰੂ ਦੇ ਅਦਬ ਲਈ ਹੈ। ਠੀਕ ਹੈ, ਤੁਸੀਂ ਡੈਕੋਰੇਸ਼ਨ ਕਰੋ, ਫੁੱਲਾਂ ਦੇ ਫੁੱਲ ਬਣਾ ਲਓ, ਕੁਛ ਬਣਾ ਲਓ, ਪਰ ਕਦੀ ਵੀ ਸਟੇਜ ਦੇ ਥੱਲੇ ਬਾਣੀ ਦੀਆਂ ਤੁਕਾਂ ਮਤ ਲਿਖੋ, ਕਿਉਂਕਿ ਉਹ ਸਤਿਗੁਰੂ ਦੀ ਬਾਣੀ ਦੀ ਬੇਅਦਬੀ ਹੋਵੇਗੀ। ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਜੀਵਨ 'ਚ ਇੱਕ ਉਹਨਾਂ ਦੇ ਘਟਨਾ ਵਾਪਰਦੀ ਹੈ। ਕੀਰਤਪੁਰ ਸਾਹਿਬ ਦੀ ਘਟਨਾ। ਸਤਿਗੁਰੂ ਦੁਪਹਿਰੇ ਵਿਸ਼ਰਾਮ ਕਰਦੇ ਨੇ, ਪਲੰਗ ਦੇ ਉੱਪਰ ਵਿਸ਼ਰਾਮ ਕਰ ਰਹੇ ਨੇ, ਤੇ ਸੰਗਤ ਆਈ ਦੂਰੋਂ। ਉਹ ਜੋਟੀਆਂ ਵਿੱਚ ਸ਼ਬਦ ਪੜ੍ਹਦੇ ਆਉਂਦੇ ਪਏ ਨੇ ਸਿੱਖ ਸੰਗਤਾਂ, ਗੁਰਬਾਣੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਇੱਕੋ ਦਮ ਕਾਹਲੀ ਨਾਲ ਨਾ ਸ਼ਬਦ ਕੰਨਾਂ 'ਚ ਪੈਂਦਾ ਹੈ, ਤੇ ਸੱਚੇ ਪਾਤਸ਼ਾਹ ਕਾਹਲੀ ਨਾਲ ਪਲੰਗ ਤੋਂ ਉੱਠਦੇ ਨੇ। ਕਾਹਲੀ ਨਾਲ ਉੱਠਣ ਕਰਕੇ ਗੋਡੇ ਦੇ ਉੱਪਰ ਚੋਟ ਲੱਗ ਜਾਂਦੀ। ਇਹ ਸਾਡੇ ਇਤਿਹਾਸ ਦੇ ਬੋਲ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੋਟ ਲੱਗਦੀ ਏ, ਤੇ ਸਤਿਗੁਰੂ ਨੂੰ ਸਿੱਖ ਪੁੱਛਦੇ ਨੇ, ਮਹਾਰਾਜ ਇਹ ਕਿਉਂ? ਕਹਿਣ ਲੱਗੇ, ਇਸ ਕਰਕੇ ਕਿਉਂਕਿ ਇਹ ਸਤਿਗੁਰੂ ਦੀ ਬਾਣੀ ਪੜ੍ਹਦੇ ਪਏ ਸਨ, ਇਹ ਬਾਣੀ ਪੜ੍ਹਦੇ ਆਏ ਨੇ। ਤੇ ਮਹਾਰਾਜ ਫਿਰ ਕਿਉਂ, ਆਪ ਜੀ ਕਿਉਂ ਉੱਠੇ? ਕਹਿਣ ਲੱਗੇ, ਜਦੋਂ ਸਿੱਖ ਬਾਣੀ ਪੜ੍ਹਦਾ ਹੋਵੇ, ਆਪ ਉੱਚੀ ਥਾਂ ਤੇ ਨਹੀਂ ਬੈਠੀਦਾ, ਤਾਂ ਕਾਹਲੀ ਨਾਲ ਉੱਠਿਆ ਵਾਂ, ਕਿਉਂਕਿ ਸਿੱਖ ਬਾਣੀ ਪੜ੍ਹਦੇ ਪਏ ਨੇ, ਮੈਂ ਮੰਜੇ ਤੋਂ ਥੱਲੇ ਉਤਰ ਕੇ ਬਾਣੀ ਦਾ ਅਦਬ ਕਰ ਸਕਾਂ। ਹੁਣ ਤੁਸੀਂ ਸਾਨੂੰ ਉੱਤੇ ਬਿਠਾਇਆ, ਇਹ ਸਟੇਜ ਇਸ ਕਰਕੇ ਨਹੀਂ ਬਣਾਈ ਮੇਰਾ ਫੇਸ ਤੁਹਾਨੂੰ ਦਿਸੇ, ਮੇਰੀ ਬੇਨਤੀ ਹੈ। ਇਹ ਸਟੇਜ ਇਸ ਕਰਕੇ ਵੀ ਚਿਹਰਾ ਦਿਸੇ, ਹਾਲਾਂਕਿ ਦਰਬਾਰ ਸਾਹਿਬ ਦੇ ਵਿੱਚ ਥੱਲੇ ਹੀ ਬੈਠ ਕੇ ਕੀਰਤਨ ਕਥਾ ਕੀਤੀ ਜਾਂਦੀ, ਪਰ ਮੰਜੀ ਸਾਹਿਬ ਉੱਚਾ। ਇਹ ਕਿਉਂ ਸਟੇਜ ਬਣਾਈ ਗਈ? ਤੇ ਤੁਸੀਂ ਦੇਖੋ, ਬੜੀ ਇਹ ਪ੍ਰਬੰਧਕਾਂ ਨੂੰ ਮੈਂ ਵਧਾਈ ਦਿਆਂਗਾ ਕਿ ਇੱਕ ਬਹੁਤ ਸੋਹਣਾ ਤਰੀਕਾ ਤੁਸੀਂ ਰੱਖਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਿਆ। ਮੈਂ ਬੈਠਾ ਨਾ, ਮੇਰੇ ਸੱਜੇ ਹੱਥ ਨੇ ਬੁਲਾਰੇ ਦੇ। ਉਂਝ ਸੱਜਾ ਖੱਬਾ ਅਸੀਂ ਸੌਣ ਸੰਯੋਗ ਨਹੀਂ ਵਿਚਾਰਦੇ, ਪਰ ਯਾਦ ਰੱਖੋ ਕਿ ਜਦੋਂ ਅਸੀਂ ਪਰਿਕਰਮਾ ਕਰਨੇ ਦੀ ਕਥਾ ਹੋ ਚੁੱਕੀ, ਪਰਿਕਰਮਾ ਸੱਜੇ ਹੱਥ ਰੱਖ ਕੇ ਕਰਨੇ। ਅਸਲ 'ਚ ਜਿਹੜਾ ਸੱਜਾ ਪਾਸਾ ਹੁੰਦਾ ਹੈ, ਉਸ ਪਾਸੇ ਰੱਖਣ ਦਾ ਅਰਥ ਹੈ ਆਪਣੇ ਤੋਂ ਸਤਿਕਾਰ ਦੇਣਾ, ਅਦਬ ਦੇਣਾ। ਹੁਣ ਇੱਥੇ ਅਸੀਂ ਬੈਠੇ ਹਾਂ, ਇਹ ਤੁਸੀਂ ਗੁਰਮੁਖੋ ਇਸ ਕਰਕੇ ਸਟੇਜ ਲਾਈ ਏ ਵੀ ਰੱਬ ਦੀ, ਗੁਰੂ ਦੀ ਗੱਲ ਕਰਨ ਵਾਲਾ ਉਹਦਾ ਸਨਮਾਨ ਕਰਨਾ। ਉਸ ਤਰ੍ਹਾਂ ਕੋਈ ਬੈਠ ਕੇ ਦਿਖਾਏ ਸਟੇਜ ਦੇ ਉੱਪਰ, ਹਾਲ ਸਾਡਾ ਮੰਦਾ ਜੇ। ਮੈਂ ਕਈ ਵਾਰੀ ਸੋਚਣਾ, ਆ ਦਿੱਲੀ ਵੀ ਲੱਗਦੀ ਏ, ਉੱਥੇ ਵੀ ਸਟੇਜਾਂ ਲੱਗਦੀਆਂ ਨੇ, ਜਿਨ੍ਹਾਂ ਕਥਾ ਕੀਰਤਨ ਕਰਨਾ ਉਹ ਬੈਠਣ ਥੱਲੇ ਉਤਰ ਜਾਣ। ਪਰ ਹੁੰਦਾ ਕੀ, ਜਿਨ੍ਹਾਂ ਬੰਦਿਆਂ ਨੇ ਕੁਝ ਵੀ ਨਹੀਂ ਬੋਲਣਾ, ਏਡੇ ਏਡੇ ਵੱਡੇ ਫੁੱਲ ਲਾ ਕੇ ਆਕੜ ਕੇ ਬੈਠੇ ਹੁੰਦੇ ਨੇ, ਉਹਨਾਂ ਨੂੰ ਜੇ ਕੋਈ ਪੁੱਛੇ ਵੀ ਤੁਸੀਂ ਸੰਗਤ ਤੋਂ ਉੱਚੇ ਹੋ, ਇਹ ਗੱਲ ਸੁਣ ਹਾਸੇ ਵਾਲੀ ਨਹੀਂ। ਵੀ ਤੂੰ ਉੱਤੇ ਬੈਠਾ ਹੈ, ਸੰਗਤ ਥੱਲੇ ਬੈਠੀ ਹੈ। ਜਿਹੜਾ ਕੀਰਤਨੀਆਂ ਕਥਾਵਾਚਕ ਉੱਤੇ ਇਸ ਕਰਕੇ ਬੈਠੇ ਕਿਉਂਕਿ ਉਹਨੇ ਸਤਿਗੁਰੂ ਦੀ ਬਾਣੀ ਦੀ ਗੱਲ ਕਰਨੀ ਹੈ, ਬਾਣੀ ਵਾਲੇ ਦਾ ਸਤਿਕਾਰ ਕੀਤਾ ਜਾਂਦਾ। ਹੁਣ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜਦ ਕਾਹਲੀ ਨਾਲ ਉੱਠਦੇ, ਮੈਂ ਪ੍ਰਕਰਨ ਤੋਂ ਥੋੜ੍ਹਾ ਜਿਹਾ ਦੂਰ ਕਿਉਂ ਰਹਾਂਗਾ ਵਿਸ਼ੇ ਦੇ ਵਿੱਚ। ਮਹਾਰਾਜ ਉੱਠਦੇ ਆ, ਚੋਟ ਲੱਗਦੀ ਗੁਰੂ ਹਰਿਰਾਏ ਸਾਹਿਬ ਨੂੰ। ਫਿਰ ਸਾਰੇ ਕਹਿੰਦੇ ਨੇ ਸਾਰੀ ਜ਼ਿੰਦਗੀ ਮਹਾਰਾਜ ਥੱਲੇ ਵਿਸ਼ਰਾਮ ਕੀਤਾ। ਉੱਥੇ ਫਿਰ ਜਿਹੜੀਆਂ ਦੋ ਤੁਕਾਂ ਕਹੀਆਂ ਹੈ ਇਤਿਹਾਸ ਦੀਆਂ, ਮਹਾਰਾਜ ਕਹਿੰਦੇ ਨੇ ਗੁਰਸਿੱਖੋ ਕੁਛ ਨਹੀਂ ਕਰਨ ਜੋਗੇ ਨਾ, ਗੁਰੂ ਦੀ ਬਾਣੀ ਦਾ ਭੈ ਤੇ ਅਦਬ ਕਰੋ। ਜਿਹੜਾ ਭੈ ਤੇ ਅਦਬ ਕਰੇਗਾ ਉਹ ਸਿੱਖ ਭਵ ਸਾਗਰ ਤੋਂ ਪਾਰ ਹੋ ਜਾਏਗਾ। ਇਹ 17 ਨੇ ਜੀ, ਜੋ ਸਿੱਖ ਗੁਰਬਾਣੀ ਭੈ ਕਰੈ, ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਅਦਬ ਕਰੇ, ਭੈ ਕਰੇ, ਜੋ ਸਿੱਖ ਗੁਰਬਾਣੀ ਭੈ ਕਰੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬਿਨ ਪ੍ਰਯਾਸ ਭਵ ਸਾਗਰ ਤਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਅਗਲਾ ਬਚਨ, ਜਿਨ ਪੈ ਅਦਬ ਨਾ ਬਾਣੀ ਧਾਰਾ। ਜਿਸ ਸਿੱਖ ਨੇ ਬਾਣੀ ਦਾ ਅਦਬ ਨਹੀਂ ਕੀਤਾ, ਮਹਾਰਾਜ ਕਹਿੰਦੇ ਨੇ ਜਾਨੋ ਸੋ ਸਿੱਖ ਨਾ ਹੈ ਹਮਾਰਾ, ਉਹ ਸਾਡਾ ਸਿੱਖ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਕਿ ਤੁਕਾਂ ਨੂੰ ਆਪਣੀ ਮਰਜ਼ੀ ਦੇ ਅਰਥ ਨਾ ਕਰੀਏ। ਜਿਹੜੇ ਬੰਦੇ ਖਾਂਦੇ ਪੀਂਦੇ ਨੇ ਨਾ ਜੀ, ਮੈਂ ਸੱਚੀ ਗੱਲ ਜੇ ਬੜੇ ਬੰਦੇ ਸੁਣੇ ਕਿ ਮਹਾਰਾਜ ਤਾਂ ਕਹਿ ਕੇ ਗਿਆ ਖਾਣਾ ਪੀਣਾ ਪਵਿੱਤਰ ਹੈ, ਪੀਣ ਵਾਲੇ ਵੀ ਕਹਿ ਦਿੰਦੇ ਆ। ਉਹ ਏਡੀ ਭੈੜੀ ਬੁੱਧੀ ਜੀ, ਪੀਣ ਦੇ ਅਰਥ ਨਸ਼ੇ ਨਾਲ ਕਰੀ ਜਾਂਦੇ। ਖਾਣਾ ਪੀਣਾ ਪਵਿੱਤਰ ਹੈ ਗੁਰੂ ਨਾਨਕ ਸਾਹਿਬ ਕਹਿ ਗਏ, ਪਰ ਉਹਨਾਂ ਨੂੰ ਸਮਝਾਓ ਭਲੇ ਪੁਰਖੋ ਬਾਣੀ ਦੀ ਤੁਕ ਦਾ ਪ੍ਰਸੰਗ ਇਹ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ।
ਖਾਣਾ ਪੀਣਾ ਪਵਿੱਤਰ ਹੈ। ਜਿਵੇਂ ਮੈਂ ਕਿਹਾ ਇਹ ਪੇ ਦਾਤ ਤੇਰੀ ਦਾਤਾਰ ਦੇ ਅਰਥ, ਇਹ ਤਾਂ ਏਡੀ ਪਰਮ ਅਵਸਥਾ ਹੈ ਜੀ। ਇਹ ਪੀ ਦਾਤ ਤੇਰੀ ਦਾਤਾਰ, ਸਿੱਧੀ ਗੱਲ। ਮੰਨ ਲਓ ਇੱਕ ਬੰਦੇ ਨੂੰ ਬਿਜ਼ਨਸ 'ਚ ਘਾਟਾ ਪੈ ਜਾਏ ਤੇ ਗੁਰਦੁਆਰੇ ਆ ਕੇ ਕਹਿ ਜਾਏ ਵਾਹਿਗੁਰੂ ਕੋਈ ਨਹੀਂ ਤੇਰੀ ਦਾਤ ਹੈ, ਕਦੀ ਕਹਿੰਦਾ ਕੋਈ? ਮੌਤ ਹੋ ਜਾਏ ਇਹ ਕਹੇ ਵੀ ਤੇਰੀ ਦਾਤ ਹੈ। ਅਸਲ 'ਚ ਇਹਦੀ ਤੁਕ ਦੀ ਗਲਤ ਵਰਤੋਂ ਹੋ ਰਹੀ ਹੈ। ਕਿਤਿਆਂ ਦੁੱਖ ਭੂਖ ਸਦਮਾਰ, ਕਈਆਂ ਨੂੰ ਦੁੱਖ ਲੱਗ ਗਿਆ, ਕਈਆਂ ਦੇ ਘਰ 'ਚ ਭੁੱਖ ਪੈ ਗਈ ਹੈ, ਕਈਆਂ ਦੇ ਘਰ ਵਿੱਚ ਮੌਤ ਵਰਦੀ ਪਈ ਹੈ। ਪਰ ਵਾਹਿਗੁਰੂ ਜੀ ਇਹ ਪੇ ਦਾਤ ਤੇਰੀ ਦਾਤਾਰ ਪਿਆਰਿਓ, ਉਹਦੇ ਅਰਥ ਇਹ ਨੇ। ਹੁਣ ਇਸੇ ਤਰ੍ਹਾਂ ਖਾਣਾ ਪੀਣਾ ਪਵਿੱਤਰ ਹੈ। ਇਹ ਸੱਜਣ ਅਰਥ ਕਰਦੇ ਆ ਵੀ ਮਹਾਰਾਜ ਕਹਿ ਗਏ ਗੁਰੂ ਨਾਨਕ ਸਾਹਿਬ, ਮੈਂ ਬੇਨਤੀ ਕਰਾਂਗਾ, ਇੱਥੇ ਪ੍ਰਕਰਨ ਸੂਤਕ ਤੇ ਪਾਤਕ ਦਾ ਚੱਲਦਾ ਪਿਆ, ਇੱਥੇ ਪਿਆਲੀਆਂ ਖੜਕਾਉਣ ਦਾ ਨਹੀਂ ਚੱਲ ਰਿਹਾ। ਇੱਥੇ ਅਰਥ ਹੈ ਕਿ ਜਿਸ ਨੂੰ ਤੁਸੀਂ ਅਸ਼ੁੱਧੀ ਕਹਿ ਰਹੇ ਹੋ, ਅਪਵਿੱਤਰਤਾ ਕਹਿ ਰਹੇ ਹੋ, ਮਲੀਨਤਾ ਕਹਿ ਰਹੇ ਹੋ, ਇਹ ਝੂਠ ਹੈ। ਉਸ ਪਰਿਵਾਰ ਦੇ ਵਿੱਚ ਰੋਟੀ ਖਾ ਲੈਣੀ, ਪਾਣੀ ਪੀ ਲੈਣਾ, ਕੋਈ ਪਾਪ ਕਰਮ ਨਹੀਂ ਜਿਸ ਪਰਿਵਾਰ ਵਿੱਚ ਕਿਸੇ ਦੀ ਮੌਤ ਜਾਂ ਕਿਸੇ ਦਾ ਜਨਮ ਹੋਇਆ ਹੈ। ਇੱਥੇ ਪਵਿੱਤਰਤਾ ਦਾ ਅਰਥ ਸੂਤਕ ਨਾਲ ਹੈ। ਖਾਣਾ ਪੀਣਾ ਪਵਿੱਤਰ ਹੈ, ਉਸ ਘਰ ਦਾ ਖਾਣਾ ਪੀਣਾ ਅਪਵਿੱਤਰ ਨਹੀਂ। ਦੇਤੋਨ, ਹੁਣ ਕਈ ਸਾਡੇ ਬੰਦੇ ਕਹਿੰਦੇ ਹੁੰਦੇ ਆ ਕਿ ਅਸੀਂ ਬੇਟੀ ਦੇ ਘਰ ਦਾ ਕੁਝ ਨਹੀਂ ਖਾਣਾ। ਇਹ ਵੀ ਬੜਾ ਜੀ, ਪੁਰਾਣੇ ਕਹਿੰਦੇ ਸਨ ਇਸ ਘਰ ਦਾ ਪਾਣੀ ਨਹੀਂ ਪੀਣਾ, ਧੀ ਦੇ ਘਰ ਦੀ ਰੋਟੀ ਨਹੀਂ ਖਾਣੀ। ਨਹੀਂ ਪਿਆਰਿਓ, ਗੱਲ ਐਸੀ ਨਹੀਂ ਸੀ। ਪੁਰਾਣੇ ਰਹਿਤਨਾਮਿਆਂ 'ਚ ਲਿਖਿਆ ਸੀ ਕਿ ਧੀ ਭੈਣ ਕਾ ਪੈਸਾ ਨਾ ਖਾਏ। ਹੁਣ ਇਹਦਾ ਅਰਥ ਕੀ? ਮੰਨ ਲਓ ਸਮਾਂ ਪਏ, ਬੇਟੀ ਜੇ ਆਪਣੇ ਮਾਂ-ਬਾਪ ਦੀ ਹੈਲਪ ਕਰਦੀ ਤੇ ਉਹ ਰਹਿਤਨਾਮੇ ਅਨੁਸਾਰ ਪਾਪ ਹੋਵੇਗਾ, ਕਿਉਂਕਿ ਲੋਕਾਂ ਨੂੰ ਸਮਝ ਨਹੀਂ ਅਰਥਾਂ ਦੀ। ਧੀ ਭੈਣ ਕਾ ਪੈਸਾ ਖਾਏ ਦਾ ਅਰਥ ਸੀ ਕਿ ਕੋਈ ਸਿੱਖ ਹੋ ਕੇ ਆਪਣੀ ਬੇਟੀ ਨੂੰ ਲਾਲਚ ਵਸ ਹੋ ਕੇ ਕਿਤੇ ਵੇਚੇ ਨਾ। ਇਹਦਾ ਮਤਲਬ ਇਹ ਸੀ। ਹੁਣ ਅਸੀਂ ਸਾਡੇ ਵਰਗਿਆਂ ਬੰਦਿਆਂ ਨੇ ਜਿਉਂ ਅਰਥ ਚੁੱਕੇ, ਪਾਣੀ ਨਹੀਂ ਪੀਣਾ, ਬੇਟੀ ਦੇ ਘਰ ਦਾ ਖਾਣਾ ਕੁਛ ਨੇ। ਨਹੀਂ ਪਿਆਰਿਓ, ਖਾਣਾ ਪੀਣਾ ਪਵਿੱਤਰ ਹੈ। ਦੇਤੋਨ ਰਿਜ਼ਕ ਸੰਭਾਹੇ, ਇਹ ਪਰਮਾਤਮਾ ਨੇ ਰੋਜ਼ੀ ਦਿੱਤੀ ਸਾਡੀ, ਉਹਨੇ ਇਕੱਠੀ ਕਰਕੇ ਲਿਖੀ। ਇਹ ਮੈਂ ਫਿਰ ਅਰਜ਼ ਕਰਾਂਗਾ, ਸੰਭਾਹੇ ਦਾ ਅਰਥ ਇਕੱਤਰ ਕਰਨਾ, ਇਕੱਠੀ ਕਰਨਾ। ਪਰਮਾਤਮਾ ਨੇ ਤੇਰੀ ਰੋਟੀ ਇਕੱਠੀ ਕਰ ਕਰਕੇ ਜਿੱਥੇ ਰੱਖੀਏ, ਤੈਨੂੰ ਉਸ ਘਰ ਚੋਂ ਖਾਣੀ ਪਏਗੀ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਂ ਖਾਣੇ, ਤੂੰ ਉੱਥੇ ਜਾ ਕੇ ਛਕੇਗਾ। ਜਹਾਂ ਦਾਣੇ ਤਾਂ ਖਾਣੇ, ਨਾਨਕਾ ਸੱਚ ਹੈ। ਇਹ ਸੱਚ ਹੈ ਕਿ ਤੇਰੇ ਦਾਣੇ ਜਿੱਥੇ ਪਰਮਾਤਮਾ ਨੇ ਖਿਲਾਰੇ। ਇਸ ਦਾ ਮਤਲਬ ਇਹ ਸੀ ਕਿ ਸੂਤਕ ਤੇ ਪਾਤਕ ਦੇ ਘਰ ਦੀ ਰੋਟੀ ਅਪਵਿੱਤਰ ਨਹੀਂ, ਉਹ ਪ੍ਰਸ਼ਾਦਾ ਪਾਣੀ ਆਪਾਂ ਛਕ ਸਕਨੇ ਹਾਂ। ਇਹ ਪਰਮਾਤਮਾ ਨੇ ਸਾਡਾ ਰਿਜ਼ਕ ਬਣਾਇਆ ਹੈ। ਖਾਣਾ ਪੀਣਾ ਪਵਿੱਤਰ ਹੈ। ਦਿਤੋਨ ਰਿਜ਼ਕ ਸੰਭਾਹੇ, ਪਰਮਾਤਮਾ ਨੇ ਇਹ ਇਕੱਠਾ ਕਰਕੇ ਖਾਣਾ ਪਾਣਾ ਰੱਖ ਦਿੱਤਾ। ਪਰਮਾਤਮਾ ਨੇ ਇਕੱਠਾ ਕਰਕੇ ਸਭ ਕੁਝ ਇਹ ਬਣਾ ਦਿੱਤਾ। ਹਜ਼ੂਰ ਸੱਚੇ ਪਾਤਸ਼ਾਹ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿ ਅਸੀਂ ਜਿੰਨੇ ਜੀਵ ਹਾਂ, ਸਾਡੀ ਰੋਜ਼ੀ ਪਰਮਾਤਮਾ ਨੇ ਇਕੱਠੀ ਕੀਤੀ। ਦੇਖੋ ਜਦੋਂ ਅਸੀਂ ਪਾਠ ਕਰਨੇ ਹਾਂ ਤੇ ਮਹਾਰਾਜ ਜੀ ਦੇ ਇਹ ਬੋਲ ਨੇ ਕਿ ਪਹਿਲੋਂ ਦੇਤਾ ਰਿਜ਼ਕ ਸੰਭਾਹ, ਪਿੱਛੋਂ ਦੇਤਾ ਜੰਤ ਉਪਾਹ। ਪਹਿਲਾਂ ਤੂੰ ਪਰਮਾਤਮਾ ਜੀਵ ਦੀ ਰੋਜ਼ੀ ਬਣਾਈ, ਰੋਟੀ ਬਣਾਈ, ਬਾਅਦ ਵਿੱਚ ਉਹਦਾ ਜਨਮ ਦਿੱਤਾ। ਇਸੇ ਨੂੰ ਸਤਿਗੁਰੂ ਕਹਿੰਦੇ ਨੇ ਕਿ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਛਾਓ। ਤੂੰ ਜੀਵ ਦੀ ਪੈਦਾਇਸ਼ ਬਾਅਦ ਵਿੱਚ ਕੀਤੀ, ਪਹਿਲਾਂ ਉਹਦੀ ਰੋਟੀ ਬਣਾ ਦਿੱਤੀ। ਇਹਨੂੰ ਥੋੜਾ ਜਿਹਾ ਹੋਰ ਬਾਣੀ 'ਚ ਪੜ੍ਹੀਏ। ਪ੍ਰਥਮੈ ਮਾਖਣ ਪਾਛੈ ਦੂਧ, ਮੈਲੋ ਕੀਨੋ ਸਾਬਨ ਸੂਦ। ਤੇਰਾ ਜਨਮ ਹੋਇਆ, ਪਰਮਾਤਮਾ ਨੇ ਇੱਕ ਵਿਧ ਬਣਾ ਦਿੱਤੀ ਮਾਂ ਦੇ ਸੀਨੇ 'ਚ। ਇਹਨੂੰ ਵਾਸ਼ਨਾ 'ਚ ਨਹੀਂ ਲਿਜਾਣਾ। ਮਾਂ ਦੇ ਖੂਨ ਵਿੱਚੋਂ ਉਹਨੇ ਸ਼ਵੇਤ ਦੁੱਧ ਬਣਾ ਦਿੱਤਾ। ਜੇ ਰਿਜ਼ਕ ਅਪਵਿੱਤਰ ਹੁੰਦਾ, ਮਾਂ ਦੇ ਸਥਨ ਮੁਖ 'ਚ ਪਾ ਕੇ ਕੱਲਾ ਮਰਦ ਇਨਸਾਨ ਨਹੀਂ, ਤੁਸੀਂ ਆ ਪਸ਼ੂ ਦੇਖੋ, ਆ ਮੱਝਾਂ ਨੇ, ਗਾਵਾਂ ਨੇ, ਜਿਹੜੇ ਚਾਰ ਪਾਏ ਪਸ਼ੂ ਨੇ, ਜਿਹੜੇ ਜੇਰਜ ਨੇ, ਜੇਰ ਵਿੱਚੋਂ ਪੈਦਾ ਹੁੰਦੇ ਨੇ, ਉਹ ਉਹਨਾਂ ਦੇ ਬੱਚੇ ਇਸੇ ਤਰ੍ਹਾਂ ਹੀ ਦੁੱਧ ਪੀਂਦੇ ਚੁੰਗਦੇ ਨੇ ਜਿਵੇਂ ਆਪਾਂ ਸਾਡੇ ਇਨਸਾਨ ਦਾ ਬੱਚਾ ਇਨਸਾਨੀ ਗਿਰਿਆ ਹੈ। ਭਾਵੇਂ ਕਿ ਕੋਈ ਖੂਨਖਾਰ ਜਾਨਵਰ ਵੀ ਜਿਹੜਾ ਜੇਰਜ ਖਾਣੀ ਰਿਹਾ ਹੈ, ਉਹ ਆਪਣੇ ਬੱਚਿਆਂ ਨੂੰ ਦੁੱਧ ਦੇ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ ਪਰਮਾਤਮਾ ਨੇ ਸਭ ਤੋਂ ਪਹਿਲਾਂ ਇਹ ਰਿਜ਼ਕ ਬਣਾਇਆ। ਜਿਹੜੀ ਤੈਨੂੰ ਰੋਜੀ ਇਕੱਠੀ ਕੀਤੀ, ਤੂੰ ਕਲਪੀ ਕਿਉਂ ਜਾਣਾ? ਉਸ ਪਰਮਾਤਮਾ ਦੀ ਦਿੱਤੀ ਕੋਈ ਦਾਤ ਤੂੰ ਛਕ। ਖਾਣਾ ਪੀਣਾ ਪਵਿੱਤਰ ਹੈ। ਦੇਤੋਨ ਰਿਜ਼ਕ ਸੰਭਾਹੇ,
ਮਹਾਰਾਜ ਕਹਿੰਦੇ ਨੇ ਜਿਸ ਬੰਦੇ ਨੂੰ ਇਹਨਾਂ ਗੱਲਾਂ ਦੀ ਸਮਝ ਪੈ ਗਈ, ਧਿਆਨ ਨਾਲ ਸੁਣੋ, ਕੈਸੇ ਕਮਾਲ ਦੀ ਤਰਤੀਬ ਦਿੱਤੀ ਸੱਚੇ ਪਾਤਸ਼ਾਹ ਨੇ। ਇਹ ਤੀਜਾ ਸ਼ਲੋਕ ਪੂਰਾ ਹੋਣ ਲੱਗਾ। ਪਹਿਲਾ ਸੀ ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ। ਮੈਂ ਰਿਪੀਟ ਤਾਂ ਕਰ ਰਿਹਾ ਕਿਉਂਕਿ ਕਥਾ ਦੀ ਵਿਚਾਰ ਦੇ ਤਿੰਨੇ ਸ਼ਲੋਕਾਂ ਦਾ ਐਂਡ ਨਿਚੋੜ ਪੌੜੀ ਵਿੱਚੋਂ ਨਿਕਲਣਾ ਹੈ। ਇਸ ਤਰ੍ਹਾਂ ਹੀ ਜੀ 12 ਵਿੱਚ ਪਹਿਲੇ ਸ਼ਲੋਕ 'ਚ ਕਿਹਾ ਵੀ ਜੇ ਸੂਤਕ ਮੰਨਿਆ ਜਾਏ ਤੇ ਗੋਹੇ ਲੱਕੜੀ ਵਿੱਚ, ਦਾਣਿਆਂ ਵਿੱਚ, ਪਾਣੀ ਵਿੱਚ ਸੂਤਕ ਹੈ, ਜਿਹੜੇ ਸਵਾਸ ਲੈਨੇ ਇਹਦੇ ਵਿੱਚ ਸੂਤਕ ਹੈ। ਦੂਜੇ ਸ਼ਲੋਕ ਵਿੱਚ ਕਿਹਾ ਤੈਨੂੰ ਪਤਾ ਹੀ ਨਹੀਂ ਸੂਤਕ ਹੁੰਦਾ ਕੀ ਹੈ, ਉੱਥੇ ਫਿਰ ਅਖਲਾਕੀ ਜਿਹੜੇ ਔਗਣ ਨੇ ਉਹਨਾਂ ਦਾ ਜ਼ਿਕਰ ਕੀਤਾ, ਮਨ ਕਾ ਸੂਤਕ ਲੋਭ ਹੈ। ਤੀਜੇ ਸ਼ਲੋਕ ਵਿੱਚ ਕਿਹਾ ਭਲੇ ਸੱਜਣਾ ਜੇ ਤੈਨੂੰ ਮੈਂ ਅੱਗੇ ਦਲੀਲ ਦਿੱਤੀ ਹੈ ਵੀ ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਇਹ ਤੇਰੇ ਪ੍ਰਸ਼ਨ ਦਾ ਉੱਤਰ ਦੇ ਰਿਹਾ। ਤੂੰ ਕਹਿ ਰਿਹਾ ਜੰਮਣਾ ਤੇ ਮਰਨਾ ਸੂਤਕ ਪਾਤਕ ਹੈ, ਤੇ ਫਿਰ ਸਭ ਕੁਝ ਹੀ ਸੂਤਕ ਹੈ। ਉਂਝ ਮਹਾਰਾਜ ਕਹਿੰਦੇ ਕੁਛ ਵੀ ਨਹੀਂ, ਝੂਠ ਹੈ, ਸੂਤਕ ਪਾਤਕ ਕੁਛ ਵੀ ਨਹੀਂ, ਸਭੋ ਸੂਤਕ ਭਰਮ ਹੈ। ਦੂਜਾ ਲੱਗਾ ਜਾਏ ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ, ਦੇ ਤੋਨ ਰਿਜ਼ਕ ਸੰਭਾਹੇ। ਮਹਾਰਾਜ ਕਹਿੰਦੇ ਨੇ ਨਾਨਕ ਜਿੰਨੀ ਗੁਰਮੁਖ ਬੁੱਝਿਆ, ਜਿਨ੍ਹਾਂ ਗੁਰਮੁਖਾਂ ਨੂੰ ਆਹ ਸਮਝ ਪੈ ਗਈ, ਇਸ ਸ਼ਲੋਕ ਵਿੱਚ ਆਏ ਹੋਏ ਬਚਨ ਦੀ ਸੋਝੀ ਪੈ ਗਈ, ਜਿਨ੍ਹਾਂ ਨੂੰ ਮੰਨ ਕੇ ਸੂਤਕ ਦੀ ਸੋਝੀ ਪੈ ਗਈ, ਜਿਨ੍ਹਾਂ ਨੂੰ ਇਹ ਸਮਝ ਪੈ ਗਈ ਵੀ ਗਿਆਨ ਉਤਾਰੇ ਧੋਏ। ਮਹਾਰਾਜ ਕਹਿੰਦੇ ਨੇ ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੇ। ਪਿਆਰਿਓ ਉਹਨਾਂ ਦੇ ਅੰਦਰ ਸੂਤਕ ਹੀ ਨਹੀਂ। ਇਸੇ ਕਰਕੇ ਕਬੀਰ ਸਾਹਿਬ ਦਾ ਇੱਕ ਬਚਨ ਹੈ ਜੀ, ਫਾਸਨ ਕੀ ਬਿਦ ਸਭ ਕੋ ਜਾਣੈ ਛੂਟਨ ਕੀ ਇੱਕ ਕੋਈ, ਕਹੋ ਕਹਿ ਕਬੀਰ ਰਾਮ ਹਿਰਦੈ ਵਿਚਾਰੈ ਸੂਤਕ ਤਿਨਾ ਨਾ ਹੋਈ। ਇਹ ਜਿਹੜਾ ਸ਼ਬਦ ਅਸੀਂ ਰਾਤੀ ਪੜ੍ਹਿਆ ਸੀ, ਜਲ ਹੈ ਸੂਤਕ, ਥਲ ਹੈ ਸੂਤਕ, ਉਹਦੀਆਂ ਅਖੀਰਲੀਆਂ ਤੁਕਾਂ ਨੇ ਫਾਸਨ ਕੀ ਬਿਦ ਸਭ ਕੋ ਜਾਣੈ। ਕਹਿੰਦੇ ਨੇ ਸੂਤਕ ਦੇ ਭਰਮ ਵਿੱਚ ਫਸ ਸਾਰੇ ਜਾਂਦੇ ਜੇ, ਛੁੱਟਦਾ ਕੋਈ ਗਿਆਨਵਾਨ ਹੈ। ਫਸ ਮੈਂ ਸੁਣਾਇਆ ਜੀ ਸੂਤਕ ਪਾਤਕ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਜਿਹੜਾ ਭਰਮ ਹੈ ਵਹਿਮ ਹੈ ਨਾ ਜੀ, ਕਿਸੇ ਬੰਦੇ ਨੂੰ ਥੋੜ੍ਹਾ ਜਿਹਾ ਪਾ ਜਿਓ ਨਾ, ਚੇਤੇ ਰੱਖਿਓ ਵਹਿਮੀ ਬੰਦਾ ਹੋ ਜਾਏ ਤੇ ਉਹ ਛੇਤੀ ਮਰ ਜਾਂਦਾ ਹੁੰਦਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਘਟਨਾ ਲਿਖੀ ਹੈ ਜੀ। ਉਹ ਕਹਿੰਦੇ ਨੇ ਵੀ ਸਾਡੇ ਪਿੰਡ ਦੇ ਨੇੜੇ ਨਾ ਇੱਕ ਬਾਜ਼ੀ ਪਾਉਣ ਵਾਲਾ ਆਇਆ। ਆ ਬਾਜ਼ੀਗਰ ਜਿਹੜੇ ਬਾਜ਼ੀਆਂ ਪਾਉਂਦੇ ਸਨ, ਕਹਿੰਦੇ ਨੇ ਜਿੱਥੇ ਉਹ ਬਾਜ਼ੀ ਪਾਉਣ ਲੱਗਾ ਉਹਦੇ ਨੇੜੇ ਇੱਕ ਰੁੱਖ ਸੀ ਬਹੁਤ ਵੱਡਾ, ਬੋਰਡ ਦਾ ਕਿ ਪਿੱਪਲ ਦਾ ਉਹਨਾਂ ਲਿਖਿਆ, ਬੜਾ ਪੁਰਾਣਾ ਰੁੱਖ। ਤੇ ਉਹ ਜਿਹੜਾ ਬਾਜ਼ੀਗਰ ਬਾਜ਼ੀ ਪਾਉਂਦਾ ਸੀ ਨਾ, ਉਹ ਵਾਂਸ ਬੰਨ੍ਹ ਕੇ ਦੋ ਤੇ ਰੱਸੇ ਦੇ ਉੱਪਰ ਆਪਣੇ ਪੈਰਾਂ ਵਿੱਚ ਸਿੰਘ ਬੰਨ੍ਹ ਕੇ ਰੱਸੇ ਤੇ ਤੁਰ ਪੈਂਦਾ ਸੀ। ਜਿਵੇਂ ਆਪਾਂ ਦੇਖਦੇ ਹਾਂ ਜੀ ਰੱਸੀ ਉੱਤੇ ਤੁਰਦੇ ਆ, ਨਿੱਕੇ ਨਿੱਕੇ ਨਿਆਣੇ ਵੀ ਹੱਥ ਵੀ ਸੋਟੀ ਪਕੜੀ ਹੁੰਦੀ, ਉਹ ਬੈਲੈਂਸ ਬਣਾ ਕੇ ਚੱਲਦੇ ਆ ਜੀ, ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਤਾਂ ਅਰਜ਼ ਕਰਨ ਲੱਗਾ ਵੀ ਸੂਤਕ ਕੀ, ਤੇ ਖਾਸ ਕਰਕੇ ਬੀਬੀਆਂ ਨੂੰ ਕਿਤੇ 4 ਬੀਬੀਆਂ ਮਹੱਲੇ ਦੀਆਂ ਕਹਿਦੀਆਂ ਵੀ ਆਹ ਕੁਝ ਹੁੰਦਾ ਹੈ, ਉਹ ਸੱਚੀ ਮੁੱਚੀ ਮੰਨਣ ਲੱਗ ਪੈਂਦੀ ਹੈ। ਝੂਠ ਥੋੜ੍ਹੀ ਬੋਲਦੀ ਹੋਣੀ, ਇਹ ਸੱਚ ਹੀ ਕਹਿੰਦੀ ਹੋਣੀ। ਨਹੀਂ ਪਿਆਰਿਓ, ਜ਼ਰੂਰੀ ਨਹੀਂ ਦੁਨਿਆਵੀ ਪੜ੍ਹਾਈ ਕਰਨ ਵਾਲਾ ਹਰ ਬੰਦਾ ਸੱਚ ਹੀ ਬੋਲਦਾ ਹੋਵੇ, ਹੋ ਸਕਦਾ ਉਹ ਵੀ ਵਹਿਮ। ਮੈਂ ਕਈ ਵਾਰੀ ਸੋਚਣਾ ਪੇਪਰ ਕੈਮਿਸਟਰੀ ਦਾ ਦੇਣ ਜਾਂਦਾ ਹੈ ਤੇ ਪਾਣੀ ਸਵੇਰੇ ਪਿੱਪਲ ਦੀਆਂ ਜੜ੍ਹਾਂ 'ਚ ਪਾਈ ਜਾਂਦਾ, ਮੌਲੀ ਬੰਨੀ ਜਾਂਦਾ ਰੁੱਖ ਦੇ ਦੁਆਲੇ, ਪੱਥਰ ਨੂੰ ਸੰਧੂਰ ਲਾਈ ਜਾਂਦਾ ਤੇ ਨਾਲ ਕਹੀ ਜਾਂਦਾ ਵੀ ਸੰਸਾਰ ਮੇਂ ਅਬ ਤੋਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਤੈਨੂੰ ਸਮਝ ਨਹੀਂ ਪਈ ਤੂੰ ਮੌਲੀ ਕਿਹਨੂੰ ਬੰਨੀ ਜਾ ਰਿਹਾ। ਇਹ ਪੜ੍ਹੇ ਲਿਖਿਆਂ ਦਾ ਹਾਲ ਜੀ। ਉਹਨਾਂ ਨੇ ਗੱਲ ਬੜੀ ਪਿਆਰੀ ਕੀ ਕਹਿਣ ਲੱਗੇ, ਉਹ ਬੰਦਾ ਪੂਰਾ ਬੈਲੈਂਸ ਰੱਖ ਕੇ ਨਾ ਬਾਜ਼ੀਗਰ ਰੱਸੇ ਉੱਤੇ ਤੁਰਦਾ ਸੀ, ਤੇ ਕਿਸੇ ਨੇ ਮਜ਼ਾਕ 'ਚ ਕਹਿ ਦਿੱਤਾ ਵੀ ਕਿੱਧਰ ਕਿਵੇਂ ਆਇਆ, ਕਹਿੰਦਾ ਜੇ ਕੱਲ੍ਹ ਨੂੰ ਇੱਥੇ ਬਾਜ਼ੀ ਪਾਣੀ ਹੈ। ਉਹਨੇ ਕਿਹਾ ਚੇਤੇ ਰੱਖੀ ਇਹ ਬੋਰਡ ਪੱਕਾ ਹੀ, ਇੱਥੇ ਭੂਤ ਪ੍ਰੇਤ ਰਹਿੰਦੇ ਨੇ, ਕਈ ਬੰਦੇ ਮਰ ਗਏ ਇੱਥੇ ਪਿੰਡ ਦੇ। ਉਹਨੇ ਮਜ਼ਾਕ 'ਚ ਕੀਤਾ। ਉਹ ਬੰਦਾ ਕਦੀ ਵੀ ਬੈਲੈਂਸ ਨਹੀਂ ਸੀ ਗਵਾਉਂਦਾ ਹੁੰਦਾ। ਹੁਣ ਬੈਲੈਂਸ ਜੇ ਇਕਾਗਰਤਾ ਹੋਵੇਗੀ ਤੇ ਰੱਸੇ ਤੇ ਚੱਲੇਗਾ ਨਾ। ਇਕਾਗਰਤਾ ਦਾ ਸੰਬੰਧ ਕੇਵਲ ਨਾਮ ਨਾਲ ਹੀ ਨਹੀਂ। ਤੁਸੀਂ ਯਾਦ ਰੱਖੋ, ਟੀਵੀ ਚਲਾ ਕੇ ਰੋਟੀਆਂ 3 ਖਾ ਜਾਓ, ਓਨੀ એનર્ਜੀ ਨਹੀਂ ਮਿਲਣੀ ਜਿੰਨੀ ਇਕਾਗਰਤਾ ਨਾਲ 1 ਰੋਟੀ ਖਾ ਕੇ ਮਿਲ ਜਾਣੀ। ਕਈ ਬੰਦੇ ਨਾਲੇ ਟੀਵੀ ਵੇਖੇ ਨਾਲੇ ਰੋਟੀਆਂ ਖਾਈ ਜਾਂਦੇ, 4-4 5-5 ਰੋਟੀਆਂ ਖਾ ਕਹਿੰਦੇ ਪਤਾ ਨਹੀਂ ਰੱਜੇ ਨਹੀਂ। ਰੱਜਣਾ ਕਿੱਥੇ ਵੇ, ਤੇਰਾ ਧਿਆਨ ਤਾਂ ਹੈ ਹੀ ਨਹੀਂ ਪ੍ਰਸ਼ਾਦੇ ਵੱਲ। ਹਰ ਚੀਜ਼ ਧਿਆਨ ਵੀਜੀਏ, ਧਿਆਨ ਤੋਂ ਬਿਨਾਂ ਸਰੀਰ ਦਾ ਮਲ ਵੀ ਖਾਰਜ ਨਹੀਂ ਹੋ ਸਕਦਾ। ਇਹ ਪਰਮਾਤਮਾ ਦਾ ਇੱਕ ਵਿਧਾਨ ਹੈ। ਹੁਣ ਉਹਨੇ ਕਿਹਾ ਹੁੰਦਾ ਮੈਂ ਪਰਵਾਹ ਨਹੀਂ ਮੰਨਦਾ, ਮੈਂ ਤਾਂ ਬਾਜ਼ੀਆਂ ਬੜੀ ਦੂਰੀ ਪਾਉਂਦਾ ਰਿਹਾ।
ਬਾਹਰੋਂ ਕਹਿ ਦਿੱਤਾ ਪਰ ਅੰਦਰ ਉਹਦੇ ਗੱਲ ਬਿਲਕੁਲ ਬੈਠੀ ਸੀ ਵੀ ਥਾਂ ਪੱਕੀ ਹੈ। ਉਹ ਬੰਦਾ ਜਦੋਂ ਰੱਸੇ ਤੇ ਚੜਿਆ ਨਾ, ਢੋਲ ਵੱਜਿਆ, ਉਹਦੇ ਗੱਲ 'ਚ ਵਹਿਮ ਬਿਠਾ ਦਿੱਤਾ ਵੀ ਆਹ ਸਾਹਮਣੇ ਜਿਹੜਾ ਰੁੱਖ ਦਿਸਦਾ ਇੱਥੇ ਭੂਤ ਪ੍ਰੇਤ ਰਹਿੰਦੇ ਆ, ਇਹ ਪੱਕਾ ਹੈ। ਵਹਿਮ ਬਹਿ ਗਿਆ ਪਿਆਰਿਓ। ਅੱਧ 'ਚ ਗਿਆ, ਜਦੋਂ ਰੁੱਖ ਵੱਲ ਧਿਆਨ ਗਿਆ ਤੇ ਇਕਾਗਰਤਾ ਖਤਮ ਹੋਈ, ਧੜਮ ਕਰਕੇ ਥੱਲੇ ਡਿੱਗਾ, ਉਹਦੀ ਮੌਤ ਹੋ ਗਈ। ਕਿਸੇ ਨੇ ਕਿਹਾ ਫਲਾਣਾ ਬੰਦਾ ਸੱਚ ਹੀ ਕਹਿੰਦਾ, ਉਹਦਾ ਦੁਹਾਈ ਰੱਬ ਦੀ, ਮੈਂ ਤਾਂ ਮਜ਼ਾਕ ਕੀਤਾ, ਇੱਥੇ ਬੰਦਾ ਕੋਈ ਵੀ ਨਹੀਂ ਪਹਿਲਾਂ ਮਰਿਆ, ਆਹ ਹੀ ਮਰ ਗਿਆ ਜਿਹੜਾ ਵਹਿਮ ਕਰਦਾ ਸੀ। ਸਿੱਧੀ ਜੀ ਗੱਲ, ਸਾਡੀ ਮਾਨਸਿਕ ਅਵਸਥਾ ਕੀ। ਚਲੋ ਹੁਣ ਤਾਂ ਨਿਆਣੇ ਨਹੀਂ ਪਹਿਲਾਂ ਸਾਈਕਲ ਚਲਾਉਣਾ ਸਿੱਖਣਾ, ਅੱਧੀ ਕੈਂਚੀ ਤੇ ਸਾਈਕਲ ਸਿੱਖਦੇ ਨਿਆਣੇ, ਡੰਡਾ ਹੱਥ 'ਚ ਪਕੜਦੇ ਹੋਣਾ, ਡੰਡਾ ਪਕੜ ਕੇ ਇੱਕ ਹੈਂਡਲ ਨੂੰ ਹੱਥ ਪਾਇਆ ਹੋਣਾ, ਤੇ ਸਾਹਮਣੇ 60 ਫੁੱਟੀ ਸੜਕ, ਉਹ ਸਾਹਮਣੇ ਇੱਕ ਪੱਥਰ ਪਿਆ, ਕਹਿਣਾ ਵੀ ਮੈਂ ਪੱਥਰ 'ਚ ਨਹੀਂ ਵੱਜਣ ਦੇਣਾ। 60 ਫੁੱਟੀ ਸੜਕ ਛੱਡ ਕੇ ਬੰਦੇ ਦਾ ਸਾਈਕਲ ਠਾ ਕਰਕੇ ਪੱਥਰ 'ਚ ਵੱਜਦਾ ਸੀ, ਕਿਉਂਕਿ ਅੰਦਰ ਵਹਿਮ ਸੀ, ਅੰਦਰ ਭਰਮ ਬੈਠ ਗਿਆ। ਸਤਿਗੁਰੂ ਕਹਿੰਦੇ ਤੁਸੀਂ ਭਰਮ ਪਾਲੀ ਬੈਠੇ ਹੋ, ਸੂਤਕ ਪਾਤਕ ਕੁਛ ਵੀ ਨਹੀਂ, ਸਭੋ ਸੂਤਕ ਭਰਮ ਹੈ, ਦੂਜਾ ਲੱਗੈ ਜਾਏ, ਚੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦੇਤੋਨ ਰਿਜ਼ਕ ਸੰਭਾਹੇ। ਮਹਾਰਾਜ ਕਹਿੰਦੇ ਨੇ ਨਾਨਕ ਜਿੰਨੀ ਗੁਰਮੁਖ ਬੁੱਝਿਆ, ਜਿਨ੍ਹਾਂ ਨੂੰ ਸ਼ਬਦ ਦੀ ਰੋਸ਼ਨੀ ਸਮਝ ਪੈ ਗਈ, ਤਿੰਨਾਂ ਸੂਤਕ ਨਾਏ। ਤੇ ਉਹ ਮੈਂ ਸ਼ਬਦ ਕਹਿ ਰਿਹਾ ਸਾ, ਫਾਸਨ ਕੀ ਬਿਦ ਸਭ ਕੋਉ ਜਾਣੈ। ਭਰਮ ਵਹਿਮ ਵਿੱਚ ਫਸਣ ਦੀ ਫਸ ਸਾਰੀ ਜਾਂਦੇ ਨੇ, ਛੂਟਣ ਕੀ ਇੱਕ ਕੋਈ, ਪਰ ਛੁੱਟਦਾ ਕੋਈ ਟਾਵਾਂ ਟਾਵੇਂ। ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿੰਨਾਂ ਨਾ ਹੋਈ। ਜਿਹੜਾ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦੀ ਵਿਚਾਰ ਕਰੇ, ਉਹਨੂੰ ਸੂਤਕ ਨਹੀਂ। ਹੁਣ ਦੇਖੋ ਅੱਗੇ ਲੜੀ ਕਿੱਥੇ ਪਹੁੰਚਦੀ ਹੈ। ਜਿੰਨੀ ਗੁਰਮੁਖ ਬੁੱਝਿਆ ਤਿੰਨਾਂ ਸੂਤਕ ਨਾ ਹੈ। ਮਹਾਰਾਜ ਉਹ ਕੀ ਬੁੱਝਿਆ? ਅੱਗੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਬੁੱਝਿਆ ਗੁਰੂ ਦੇ ਕੋਲੋਂ, ਉਹ ਸਤਿਗੁਰੂ ਕੋਲੋਂ ਸਮਝ ਪਈ। ਅੱਗੇ ਪੌੜੀ ਹੈ ਜੀ, ਸਤਿਗੁਰ ਵੱਡਾ ਕਰ ਸਾਲਾਹੀਐ। ਇਹਦਾ ਪਾਠ ਸਾਲਾਹੀਐ ਕਰਨਾ, ਸਲਾਹੀਐ ਨਹੀਂ ਕੱਲਾ ਕਰਨਾ। ਸੱਸੇ ਨੂੰ ਕੰਨਾ ਲੱਗਾ ਹੈ, ਲੱਲੇ ਨੂੰ ਵੀ ਕਰਨਾ ਹੈ, ਸਾਲਾਹੀਐ। ਸਤਿਗੁਰ ਵੱਡਾ ਕਰ ਸਾਲਾਹੀਐ। ਇਹਦੇ ਅੱਖਰੀ ਅਰਥ ਨੇ ਕਦੀ ਵੀ ਆਪਣੇ ਗੁਰੂ ਦੀ ਵਡਿਆਈ ਕਰਦਿਆਂ ਝਿਜਕਣਾ ਨਹੀਂ, ਆਪਣੇ ਗੁਰੂ ਨੂੰ ਵੱਡਾ ਹੀ ਕਹਿਣਾ। ਸਤਿਗੁਰ ਵੱਡਾ ਕਰ ਸਹਲਾਈਐ, ਕਿਉਂ? ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਸਤਿਗੁਰੂ ਦੇ ਵਿੱਚ ਬੜੀਆਂ ਵੱਡੀਆਂ ਵਡਿਆਈਆਂ। ਹੁਣ ਮਨ ਚਾਹੇਗਾ ਵੀ ਇਹ ਪੌੜੀ ਸ਼ਲੋਕਾਂ ਨਾਲ ਕਿਵੇਂ ਟੁਕੇਗੀ? ਮਹਾਰਾਜ ਨੇ ਕਿਹਾ ਗਿਆਨ ਉਤਾਰੈ ਧੋਏ। ਜਿੰਨੀ ਗੁਰਮ ਨਾਨਕ ਜਿੰਨੀ ਗੁਰਮੁਖ ਬੁੱਝਿਆ, ਸ਼ਬਦ ਵਰਤਿਆ ਕਿ ਤਿੰਨਾਂ ਸੂਤਕ ਨਾ ਹੈ। ਹੁਣ ਇਹਦੀ ਸਮਝ ਤਾਂ ਪਏਗੀ ਜਦੋਂ ਇਸ ਤੁਕ ਤੇ ਪਹੁੰਚਾਂਗੇ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ। ਆ ਸਾਰੇ ਸੂਤਕ ਪਾਤਕ ਦੀ ਬੁਰਿਆਈ ਕੱਢ ਕੇ ਬਾਹਰ ਮਾਰੀ। ਪਰ ਇਹਦੀ ਸ਼ੁਰੂਆਤ ਹੋਵੇਗੀ ਸਤਿਗੁਰ ਵੱਡਾ ਕਰ ਸਾਲਾਹੀਐ। ਆਪਣੇ ਸਤਿਗੁਰੂ ਨੂੰ ਵੱਡਾ ਕਰਕੇ ਸਲਾਹੋ, ਆਪਣੇ ਸਤਿਗੁਰੂ ਦੀ ਉਪਮਾ ਵੱਡਿਆਂ ਕਰਕੇ ਕਰੋ, ਉਹਨੂੰ ਛੋਟਾ ਜਾਣ ਕੇ ਨਹੀਂ। ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਸਤਿਗੁਰੂ ਦੇ ਵਿੱਚ ਬੜੀਆਂ ਵੱਡੀਆਂ ਵਡਿਆਈਆਂ ਨੇ, ਜਿਸ ਸਤਿਗੁਰੂ ਵਿੱਚ ਵਡਿਆਈਆਂ ਭਰੀਆਂ ਪਈਆਂ ਨੇ। ਹਾਂ, ਬਾਣੀ ਵਿੱਚੋਂ ਮੈਂ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਉਪਮਾ ਕੀਤੀ ਗਈ ਨਾ, ਅਸ਼ਕੇ ਜਾਈਏ, ਕੁਰਬਾਨ ਜਾਈਏ, ਸ਼ਾਬਾਸ਼ ਐਸੀ ਉਪਮਾ ਤੋਂ। ਇੱਕ ਗੱਲ ਪੱਕੀ ਚੇਤੇ ਰੱਖੋ, ਜਿੰਨੇ ਮਰਜੀ ਦਲੀਲਬਾਜ਼ ਆ ਜਾਣ, ਕਦੀ ਸਮਝੌਤਾ ਇਹ ਨਹੀਂ ਕਰਨਾ ਕਿ ਮੇਰੇ ਗੁਰੂ ਨਾਨਕ ਤੋਂ ਵੀ ਕੋਈ ਵੱਡਾ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਹੈ। ਇਹਨੂੰ ਈਗੋ 'ਚ ਨਹੀਂ ਲਿਜਾਣਾ, ਇਹਨੂੰ ਸਤਿਗੁਰੂ ਦੇ ਦਿੱਤੇ ਉੱਤੇ ਮਾਣ ਵਿੱਚ ਲਿਜਾਣਾ ਹੈ। ਤਾਂ ਹੀ ਬਾਬਾ ਜੀ ਨੇ ਜੇ ਕਹੀਏ ਜੀ ਇਹ ਈਗੋ ਹੈ, ਨਹੀਂ। ਹਮਰਾ ਠਾਕੁਰ ਸਭ ਤੇ ਉੱਚਾ, ਵੱਡਾ ਮੇਰਾ ਗੋਬਿੰਦ, ਮੇਰਾ ਸਾਈਂ ਸਭ ਤੋਂ ਵੱਡਾ ਹੈ। ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਜਾਂ ਸਤਿਗੁਰੂ ਨੇ ਬਚਨ ਵਰਤਿਆ, ਮੈਂ ਪੇਖਿਓਰੀ ਮੋਹਨ ਸਭ ਤੇ ਉੱਚਾ। ਮੇਰਾ ਮੋਹਨ, ਮੇਰਾ ਵਾਹਿਗੁਰੂ ਸਭ ਤੋਂ ਵੱਡਾ ਹੈ। ਪਹਿਲੀ ਬੇਨਤੀ ਹੈ ਵੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡਿਆਂ ਜਾਣੋ, ਇਸ ਜੋਤ ਨੂੰ ਸਭ ਤੋਂ ਵੱਡਿਆਂ। ਇਸੇ ਕਰਕੇ ਗੁਰੂ ਅਰਜਨ ਸਾਹਿਬ ਨੇ ਸ਼ਬਦ ਕਹੇ ਕਿ ਅਸੀਂ ਜਿਹੜਾ ਸ਼ਬਦ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਤਿਗੁਰ ਵੱਡਾ ਕਰ ਸਾਲਾਈਐ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੇਰਾ ਗੁਰੂ ਸਭ ਤੋਂ ਵੱਡਾ ਹੈ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਇੱਕ ਬਚਨ ਹੈ, ਗੁਰੂ ਅਰਜਨ ਸਾਹਿਬ ਦੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਸਵਈਆ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਵੱਡੇ ਨੇ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਏ ਨੇ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਵੱਡਾ ਕਰ ਸਹਲਾਈਏ। ਇੰਨਾ ਵੱਡਾ ਕਹੋ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਭਗਤ ਨੇ, ਬ੍ਰਹਮ ਦੇ ਸਮਸਰ ਨੇ, ਇਹਨਾਂ ਦੇ ਬਰਾਬਰ ਕੋਈ ਨਹੀਂ, ਇਹ ਸਭ ਤੋਂ ਉੱਚੇ ਨੇ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜੀ ਕਿਆ ਬਖਾਨਾ, ਹਾਂ ਕਿ ਬਲ 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 ਸਦ ਬਲਖਾਰ। ਗੁਰੂ ਸਾਹਿਬ ਨੂੰ ਵੱਡਾ ਜਾਣੀਏ। ਇਸੇ ਪਰਪੇਖ ਵਿੱਚ ਜਦੋਂ ਅਸੀਂ ਸਤਿਗੁਰੂ ਦੇ ਸਵਈਏ ਪੜ੍ਹਦੇ ਹਾਂ ਨਾ, ਕਈ ਵਾਰੀ ਕਈ ਬੰਦਿਆਂ ਦੇ ਮਨ 'ਚ ਖਿਆਲ ਆ ਜਾਂਦਾ ਜੀ, ਮੈਂ ਪਿਛਲੇ ਦਿਨ ਵੀ ਕਿਹਾ, ਬਾਣੀ ਵਿੱਚ ਤਾਂ ਕਿਹਾ ਜਪ ਮਨ ਸਤਨਾਮ ਸਦਾ ਸਤਨਾਮ, ਖਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਪਰ ਭੱਟ ਕਹਿੰਦੇ ਨੇ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਮਨ ਚ ਉੱਠੇਗਾ ਜੇ ਜਪ ਮਨ ਸਤਨਾਮ ਹੈ, ਫਿਰ ਜਪਿਓ ਜਿਨ ਅਰਜੁਨ ਦੇਵ ਗੁਰੂ। ਅਸਲ ਚ ਭੱਟ ਜਿਹੜੇ ਨੇ ਉਹ ਆਪਣੇ ਗੁਰੂ ਨੂੰ ਵੱਡਿਆਂ ਕਰਕੇ ਸਲਾਹੁੰਦੇ ਨੇ। ਕਿਉਂ? ਇਸ ਜਗ੍ਹਾ ਤੇ ਉਹ ਆ ਕੇ ਗੱਲ ਕਰ ਰਹੇ ਨੇ ਕਿ ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਸਤਿਗੁਰ ਵੱਡਾ ਕਰ ਸਲਾਹੀਏ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਚਲੋ ਇੱਕ ਉਦਾਹਰਨ ਮੈਂ ਦੇ ਦੇਣਾ। ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਬਾਣੀ 'ਚ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਮੇਰੇ ਗੁਰੂ ਵਰਗਾ ਕੋਈ ਦੇਵਤਾ ਨਹੀਂ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਹੁਣ ਇਹਦੇ ਅਰਥ ਇਹ ਨਾ ਕੋਈ ਕਰਨ ਲੱਗ ਪਏ ਇਹ ਸ਼ਿਵ ਜੀ ਸਾਡਾ ਗੁਰੂ, ਬ੍ਰਹਮਾ ਸਾਡੂ ਗੁਰੂ। ਗੁਰੂ ਸਾਹਿਬ ਕਹਿੰਦੇ ਨੇ ਮੇਰੇ ਵਾਸਤੇ ਮੇਰਾ ਗੁਰੂ ਹੀ ਈਸ਼ਰ ਹੈ, ਮੇਰੇ ਵਾਸਤੇ ਮੇਰਾ ਸਤਿਗੁਰੂ ਹੀ ਬ੍ਰਹਮਾ ਹੈ, ਮੇਰੇ ਵਾਸਤੇ ਮੇਰਾ ਸਤਿਗੁਰੂ ਹੀ ਪਾਰਬਤੀ का रूप है। ਗੱਲ ਇਹ ਵੇ ਕਿ ਗੁਰੂ ਵਰਗਾ ਕੋਈ ਦੇਵਤਾ ਨਹੀਂ। ਉਹ ਦੇਵਾਦ ਦੇਵ, ਉਹ ਦੇਵਤਿਆਂ ਦਾ ਦੇਵਤਾ ਹੈ। ਇਸੇ ਕਰਕੇ ਜਾਪ ਸਾਹਿਬ ਵਿੱਚ ਰੱਬ ਦੀ ਇੰਨੀ ਵਡਿਆਈ ਕਰਦਿਆਂ ਸ਼ਬਦ ਵਰਤਿਆ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ। ਕਰੋੜਾਂ ਇੰਦਰ ਵਰਗੇ ਦੇਵਤੇ ਉਹਦੇ ਦਰ ਤੇ ਝੁਕੇ ਨੇ। ਆਓ ਮੈਂ ਬੇਨਤੀ ਕਰਨੀ ਚਾਹਨਾ, ਕਿਸ ਤਰ੍ਹਾਂ ਵੱਡਾ ਸਲਾਹੀਏ। ਗੁਰੂ ਵਰਗਾ ਕੋਈ ਇਹ ਬੇਨਤੀ ਜੇ ਅਨਰਾਤੇ ਚੱਲਦੇ ਪਏ ਆ, ਇਹ ਨਾ ਸਮਝੋ ਮੈਂ ਫਿਰਕਾ ਸ਼ਾਇਦ ਚੱਲਦੇ ਪਏ ਕਿ ਇਸ ਤਰ੍ਹਾਂ ਹੀ ਨਾ, ਮੈਨੂੰ ਪਤਾ ਨਹੀਂ ਸ਼ੁਰੂ ਹੋ ਗਏ। ਤੇ ਬੀਬੀਓ ਭੈਣੋ, ਇਸ ਬਾਪੂ ਨੂੰ ਮੱਥਾ ਟੇਕ ਕੇ ਐਵੇਂ ਕਰਮ ਕਾਂਡਾਂ 'ਚ ਨਾ ਪੈ ਜਾਇਆ ਜੀ। ਹਾਂ, ਕਿਸੇ ਦੀ ਨਿੰਦਿਆ ਨਾ ਕਰਿਓ, ਨਫ਼ਰਤ ਨਾ ਕਰਿਓ। ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਪਰ ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਗੁਰੂ ਨੂੰ ਮੰਨ ਲਿਆ ਨਾ, ਇਸ ਤੋਂ ਵੱਡਾ ਕੋਈ ਨਹੀਂ ਜੇ। ਆਓ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ। ਸਤਿਗੁਰੂ ਵੱਡਾ ਕਰ ਸਹਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਅੱਗੇ ਮੈਂ ਅਰਥ, ਕਿਉਂਕਿ ਮੈਂ ਸਮੇਂ ਅਨੁਸਾਰ ਇਸ ਪੌੜੀ ਨੂੰ ਸਮਾਪਤ ਕਰਨਾ। ਜੇ ਕੱਲੀ ਪੌੜੀ ਦੀ ਕਥਾ ਕਰਨੀ ਹੋਵੇ 10-15 ਦਿਨ ਚਾਹੀਦੇ ਨੇ ਦੇ ਲਈ। ਸਤਿਗੁਰੂ ਵੱਡਾ ਕਿਸ ਤਰ੍ਹਾਂ ਹੈ, ਪਰ ਖਿੰਟ ਮਾਤਰਾ 'ਚ ਮੈਂ ਸਾਰੀਆਂ ਗੱਲਾਂ ਕਰ ਜਾਣਾ। ਗੁਰੂ ਵਰਗਾ ਕੋਈ ਨਹੀਂ। ਇੱਕ ਸਵਾਲ ਉੱਠਦਾ, ਫਿਰ ਹੈ ਤਾਂ ਸਾਰੇ ਇੱਕੋ ਹੀ। ਇੱਕੋ ਹੋ ਕੇ ਵੀ ਵੱਡਿਆਏ, ਵੱਡੇ ਵੀ ਤੇ ਛੋਟੇ ਵਿੱਚ ਬੜਾ ਫਰਕ ਹੁੰਦਾ। ਆਓ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦੇ ਨੇ ਇੱਕ ਇਨਸਾਨ ਨੂੰ ਅੰਬ ਖਾਣ ਦੀ ਲੋਚਾ ਹੈ। ਤੇ ਮੰਨ ਲਓ ਕੱਚੀ ਅੰਬੀ, ਕੱਚਾ ਅੰਬ ਤੋੜ ਕੇ ਉਹਨੂੰ ਕਹੀਏ ਆਹ ਖਾ ਲੈ। ਕੱਚੇ ਅੰਬ ਵਿੱਚੋਂ ਕਦੀ ਰਸ ਨਿਕਲਿਆ? ਕੜਵਾਪਨ, ਖਟਾਸ ਹੈ, ਉਹਦੇ ਨਾਲ ਗਲਾ ਪਕੜਿਆ ਜਾਂਦਾ ਹੈ। ਤੇ ਜੇ ਇਹ ਬੰਦਾ ਕਹੇ ਪੱਕਿਆ ਹੋਇਆ ਅੰਬ ਤੇ ਕੱਚਾ ਅੰਬ ਇੱਕ ਹੀ ਰੁੱਖ ਨਾਲ ਲੱਗੇ ਨੇ, ਇਹ ਸਵਾਲ ਕੀਤਾ ਜਾਂਦਾ ਜੀ ਵੀ ਗੱਲ ਤਾਂ ਇੱਕ ਰੱਬ ਦੀ ਸਾਰੇ ਕਰਦੇ ਆ। ਹੁਣ ਕੱਚੀ ਅੰਬੀ ਵੀ ਉਸ ਰੁੱਖ ਨਾਲ ਲੱਗੀ ਤੇ ਜਿਹੜਾ ਪੱਕ ਗਿਆ ਉਹ ਵੀ ਉਸ ਟਾਹਣੀ ਨਾਲ ਲੱਗਾ ਹੈ, ਪਰ ਦੋਨਾਂ 'ਚ ਬੜਾ ਫਰਕ ਜੇ ਪਿਆਰਿਓ। ਕੱਚੇ ਵਿੱਚ ਖਟਾਸ ਕੁੜੱਤਨ ਤੇ ਗਲਾ ਪਕੜਦਾ ਹੈ, ਪੱਕਾ ਹੋਇਆ ਅੰਬ ਕਈ ਰੋਗ ਦੂਰ ਕਰਦਾ ਹੈ। ਮੇਰਾ ਸਤਿਗੁਰੂ ਜਿਹੜਾ ਹੈ ਉਹਦੀ ਪੂਜਾ ਦੇ ਤੁਲ
ਕੱਚੀਆਂ ਅੰਬੀਆਂ ਨਹੀਂ ਹੋ ਸਕਦੀਆਂ। ਇਹ ਸਮਝਣ ਲਈ 5-6 ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ। ਅੰਬ ਦਾ ਮੁਕਾਬਲਾ ਕੱਚੀ ਅੰਬਕੜੀ ਨਹੀਂ ਕਰ ਸਕਦੀ। ਬਾਪ ਭਾਵੇਂ ਦਿਹਾੜੀ ਕਰਦਾ ਹੋਵੇ ਨਾ, ਕੱਖਾਂ ਦੀ ਕੁੱਲੀ 'ਚ ਰਹਿੰਦਾ ਹੋਵੇ, ਚੇਤੇ ਰੱਖਿਓ ਬਾਪ ਦਾ ਮੁਕਾਬਲਾ ਗਵਾਂਢੀ ਅਰਬਾਂਪਤੀ ਕਦੀ ਨਹੀਂ ਕਰ ਸਕਦਾ। ਕਿ ਪਿਤਾ ਦਾ ਪਿਆਰ ਕਦੀ ਗਵਾਂਢੀ ਦੇ ਸਕਦਾ? ਜੋ ਪਿਤਾ ਨੇ ਪਿਆਰ ਦੇਣਾ ਉਹ ਗਵਾਂਢੀ ਕੋਲ ਨਹੀਂ, ਮਰਦ ਦੋਨੋਂ ਨੇ, ਇਨਸਾਨੀ ਜਾਮੇ ਦੋਨੋਂ ਨੇ। ਅੰਬ ਦਾ ਸਵਾਦ ਆਂਬਲੀ ਵਿੱਚੋਂ ਨਹੀਂ, ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ। ਅਗਲੀ ਬੇਨਤੀ ਕਰਾਂ, ਜਿਹੜਾ ਖਜ਼ਾਨਾ ਸਮੁੰਦਰ ਵਿੱਚੋਂ ਮਿਲਣਾ ਹੈ, ਇੱਕ ਸਵੀਮਿੰਗ ਪੂਲ ਬਣਾ ਕੇ ਕਹੀਏ ਵੀ ਪਾਣੀ ਤਾਂ ਇਹਦਾ ਵੀ ਬੜਾ ਕਮਾਲ ਦਾ ਹੈ, ਚੇਤੇ ਰੱਖਿਓ ਤਲਾਬਾਂ ਵਿੱਚੋਂ ਕੁਝ ਨਹੀਂ ਮਿਲਣਾ ਜੋ ਕੁਝ ਸਮੁੰਦਰ ਵਿੱਚੋਂ ਮਿਲਣਾ ਹੈ। ਸਮੁੰਦਰ ਵੱਡਾ ਹੈ ਨਾ, ਇਹ ਗੱਲ ਸਿਰਫ ਸਤਿਗੁਰ ਵੱਡਾ ਕਰ ਸਲਾਈ ਹੈ। ਸਮੁੰਦਰ ਦਾ ਖਜ਼ਾਨਾ ਪੋਖਰ 'ਚ ਛੱਪੜ 'ਚ ਨਹੀਂ, ਪਿਤਾ ਦਾ ਪਿਆਰ ਗਵਾਂਢੀ ਕੋਲੋਂ ਨਹੀਂ, ਅੰਬ ਦਾ ਸਵਾਦ ਆਂਬਲੀ ਵਿੱਚੋਂ ਨਹੀਂ। ਤੇ ਚੇਤੇ ਰੱਖਿਓ, ਚੜ੍ਹੇ ਹੋਏ ਸੂਰਜ ਦਾ ਮੁਕਾਬਲਾ ਦੀਵਾ ਕਦੀ ਨਹੀਂ ਕਰ ਸਕਦਾ। ਬੇਨਤੀ ਹੈ, ਭਾਈ ਗੁਰਦਾਸ ਸਾਹਿਬ ਨੇ ਲਫ਼ਜ਼ ਵਰਤੇ ਨੇ, ਉਹ ਕਹਿੰਦੇ ਨੇ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਸਾਗਰ ਕੀ ਨਿਧ ਕਤ ਪਾਈ ਹੈ, ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ। ਇੰਦਰ ਬਨਖਾ ਸਮਾਨ ਪੂਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ। ਚਲੋ 4 ਮੈਂ ਉਦਾਹਰਨਾਂ ਦੇ। ਅਗਲੀ, ਖੂਹ 'ਚ ਵੀ ਪਾਣੀ ਹੈ, ਤੇ ਮੈਨੂੰ ਦੱਸੋ ਬੱਦਲਾਂ ਦੇ ਪਾਣੀ ਦਾ ਮੁਕਾਬਲਾ ਖੂਹ ਕਰ ਲਏਗਾ? ਖੂਹ ਦਾ ਪਾਣੀ ਹੈ, ਕੁਝ ਦਾਇਰੇ ਤੱਕ ਸੀਮਤ ਹੈ, ਪਰ ਜਦੋਂ ਬੱਦਲ ਨੇ ਵਰਸਣਾ ਉਹਨੇ ਪਹਾੜ ਦੀ ਸਿਖਰ ਨੂੰ ਵੀ ਸਰਸ਼ਾਰ ਕਰ ਦੇਣਾ ਹੈ। ਬੱਦਲ ਦੇ ਪਾਣੀ ਦਾ ਮੁਕਾਬਲਾ ਖੂਹ ਨਹੀਂ ਕਰ ਸਕਦਾ। ਚੇਤੇ ਰੱਖਿਓ, ਚੰਦਨ ਦੀ ਸੁਗੰਧੀ ਢੱਕ ਪਲਾਸ ਵਿੱਚੋਂ ਨਹੀਂ ਆ ਸਕਦੀ। ਭਾਈ ਸਾਹਿਬ ਤੁਸੀਂ ਦੱਸਣਾ ਕੀ ਚਾਹੁੰਦੇ ਹੋ? ਕਹਿੰਦੇ ਮੈਂ ਦੱਸਣਾ ਇਹ ਚਾਹੁੰਦਾ, ਅੰਬ ਦਾ ਸਵਾਦ ਅੰਬਲੀ ਵਿੱਚੋਂ ਨਹੀਂ, ਆਂਬਲੀ ਵਿੱਚੋਂ ਨਹੀਂ, ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ, ਸਮੁੰਦਰ ਦਾ ਖਜ਼ਾਨਾ ਛੱਪੜ ਵਿੱਚੋਂ ਨਹੀਂ, ਸੂਰਜ ਦੀ ਰੋਸ਼ਨੀ ਦਾ ਮੁਕਾਬਲਾ ਦੀਵਾ ਨਹੀਂ। ਕਹਿਣ ਲੱਗੇ ਸਮੁੰਦਰ ਦੇ ਵੈਗਰੂ ਖੂਹ ਦਾ ਪਾਣੀ, ਇੰਦਰ ਦੇਵਤਾ ਸ਼ਬਦ ਵਰਤਾਂ, ਬੱਦਲਾਂ ਦਾ ਮੁਕਾਬਲਾ ਖੂਹ ਦਾ ਪਾਣੀ ਕੀ ਕਰੇਗਾ? ਚੰਦਨ ਦਾ ਰਸ, ਚੰਦਨ ਦੀ ਸੁਗੰਧੀ ਢੱਕ ਪਲਾਸ ਕੋਲੋਂ ਕੋਈ ਨਹੀਂ। ਕਹਿੰਦੇ ਸੱਚ ਐਵੇਂ ਚੜ੍ਹਦੇ ਤੋਂ ਲੈਂਦੇ ਤੱਕ ਚਲੇ ਜਾਓ, ਗੁਰੂ ਨਾਨਕ ਤੋਂ ਵੱਡਾ ਕੋਈ ਦੇਵੀ ਦੇਵਤਾ ਨਹੀਂ। ਸਤਿਗੁਰ ਵੱਡਾ ਕਰ ਸਲਾਹੀ ਹੈ। ਇਹ ਪੂਰਾ ਕਵਿਤ ਹੈ ਕਿ आंब की सदर कत मिटत आंबली खाए, पिता को प्यार ना परोसी पै पाई है, सागर की निध कद पाई है, पोखर सै दिन कर सर दीप जोत ना पुजाई है, इंदर बनखा समान पूजस ना कूप जल, चंदन सुगंध ना पैलास महकाई है। कह लगे श्री गुरु दयाल की दया ना आन देव, सतगुर वड्डा कर सहलाई है। श्री गुरु दयाल की दया ना आन देव, जो खंड ब्रह्मंड उदय अस्तल होता ही है, चढ़ते तो लैके लेंदे तक। मैं सीधी तुहानूं एक और उदाहरण दियां, चलो हड्ड बीती उन्हां दी। बाबा सत्ता बलवंड जी छड्ड के गए ना, ये इतिहास सारा मंद है। जदों वापस आए उन्होंने पहली तोके कही सी, दुनिया दे लोगो गुरु नानक तो वड्डा इत्थे कोई नहीं जी। नाउ करता कादर करे, क्यों बोल होवे जो खीमद है, बस इक्को तुक दे में अर्थ करना। नाउ करता कादर करे, नाउ दा अर्थ है नामना, जिस दे नामने नू करते पुरख ने वड्डियां कर दिता। क्यों बोल होवे जो खीमद है, जोखण दा अर्थ है तोलना। वो गुरु नानक इन्ने वड्डे ने, किसी बंदे दी जबान गुरु नानक दे नाम नू तोल के नहीं दस सकती किड्डा को वड्डा है। फिर जदों उन्होंने 8वीं पौड़ी कही रामकली की वार च, उहदे विच एक बचन है कि तख्त बैठा अर्जुन गुरु, सतगुर का खिवै चंदोवा, उगवनो तै आत्मनो चौचक्की कियन लोवा। इन्ना वड्डा प्रकाश मेरे गुरु दा चढ़दे तो लैके लैंदे तक गुरु नानक साहब की किरपा वरतदी। सतगुर वड्डा कर साह लाही है, जिस विच वड्डियां वड्डियाइयां। की वड्डियाइयां वड्डियां जी? खिनमै ऊणे सूपर भरिया, ये गुरु विच वड्डियाइयां ने। सूके खरे किए खिनमाए, अमृत दृष्ट संच जीवाए, ये गुरु की वड्डियाई है। एक खिन विच ऊणे भर दिते, खिन विच सुके हरे कर दिते।
ਇਹ ਗੁਰੂ ਦੀ ਵਡਿਆਈ ਹੈ। ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਿਤ ਦਰਿਆਓ ਜਨਮ ਹਮ ਕਾਲਕ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦਾ ਜਨਮ ਮਰਨ ਦਾ ਦੁੱਖ ਕੱਟਿਆ ਗਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰੂ 'ਚ ਬੜੀ ਵਡਿਆਈ ਹੈ ਕਿ ਸਤਿਗੁਰ ਗੁਣੀ ਨਿਦਾਨਕ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਉਹ ਗੁਣਾਂ ਦਾ ਖਜ਼ਾਨਾ ਅਵਗੁਣਾਂ ਨਾਲ ਭਰਿਆ ਨੂੰ ਵੀ ਬਖਸ਼ ਦਿੰਦਾ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰੂ ਉਹ ਵੈਦ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ ਦਲ ਕੇ ਰੱਖ ਦਿੰਦਾ। ਪਿਆਰਿਓ, ਉਹਦੇ ਵਿੱਚ ਬੜੀਆਂ ਵਡਿਆਈਆਂ ਨੇ। ਮੈਂ ਸੰਖੇਪ ਜੀ ਬੇਨਤੀ ਕਰਾਂਗਾ ਕਿ ਸਤਿਗੁਰ ਵੱਡਾ ਕਰ ਸਹਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਅਗਲਾ ਬਚਨ ਸਹਿ ਮੇਲੇ। ਸਹਿ ਇਹਦਾ ਅਰਥ ਹੈ ਪਤੀ ਪਰਮਾਤਮਾ ਵਾਹਿਗੁਰੂ, ਜਿਨ੍ਹਾਂ ਨੂੰ ਗੁਰੂ ਨਾਲ ਮਿਲਾ ਦੇਵੇ। ਵਡਿਆਈਆਂ ਤਾਂ ਹਨ, ਪਰ ਜਿਨ੍ਹਾਂ ਨੂੰ ਪਰਮਾਤਮਾ ਗੁਰੂ ਨਾਲ ਮਿਲਾਏ। ਗੁਰੂ ਗ੍ਰੰਥ ਸਾਹਿਬ ਤਾਂ ਹਰ ਗੁਰਦੁਆਰੇ 'ਚ ਪ੍ਰਕਾਸ਼ ਨੇ, ਪਰ ਯਾਦ ਰੱਖਿਓ ਜਿਨ੍ਹਾਂ ਨੂੰ ਪਰਮਾਤਮਾ ਤਰਸ ਕਰਕੇ ਸਤਿਗੁਰੂ ਨਾਲ ਮਿਲਾ ਦੇਵੇ। ਸਹਿ ਮੇਲੇ ਖਸਮ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਨੂੰ ਸਤਿਗੁਰੂ ਨਾਲ ਮਿਲਾਏ। ਇਹਦੇ ਅਰਥ ਇਹ ਹੋਣਗੇ, ਸਹਿ ਮੇਲੇ ਤਾਂ ਨਦਰੀ ਆਈਆਂ। ਉਹਨਾਂ ਨੂੰ ਫਿਰ ਨਜ਼ਰ ਪਈ ਗੁਰੂ ਦੀਆਂ ਵਡਿਆਈਆਂ ਦੀ, ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਗੁਰੂ ਨਾਲ ਮਿਲਾ ਦਿੱਤਾ। ਅਗਲਾ ਬਚਨ, ਉਹ ਵਡਿਆਈਆਂ ਕੀ ਸਿਰਫ ਗੁਰੂ 'ਚ ਰਹਿਣਗੀਆਂ? ਮਹਾਰਾਜ ਕਹਿੰਦੇ ਨੇ ਨਹੀਂ, ਜਾਂ ਤਿਸ ਭਾਣਾ। ਇਹ ਇਸ ਤੁਕ ਦੇ ਅਰਥ ਫਿਰ ਦੁਬਾਰਾ ਸੁਣਿਓ। ਸਹਿ ਮੇਲੇ ਤਾਂ ਨਦਰੀ ਆਈਆਂ, ਉਹ ਜਿਹੜੀਆਂ ਪੂਰੇ ਸਤਿਗੁਰੂ ਵਿੱਚ ਵਡਿਆਈਆਂ ਨੇ, ਇਹ ਉਹਨਾਂ ਬੰਦਿਆਂ ਨੂੰ ਨਜ਼ਰ ਆਈਆਂ ਜਿਨ੍ਹਾਂ ਨੂੰ ਖਸਮ ਪਰਮਾਤਮਾ ਵਾਹਿਗੁਰੂ ਨਾਲ, ਵਾਹਿਗੁਰੂ ਨੇ ਤਰਸ ਕਰਕੇ ਮਿਲਾ ਦਿੱਤਾ ਗੁਰੂ ਨਾਲ। ਸਹਿ ਅਰਥ ਵਾਹਿਗੁਰੂ ਨੇ ਮਿਲਾਇਆ ਗੁਰੂ ਨਾਲ। ਫਿਰ ਉਹ ਵਡਿਆਈਆਂ ਜਿਹੜੀਆਂ ਨੇ, ਜਾਂ ਤਿਸ ਭਾਣਾ, ਜਦੋਂ ਇਨਸਾਨ ਗੁਰੂ ਨੂੰ ਭਾ ਗਿਆ, ਗੁਰੂ ਨੂੰ ਚੰਗਾ ਲੱਗ ਗਿਆ, ਤਾਂ ਮਨ ਵਸਾਈਆਂ ਜਿੰਨੀਆਂ ਗੁਰੂ ਦੀਆਂ ਵਡਿਆਈਆਂ ਨੇ, ਸੱਚ ਇਹ ਵੀ ਉਸ ਸਿੱਖ ਦੇ ਵਿੱਚ ਧਾ ਕਰਕੇ ਉਹਦੇ ਮਨ ਵਿੱਚ ਵਸ ਗਈਆਂ, ਜਿਹੜਾ ਗੁਰੂ ਨੂੰ ਚੰਗਾ ਲੱਗ ਗਿਆ। ਗੁਰੂ ਦੀਆਂ ਵਡਿਆਈਆਂ ਉਹਦੇ ਵਿੱਚ ਪ੍ਰਵੇਸ਼ ਕਰ ਗਈਆਂ। ਮਹਾਰਾਜ ਇਹ ਵਡਿਆਈਆਂ ਸਾਰੀਆਂ, ਹਾਂ ਬਿਲਕੁਲ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅਸੀਂ ਬੋਲ ਪੜ੍ਹਨੇ ਖਾਂ, ਜਿਉਂ-ਜਿਉਂ ਕੋਈ ਸ਼ਬਦ ਨਾਲ ਜੁੜਦਾ ਹੈ, ਬਾਣੀ ਦਾ ਅਭਿਆਸ ਕਰਦਾ ਹੈ, ਉਹ ਸਾਰੇ ਗੁਣ ਆਪਣੇ ਆਪ ਨਾਲ ਗੁਰੂ ਦੇ ਸਿੱਖ ਵੀ ਚਲੇ ਜਾਂਦੇ ਨੇ। ਸੱਚ ਇਹ ਵੇ, ਜਿਵੇਂ ਅਸੀਂ ਬਾਣੀ 'ਚ ਪਾਠ ਕਰਨੇ ਆ, ਸਿੱਖ ਗੁਰੂ, ਗੁਰੂ ਸਿੱਖ ਹੈ, ਏਕੋ ਗੁਰੂ ਉਪਦੇਸ਼ ਚਲਾਏ, ਉਹਦੇ 'ਚ ਪ੍ਰਵੇਸ਼ ਕਰ ਜਾਂਦਾ ਸਭ ਕੁਝ। ਫਿਰ ਉਹਦੀਆਂ ਬੁਰਾਈਆਂ, ਮਹਾਰਾਜ ਕਹਿੰਦੇ ਨੇ ਕਰ ਹੁਕਮ ਮਸਤਕ ਹੱਥ ਧਰ। ਪਰਮਾਤਮਾ ਦੇ ਹੁਕਮ ਕਰਕੇ, ਉਹਦੇ ਹੁਕਮ ਨਾਲ ਸਿੱਖ ਦੇ ਮੱਥੇ ਤੇ ਗੁਰੂ ਨੇ ਹੱਥ ਰੱਖ ਦਿੱਤਾ, ਬਖਸ਼ਿਸ਼ ਕਰ ਦਿੱਤੀ। ਜਿਹੜੇ ਆ ਸੂਤਕ ਤੇ ਪਾਤਕ ਦੀ ਬਿਮਾਰੀ ਚੰਬੜੀ ਸੀ, ਜਿਹੜੀ ਬੁਰਿਆਈ ਬਣ ਕੇ ਖਹਿੜਾ ਨਹੀਂ ਛੱਡਦੀ, ਜਦੋਂ ਸਤਿਗੁਰੂ ਮਿਲਿਆ, ਉਹਦੀਆਂ ਵਡਿਆਈਆਂ ਨਜ਼ਰ ਆਈਆਂ। ਗੁਰੂ ਨੇ ਆਪਣਾ ਰਹਿਮਤ ਭਰਿਆ ਹੱਥ ਮੱਥੇ ਤੇ ਰੱਖਿਆ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਿੰਨੇ ਔਗਣ ਸਨ, ਜਿੰਨੀਆਂ ਬੁਰਿਆਈਆਂ ਸਨ, ਉਹ ਗੁਰੂ ਨੇ ਵਿੱਚੋਂ ਮਾਰ ਕੇ ਬਾਹਰ ਕੱਢ ਦਿੱਤੀਆਂ। ਦੁਬਾਰਾ ਅੰਦਰ ਇਹ ਨਹੀਂ ਕਲਿਆ ਵੀ ਕਲੀਆਂ ਕੱਢੀਆਂ, ਸੱਚ ਇਹ ਵੇ ਮਾਰ ਕੱਢੀਆਂ, ਉਹਨਾਂ ਨੂੰ ਬਾਹਰ ਕੱਢ ਦਿੱਤਾ। ਇਹਨੂੰ ਸੁਖਮਨੀ ਸਾਹਿਬ ਦੇ ਪਦੇ ਨਾਲ ਅਰਥ ਹੋ ਸਕਦੇ ਨੇ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਖੀਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਰਿਨ ਲਾਥਾ। ਸਮਰੱਥ ਗੁਰੂ ਸਿਰ ਹੱਥ ਧਰਿਓ,
गुर कीनी कृपा हर नाम दियो। चतुर्दिशा कीनो बल अपना सिर ऊपर कर धारियो, विचों मार कड्डियां बुराइयां सिर ऊपर कर धारियो। कृपा कटाख अवलोकन कीनो दास का तूख विदारियो। अमें दुष्ट शब्द वरते ਜਾਂ सतगुरु ਦੇ ਅਸੀਂ शब्द पढ़ने ਆ, ਕੱਚੋ ਕੰਚਨ ਭਇਓ शब्द गुर ਸਰਵਣੈ ਸੁਣਿਓ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਜਿਹੜਾ ਕੱਚ ਸੀ ਉਹਨੂੰ ਸਤਿਗੁਰੂ ਨੇ ਕੰਚਨ ਸੋਨਾ ਬਣਾ ਦਿੱਤਾ। ਜਿਹੜੀ ਜ਼ਹਿਰ ਨਾਲ ਭਰੀ ਕੋਈ ਜ਼ਿੰਦਗੀ ਸੀ, ਵਕਾਰਾਂ ਨਾਲ ਭਰੀ ਕੋਈ ਜ਼ਿੰਦਗੀ ਸੀ, ਉਹਨੂੰ ਆਤਮਿਕ ਗੁਣਾਂ ਵਿੱਚ ਬਦਲ ਦਿੱਤਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਲੋਹ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ। ਪਿਆਰਿਓ ਇੰਨੀ ਬਖਸ਼ਿਸ਼ ਕੀਤੀ ਉਹਨੇ, ਬੁਰਾਈਆਂ ਵਿੱਚੋਂ ਕੱਢ ਦਿੱਤੀਆਂ। ਬੁਰਾਈ ਰਹੀ ਕੋਈ ਨਹੀਂ। ਤੁਸੀਂ ਦੇਖੋ ਕੱਲੇ ਇਹ ਸ਼ਬਦ ਨਹੀਂ, ਤਵਾਰੀਖ ਪੜੋ, ਇਤਿਹਾਸ 'ਚ ਪੜੋ। ਭਾਈ ਸੱਜਣ ਠੱਗ ਤੋਂ ਸੰਤ ਸੱਜਣ ਬਣਾ ਕੇ ਰੱਖ ਦਿੱਤਾ। ਗੁਰੂ ਨੇ ਬੁਰਾਈ ਬਾਹਰ ਕੱਢ ਦਿੱਤੀ। ਜਿਹਨੂੰ ਕੌਡਾ ਰਾਖਸ਼ ਕਹਿੰਦੇ ਸਨ, ਭਾਈ ਕੌਡਾ ਬਣਾ ਦਿੱਤਾ, ਬੁਰਾਈ ਬਾਹਰ ਕੱਢ ਦਿੱਤੀ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਕਈ ਸੱਜਣ ਕਹਿਣਗੇ ਵੀ ਤੇ ਇੱਕੋ ਦਮ ਬੁਰਾਈ ਜਿਹੜੀ ਹੈ ਚੰਗਿਆਈ 'ਚ ਕਿਵੇਂ ਬਦਲ ਗਈ। ਵੈਸੇ ਬਾਬਾ ਜੀ ਦਾ ਇੱਕ ਬੋਲ ਆਉਂਦਾ ਹੈ, ਅਪੁਸ਼ਟ ਬਾਤ ਤੇ ਭਈ ਸੀਦਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਸਮੁੰਦਰ ਦਾ ਪਾਣੀ ਖਾਰਾ ਹੈ, ਨਾ ਪੀਣ ਯੋਗ ਤੇ ਨਾ ਖੇਤ ਨੂੰ ਲਾਣ ਯੋਗ, ਖਾਰਾ ਹੈ ਨਾ। ਕਿਵੇਂ ਬੁਰਾਈ ਚੰਗਿਆਈ 'ਚ ਬਦਲਦੀ। ਜਦੋਂ ਸੂਰਜ ਦੀਆਂ ਕਿਰਨਾਂ ਸਮੁੰਦਰ ਤੇ ਪੈਂਦੀਆਂ ਨੇ, ਇਹਨੂੰ ਇਉਂ ਸਮਝ ਲਓ ਕਿ ਮਸਤਕ ਹੱਥ ਧਰ। ਮੈਂ ਇੱਕ ਉਦਾਹਰਨ ਲੈ ਰਿਹਾ। ਖਾਰਾ ਪਾਣੀ ਭਰਿਆ ਪਿਆ ਸਮੁੰਦਰ, ਪਰ ਜਦੋਂ ਸੂਰਜ ਦੀ ਕਿਰਨ ਸਮੁੰਦਰ ਤੇ ਪਾਣੀ ਤੇ ਪਈ, ਉਹਨੇ ਸਮੁੰਦਰ ਦੇ ਪਾਣੀ ਨੂੰ ਚੁੱਕ ਲਿਆ, ਭਾਪ ਬਣ ਕੇ ਉੱਡਿਆ, ਵਾਸ਼ਪ ਹੋ ਗਿਆ, ਪਾਣੀ ਅਦ੍ਰਿਸ਼ਟ ਹੋ ਗਿਆ। ਜਦੋਂ ਉਹ ਪਾਣੀ ਭਾਪ ਬਣ ਕੇ ਉੱਡਿਆ ਤੇ ਉਹ ਪਾਣੀ ਕੁਝ ਦਿਨਾਂ ਬਾਅਦ ਬੱਦਲਾਂ ਦਾ ਰੂਪ ਧਰ ਕੇ ਜਦੋਂ ਬਾਰਿਸ਼ ਬਣ ਕੇ ਵਰਸਿਆ, ਤੇ ਲੋਕ ਕਹਿੰਦੇ ਨੇ ਬਾਰਿਸ਼ ਦਾ ਪਾਣੀ ਬੜਾ ਪਿਓਰ ਹੁੰਦਾ ਜੇ, ਪਰ ਚੇਤੇ ਰੱਖਿਓ ਪਾਣੀ ਉਹੀ ਹੈ ਜਿਹੜਾ ਕਦੀ ਖਾਰਾ ਹੁੰਦਾ ਸੀ। ਕਿਵੇਂ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਜਿਹੜਾ ਕੱਲ ਤੱਕ ਖਾਰਾ ਸੀ ਉਹਨੂੰ ਧੁੱਪ ਨੇ, ਸੂਰਜ ਦੀ ਕਿਰਨ ਨੇ ਚੁੱਕ ਲਿਆ, ਉਹਨੂੰ ਇੰਨਾ ਮਿੱਠਾ ਬਣਾ ਦਿੱਤਾ। ਕਹਿੰਦੇ ਨੇ ਏਦੂ ਪਿਓਰ ਕੁਝ ਹੈ ਹੀ ਨਹੀਂ। ਮੈਂ ਇੱਕ ਬੇਨਤੀ ਕਰਾਂਗਾ, ਬੰਦਾ ਬੁਰਾਈਆਂ ਨਾਲ ਔਗਣਾਂ ਨਾਲ ਭਰਿਆ ਪਿਆ। ਜਦੋਂ ਗੁਰੂ ਦੀ ਰਹਿਮਤ ਦੀ ਕਿਰਨ ਪਈ, ਉਹਨੇ ਸੁਰਤ ਚੁੱਕੀ। ਜਿਹੜਾ ਕੱਲ ਤੱਕ ਆਦਾ ਪਾਪੀ ਸੀ ਉਹਨੂੰ ਸੰਤ ਬਣਾ ਕੇ ਰੱਖ ਦਿੱਤਾ। ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਸਾਰੀਆਂ ਬੁਰਾਈਆਂ ਦਾ ਖਾਤਮਾ ਕਰ ਦਿੱਤਾ। ਸ਼ਹਿ ਤੁਠੈ, ਜਦੋਂ ਪਰਮਾਤਮਾ ਵਾਹਿਗੁਰੂ ਤੁਠੈ ਮੇਰ ਦੇ ਘਰ 'ਚ ਆਇਆ, 9 ਨਿੱਧ ਪਾਈਆਂ, ਉਹਨੂੰ ਸਾਰਿਆਂ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ, ਜਿਹਦੇ ਉੱਤੇ ਸਤਿਗੁਰੂ ਦੀ ਦਿਆਲਤਾ ਹੋ ਗਈ। ਇਸ ਸਾਰੇ 3 ਸ਼ਲੋਕਾਂ ਦਾ ਤੇ ਪੌੜੀ ਦਾ ਤੱਤ ਭਾਵ ਇੰਨਾ ਹੈ। ਤਿੰਨਾਂ ਸ਼ਲੋਕਾਂ ਵਿੱਚ ਸੂਤਕ ਜੇ ਮੰਨ ਲਿਆ ਜਾਏ ਤੇ ਕਿਹੜੀ ਕਿਹੜੀ ਥਾਂ ਤੇ ਸੂਤਕ ਹੈ। ਦੂਜੇ ਸ਼ਲੋਕ ਵਿੱਚ ਤੇਨੇ ਜੀਵਨ ਨੂੰ ਕਿਹੜਾ ਸੂਤਕ ਚੰਬੜਿਆ। ਚੌਥੇ ਵਾਹਿਗੁਰੂ ਤੀਸਰੇ ਸ਼ਲੋਕ 'ਚ ਇਹ ਭਰਮ ਹੈ, ਇਹਨੂੰ ਅੰਦਰੋਂ ਕੱਢ ਦੇ। ਤੇ ਪੌੜੀ ਵਿੱਚ ਕਿਹਾ ਭਰਮ ਤੇਰਾ ਤਾਂ ਹੀ ਦੂਰ ਹੋਵੇਗਾ ਜੇ ਸਤਿਗੁਰੂ ਦੇ ਚਰਨਾਂ ਨਾਲ ਜੁੜੇਗਾ, ਜੇ ਸ਼ਬਦ ਬਾਣੀ ਨਾਲ ਜੁੜੇਗਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਇਸ 18ਵੀਂ ਪੌੜੀ ਨਾਲ ਆਏ ਹੋਏ 3 ਸ਼ਲੋਕ ਯਤਨ ਕੀਤਾ ਹੈ ਕਿ ਅਰਥ ਸੰਖੇਪ ਜਾਏ, ਥੋੜ੍ਹੀ ਜਿਹੀ ਵਿਆਖਿਆ ਆਪ ਨਾਲ ਕੀਤੀ। ਬਾਕੀ ਜਿਹੜੀ 19ਵੀਂ ਪੌੜੀ ਹੈ, ਇਹ 2 ਦੀਵਾਨ ਅੱਜ ਸ਼ਾਮ ਦਾ ਤੇ ਕੱਲ੍ਹ ਸਵੇਰ ਦਾ ਪੰਜਾਬੀ ਬਾਗ ਨੇ, ਕੱਲ੍ਹ ਸ਼ਾਮ ਨੂੰ ਨਾਰਾਇਣੇ। ਇਹ ਯਤਨ ਕਰਾਂਗਾ। ਅਗਲੀ ਪੌੜੀ 'ਚ ਨੇ 2 ਸ਼ਲੋਕ ਆਉਣੇ ਨੇ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾਏ। ਦੂਸਰਾ ਸ਼ਲੋਕ ਆਉਣਾ ਭੰਡ ਜੰਮੀਐ ਭੰਡ ਨਿਮੀਐ। ਇਹ ਅਗਾ ਪੌੜੀ ਆਵੇਗੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਜੀ। ਮੈਂ ਸਮੂਹ ਪ੍ਰਬੰਧਕ ਵੀਰਾਂ ਦਾ, ਇੱਥੇ ਜੋ ਇਸ ਮੁੱਖ ਸੇਵਾਦਾਰ ਨੇ, ਜੋ ਸਕੱਤਰ ਦੀ ਸੇਵਾ ਨੂੰ, ਜਿੰਨੇ ਵੀ ਤੁਸੀਂ ਗੁਰਮੁਖ ਪਿਆਰੇ ਹੋ, ਪ੍ਰਬੰਧਕ ਵੀਰਾਂ ਦਾ, ਇੱਥੋਂ ਦੇ ਗ੍ਰੰਥੀ ਸਾਹਿਬ, ਕੀਰਤਨੀਏ, ਸਮੂਹ ਸੰਗਤ ਦਾ, ਤੇ ਸਭ ਤੋਂ ਵੱਧ ਧੰਨਵਾਦ ਕਰੀਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਇੱਕ ਜਕਾਰੇ ਨੂੰ ਪ੍ਰਵਾਨਗੀ ਦੇਵੇ। ਬੋਲੇ